जी ਦੋਸਤੋ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ। ਅੱਜ ਦੇ ਸਾਡੇ ਇਸ ਕ੍ਰੀਏਟਿਵ ਐਕਸਪੀਰੀਅੰਸ ਪ੍ਰੋਗਰਾਮ ਦੇ ਵਿੱਚ ਜੋ ਕਿ ਅਸੀਂ ਪੰਜਾਬ ਸੰਗੀਤ ਨਾਟਕ ਅਕੈਡਮੀ ਵੱਲੋਂ ਕਰ ਰਹੇ ਹਾਂ ਔਰ ਹਰ ਰੋਜ਼ ਦੀ ਤਰ੍ਹਾਂ ਅਸੀਂ ਆਪਣੀ ਰੰਗ ਯਾਤਰਾ ਬਾਰੇ, ਰੰਗ ਸੰਘਰਸ਼ ਬਾਰੇ, ਆਪਣੇ ਕ੍ਰੀਏਟਿਵ ਐਕਸਪੀਰੀਅੰਸ ਬਾਰੇ, ਕ੍ਰੀਏਟਿਵ ਐਕਸਪ੍ਰੈਸ਼ਨ ਬਾਰੇ, ਆਪਣੇ ਅਦਾਕਾਰੀ ਦੇ ਤਜਰਬੇ, ਆਪਣੇ ਰੰਗਮੰਚ ਦੇ ਵੱਖ-ਵੱਖ ਪੜਾਵਾਂ ਦੇ ਜਿਹੜੇ ਤਜਰਬੇ ਆ ਉਹਨਾਂ ਨੂੰ ਅਸੀਂ ਸਾਂਝੇ ਕਰਦੇ ਹਾਂ ਇੱਕ ਦੂਜੇ ਦੇ ਨਾਲ। ਸੋ ਇਹ ਸਾਡੀ ਯਾਤਰਾ ਦਾ ਜਿਹੜਾ ਕਿ ਅੱਜ ਮੇਰੇ ਖਿਆਲ 46ਵਾਂ 47ਵਾਂ ਐਪੀਸੋਡ ਹੈ ਸਾਡਾ ਔਰ ਅੱਜ ਅਸੀਂ ਆਪਣੀ ਯਾਤਰਾ ਕਰਦੇ ਹੋਏ ਰੰਗਮੰਚ ਦੀ ਅੱਜ ਅਸੀਂ ਯੂਕੇ ਪਹੁੰਚੇ ਹਾਂ। ਸਾਡੇ ਬਹੁਤ ਹੀ ਪਿਆਰੇ ਅਦਾਕਾਰ, ਸਾਡੇ ਪਿਆਰੇ ਮਿੱਤਰ, ਸਾਡੇ ਦੋਸਤ, ਸਾਡੇ ਆਪਣੇ ਗੁਲਸ਼ਨ ਢਿੰਗਰਾ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਇੰਗਲੈਂਡ ਦੇ ਵਿੱਚ ਨੇ ਔਰ ਉੱਥੇ ਉਹਨਾਂ ਦਾ ਆਪਣਾ ਰੇਡੀਓ ਆ ਔਰ 9FM ਗੁਲਸ਼ਨ ਹੋਰਾਂ ਦਾ ਉੱਥੇ ਉਹਦੇ ਵਿੱਚ ਵੀ ਕੰਮ ਕਰਦੇ ਆ ਔਰ ਬਹੁਤ ਸਾਰੇ ਨਾਟਕਾਂ ਦੀ ਪੇਸ਼ਕਾਰੀ ਜਿਹੜੀ ਕਿ ਉੱਥੇ ਉਹਨਾਂ ਨੇ ਕੀਤੀ। ਇੱਧਰੋਂ ਟੀਮਾਂ ਲਿਜਾ ਕੇ ਵੀ ਆਪ ਵੀ ਉੱਧਰ ਤਿਆਰ ਕਰਕੇ ਉਹਨਾਂ ਨੇ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਤੇ ਹੋਰ ਥਾਵਾਂ ਤੇ ਬਾਹਰ ਵੀ ਨਾਟਕ ਕੀਤੇ। ਪਰ ਉੱਥੇ ਪਹੁੰਚਣ ਤੋਂ ਪਹਿਲਾਂ ਲੰਬੇ ਸਮੇਂ ਤੱਕ ਗੁਲਸ਼ਨ ਢਿੰਗਰਾ ਨੇ ਜਲੰਧਰ ਦੂਰਦਰਸ਼ਨ ਤੇ ਬਹੁਤ ਕੰਮ ਕੀਤਾ। ਉਸ ਤੋਂ ਪਹਿਲੇ ਜਲੰਧਰ ਵਿੱਚ ਥੀਏਟਰ ਕੀਤਾ ਔਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇੰਡੀਅਨ ਥੀਏਟਰ ਵਿਭਾਗ ਤੋਂ ਇਹਨਾਂ ਨੇ ਪਾਸ ਆਊਟ ਕੀਤਾ ਥੀਏਟਰ ਦੀ ਟ੍ਰੇਨਿੰਗ ਲਈ ਔਰ ਬਹੁਤ ਖੂਬਸੂਰਤ ਇਹਨਾਂ ਨੇ ਕੰਮ ਕੀਤੇ ਜਿੰਨੀ ਦੇਰ ਇੱਥੇ ਇੰਡੀਆ 'ਚ ਰਹੇ ਔਰ ਹੁਣ ਇਹ ਆਪਣੇ ਪਰਿਵਾਰ ਸਮੇਤ ਜਿਹੜੇ ਇੰਗਲੈਂਡ ਦੇ ਵਿੱਚ ਨੇ ਔਰ ਪਰ ਇਹ ਚੰਗੀ ਗੱਲ ਹੈ ਕਿ ਇਹਨਾਂ ਨੇ ਰੰਗਮੰਚ ਦਾ ਪੱਲਾ ਛੱਡਿਆ ਨਹੀਂ, ਇਹਨਾਂ ਨੇ ਆਪਣੀ ਉਸ ਯਾਤਰਾ ਨੂੰ ਜਾਰੀ ਰੱਖਿਆ। ਤੇ ਅੱਜ ਆਪਾਂ ਗੁਲਸ਼ਨ ਢਿੰਗਰਾ ਜੀ ਸਵਾਗਤ ਹੈ ਤੁਹਾਡਾ ਸਾਡੇ ਆਪਣੇ ਕ੍ਰੀਏਟਿਵ ਐਕਸਪ੍ਰੈਸ਼ਨ ਦੇ ਪ੍ਰੋਗਰਾਮ ਦੇ ਵਿੱਚ। ਸੋ ਤੁਹਾਡੇ ਕ੍ਰੀਏਟਿਵ ਐਕਸਪੀਰੀਅੰਸ ਨੂੰ ਸੁਣਦੇ ਹੋਏ ਮੈਂ ਆਪਾਂ ਵੀ ਮੁੱਢੋਂ ਸਿੱਧੋਂ ਗੱਲ ਸ਼ੁਰੂ ਕਰਨੀ ਹੈ ਤੇ ਮੈਂ ਜਾਣਨਾ ਚਾਹਾਂਗਾ ਕਿ ਗੁਲਸ਼ਨ ਢਿੰਗਰਾ ਹੋਰੀ ਉਹਨਾਂ ਨੂੰ ਨਾਟਕ ਦੀ ਲਗਨ ਜਾਂ ਇਸ ਕ੍ਰੀਏਟਿਵ ਕੰਮ ਦੀ ਜਿਹੜੀ ਸੰਗੀਤ ਨ੍ਰਿਤ ਜਿਹਦੇ ਵਿੱਚ ਸਾਰੇ ਹੀ ਆਰਟ ਆ ਜਾਂਦੇ ਆ, ਇਹ ਗੁਲਸ਼ਨ ਢਿੰਗਰਾ ਹੋਰਾਂ ਨੂੰ ਇਹ ਜਿਹੜੀ ਲਗਨ ਹੈ ਕਿਹੜੇ ਸਮਿਆਂ ਵਿੱਚ ਤੇ ਕਦੋਂ ਇਹਨਾਂ ਦੀ ਸ਼ੁਰੂਆਤ ਹੋਈ ਤੁਹਾਡੀ ਜਿਹੜੀ? ਸਭ ਤੋਂ ਪਹਿਲਾਂ ਜਿੰਨੇ ਵੀ ਪੈਨਲ 'ਚ ਬੈਠੇ ਆ ਔਰ ਕੇਵਲ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਮੈਨੂੰ ਅੱਜ ਮੌਕਾ ਦਿੱਤਾ ਆਪਣੇ ਜਿਹੜੇ ਤਜਰਬੇ ਸ਼ੇਅਰ ਕਰਨ ਦਾ। ਅਸੀਂ ਦੂਰ ਬੈਠੇ ਪਰ ਇੱਕ ਐਸਾ ਸਮਾਂ ਆ ਗਿਆ ਕਿ ਹੁਣ ਸਾਰੇ ਆਪਾਂ ਇੱਕ ਦੂਸਰੇ ਨਾਲ ਇਸ ਤਰ੍ਹਾਂ ਵਰਚੁਅਲਸ ਇਕੱਠੇ ਹੁੰਦੇ ਆ। ਸੋ ਮੇਰੀ ਸ਼ੁਰੂਆਤ ਜਿਹੜੀ ਹੁੰਦੀ ਆ ਉਹ ਹੁੰਦੀ ਆ 1985 ਤੋਂ 1985 ਤੱਕ ਮੇਰੇ ਪਰਿਵਾਰ ਵਿੱਚ ਅਸੀਂ ਫਗਵਾੜੇ ਦੇ ਨੇੜੇ ਪਿੰਡ ਨਵਾਂ ਪਿੰਡ ਨਿਹਾਲਗੜ੍ਹ 'ਚ ਰਹਿੰਦੇ। ਕੋਈ ਐਸਾ ਜਿਹੜਾ ਨਹੀਂ ਹੈ। ਮੈਂ ਆਪ ਇੱਕ ਕਹਿ ਸਕਦੇ ਹਾਂ ਕਿ ਹਿੰਦੂ ਪਰਿਵਾਰ ਚੋਂ ਖੱਤਰੀਆਂ ਦਾ ਪੁੱਤਰ ਹੈ। ਸਾਡੇ ਦੂਰ ਦੂਰ ਤੱਕ ਕੋਈ ਐਸਾ ਨਹੀਂ ਸੀ। ਸੋ ਇਹਦੇ 1985 ਦੇ ਵਿੱਚ ਮੈਨੂੰ ਕਿਸੇ ਦੋਸਤ ਨਾਲ ਜਾਣ ਦਾ ਮੌਕਾ ਮਿਲਿਆ APJ ਕਾਲਜ ਆਫ ਫਾਈਨ ਆਰਟਸ ਵਿੱਚ। ਉੱਥੇ ਸ਼ਾਮ ਨੂੰ ਡਰਾਮਾ ਕਲਾਸਾਂ ਲੱਗਦੀਆਂ ਸਨ। ਜੋ ਮੇਰੇ ਪਹਿਲੇ ਟੀਚਰ ਸੀ ਪ੍ਰੋਫੈਸਰ ਸੁਰੇਸ਼ ਸਾਗਰ, ਉਹ ਦੁਨੀਆ 'ਚ ਨਹੀਂ ਰਹੇ, ਪਰਮਾਤਮਾ ਉਹਦੀ ਆਤਮਾ ਨੂੰ ਸ਼ਾਂਤੀ ਦੇਵੇ। ਔਰ ਉਸ ਤੋਂ ਬਾਅਦ ਕੀ ਹੁੰਦਾ 1985 ਦੇ ਵਿੱਚ ਇੱਕ ਸਾਲ ਉੱਥੇ ਮੈਂ ਉਹਨਾਂ ਨੇ ਮੈਨੂੰ ਕੁਝ ਬਰੀਕੀਆਂ ਸ਼ਾਮ ਨੂੰ ਜਾਂਦੇ ਸੀ, ਵੈਸੇ ਤਾਂ ਉਹ ਗਰਲਸ ਕਾਲਜ ਆ। ਔਰ ਉੱਥੇ ਚੱਲਦੇ ਚੱਲਦੇ ਅੱਗੇ ਫਿਰ ਮੇਰੀ ਥੋੜੀ ਮੁਲਾਕਾਤ ਹੁੰਦੀ ਹੈ ਸਰਦਾਰ ਜੀਤ ਬਾਵਾ ਦੇ ਨਾਲ। ਉਹਨਾਂ ਨਾਲ ਬਹੁਤ ਥੋੜਾ ਕੰਮ ਕੀਤਾ। ਉਸ ਤੋਂ ਬਾਅਦ ਚੱਲਦੇ ਚੱਲਦੇ ਸਾਡੀ ਮੁਲਾਕਾਤ ਮੈਨੂੰ ਹੁਣ ਐਗਜ਼ੈਕਟਲੀ ਯਾਦ ਨਹੀਂ ਕਿਵੇਂ ਕਿਸ ਤਰ੍ਹਾਂ ਹੋਈ, ਪਰ ਹੋਈ ਸਾਡੀ ਗੁਰਸ਼ਰਨ ਭਾਜੀ ਦੇ ਨਾਲ। ਗੁਰਸ਼ਰਨ ਭਾਜੀ ਨੇ ਸਾਨੂੰ ਜਿੱਥੋਂ ਤੱਕ ਮੇਰਾ ਖਿਆਲ ਹੈ ਕਿ 1987 ਜਾਂ 98 ਦੇ ਵਿੱਚ ਸਾਨੂੰ ਪਹਿਲੀ ਵਾਰੀ ਭਾਜੀ ਨੇ ਦਿੱਲੀ ਪੰਜਾਬੀ ਅਕੈਡਮੀ ਸੱਦਿਆ ਔਰ ਉੱਥੇ ਉਹਨਾਂ ਨੇ ਵਰਕਸ਼ਾਪ ਲਾਉਣੀ ਸੀ। 89 'ਚ ਉਦੋਂ ਤੁਸੀਂ ਮੈਂ MSD ਪੜ੍ਹਦਾ ਸੀ ਉਦੋਂ। ਤੁਸੀਂ ਉੱਥੇ ਆਏ ਸੀ? ਹਾਂ, 89 ਦੇ ਸ਼ੁਰੂਆਤੀ ਦੌਰ ਵਿੱਚ ਉੱਥੇ ਜਾ ਕੇ ਜਦੋਂ ਅਸੀਂ ਵਰਕਸ਼ਾਪ ਲਾਈ ਤੇ ਮੈਨੂੰ ਸਾਡੇ ਬੜੇ ਜਿਹੜੇ ਲੈਜੈਂਡ ਪਰਸਨੈਲਿਟੀ ਮੇਰੇ ਸਾਹਮਣੇ ਆ, ਕੇਵਲ ਭਾਜੀ ਮਿਲੇ ਔਰ ਉਹਨਾਂ ਦਿਨਾਂ ਦੇ ਵਿੱਚ ਇਹ ਸਾਰਾ ਤੁਹਾਡਾ ਇਕੱਠਾ ਗਰੁੱਪ ਸੀ। ਨਰਿੰਦਰ ਸਾਂਘੀ ਸੀ, ਹਰਦੀਪ ਸੀ ਔਰ ਫਿਰ ਸੁਖਦੇਵ ਸੀ ਔਰ ਗੁਲਸ਼ਨ ਸੀ। ਸਾਰਿਆਂ ਨੇ ਬਹੁਤ ਵਧੀਆ ਰਿਹਾ ਔਰ ਉਦੋਂ ਥੀਏਟਰ ਸ਼ੋਜ਼ ਕੀਤੇ। ਉਸ ਤੋਂ ਬਾਅਦ ਫਿਰ ਗੁਰਸ਼ਰਨ ਭਾਜੀ ਨਾਲ 89 'ਚ ਫਿਰ ਅਸੀਂ ਮੈਂ ਤੇ ਮੈਨੂੰ ਯਾਦ ਹੈ ਮੇਰਾ ਦੋਸਤ ਅੱਜ ਕੱਲ੍ਹ ਅਮਰੀਕਾ 'ਚ ਮਲਕੀਤ ਮੀਤ, ਅਸੀਂ ਤੁਹਾਨੂੰ ਹੌਸਟਲ ਮਿਲਣ ਗਏ ਔਰ ਉੱਥੇ ਮਿਲਣ ਗਏ। ਉਸ ਤੋਂ ਬਾਅਦ 89 ਦੇ ਵਿੱਚ ਫਿਰ ਮੈਨੂੰ ਥੋੜਾ ਜਿਹਾ ਮੈਂ ਗੁਰਸ਼ਰਨ ਭਾਜੀ ਨਾਲ ਕੰਮ ਕਰਨ ਤੋਂ ਬਾਅਦ ਮੇਰੀ 89 ਦੇ ਵਿੱਚ ਸਿਲੈਕਸ਼ਨ ਹੋ ਗਈ। ਮੈਂ NST ਜਾਣਾ ਚਾਹੁੰਦਾ ਸੀ ਪਰ NST ਮੇਰੀ ਗੱਲ ਨਹੀਂ ਬਣੀ। ਤੁਸੀਂ ਸਾਨੂੰ ਗਾਈਡ ਕੀਤਾ, ਫਿਰ ਤੁਸੀਂ ਸਾਨੂੰ ਦੱਸਿਆ ਵੀ ਜੇ ਇੱਥੇ ਮੌਕਾ ਨਾ ਆਪਣਾ ਸਮਾਂ ਗਵਾਇਓ, ਤੁਸੀਂ ਕੋਸ਼ਿਸ਼ ਕਰੋ ਗੁਲਸ਼ਨ
ਵੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੀ ਹੈਗਾ ਡਿਪਾਰਟਮੈਂਟ ਹੈ ਤੇ ਪਟਿਆਲੇ ਵੀ ਆ, ਤੇ ਮੇਰੀ ਕਿਸਮਤ ਚੰਗੀ, ਮੇਰੀ ਦੋਨੋਂ ਪਾਸੇ ਸਿਲੈਕਸ਼ਨ ਹੋ ਗਈ, ਪਰ ਬਾਅਦ ਚ ਮੈਂ ਚੂਜ਼ ਜਿਹੜਾ ਚੰਡੀਗੜ੍ਹ ਕੀਤਾ। ਔਰ ਉੱਥੋਂ ਮੇਰਾ ਜਿਹੜਾ ਪਹਿਲਾਂ ਕਾਫੀ ਮੈਂ ਸਕੂਲਾਂ ਕਾਲਜਾਂ ਵਿੱਚ ਵੀ ਕੰਮ ਕਰਵਾਉਂਦਾ ਰਿਹਾ, ਪਰ ਮੈਂ ਚਾਹੁੰਦਾ ਸੀ ਜੇ ਹੁਣ ਇਸੇ ਲਾਈਨ 'ਚ ਜਾਣਾ, ਕਿਉਂਕਿ ਜਿਹੜੇ ਮੇਰੇ ਪਹਿਲੇ ਟੀਚਰ ਸੀ ਸੁਰੇਸ਼ ਸਾਗਰ, ਜਿਸ ਦਿਨ ਮੈਂ ਡਰਾਮਾ ਕਲਾਸ ਜੁਆਇਨ ਕੀਤੀ ਤੇ ਮੈਨੂੰ ਨਹੀਂ ਪਤਾ ਸੀ ਪਿੰਡ 'ਚੋਂ ਆਇਆ ਮੈਂ, ਇੱਕ ਸਾਫ਼ ਜਿਹੜਾ ਕਲੀਨ, ਮਤਲਬ ਸਮਝ ਲਓ ਕਿ ਇੱਕ ਕੋਰਾ ਕਾਗਜ਼ ਸੀ। ਉਹ ਕਹਿੰਦੇ ਕਿ ਬੇਟੇ ਤੂੰ ਜਿਹੜੀ ਲਾਈਨ 'ਚ ਚੱਲਿਆ ਇਹ ਚੀਜ਼ ਧਿਆਨ ਰੱਖੀ, ਇਹ ਲਾਈਨ ਜਿਹੜੀ ਹੈ ਨਾ ਮਰਨ ਦੇ ਨਾਲ ਖਤਮ ਹੋਣੀ, ਤੁਸੀਂ ਇਹ ਤੋਂ ਬਾਹਰ ਨਹੀਂ ਨਿਕਲ ਸਕਦੇ, ਤੁਸੀਂ ਦੁਨੀਆ 'ਚ ਕਿਤੇ ਵੀ ਚੱਲ ਜਾਓ, ਤੁਸੀਂ ਥੀਏਟਰ ਤੋਂ ਬਾਹਰ ਨਹੀਂ ਜਾ ਸਕਦੇ। ਉਦੋਂ ਗੱਲ ਸਮਝ ਨਹੀਂ ਆਈ, ਪਰ ਥੋੜੀ ਦੇਰ ਬਾਅਦ ਸਮਝ ਆ ਗਈ ਵੀ ਹੁਣ ਤੁਸੀਂ ਐਡਿਕਟਡ ਹੋ ਚੁੱਕੇ ਹੋ। ਸੋ ਤੇ ਫਿਰ ਇਸ ਤਰ੍ਹਾਂ ਚੱਲਦੇ ਚੱਲਦੇ ਜੀ 2 ਸਾਲ ਮੇਰੇ ਬਹੁਤ ਅੱਛੇ ਗੁਜ਼ਰੇ। ਮੈਨੂੰ ਜਿਹੜੀਆਂ ਟੈਕਨੀਕਸ ਉੱਥੇ ਮੇਰੇ ਗੁਰੂਆਂ ਸਮਾਨ ਮੇਰੇ ਟੀਚਰ ਬਹੁਤ ਮੇਰੀ ਉਹਨਾਂ ਨੇ ਮਦਦ ਕੀਤੀ। ਉਹਨਾਂ ਵਿੱਚ ਰਿਸਪੈਕਟਰ ਮੋਹਨ ਮਹਾਰਿਸ਼ੀ ਸਰ, ਰਿਸਪੈਕਟਰ ਮਹਿੰਦਰ ਸਰ, ਨੀਲਮ ਮਾਨ ਸਿੰਘ ਜੀ, ਔਰ ਫਿਰ ਇਹਦੇ ਨਾਲ ਕੁਮਾਰ ਵਰਮਾ ਸਰ, ਇਹ ਮੇਰੇ ਟੀਚਰ ਸਨ। ਸੋ ਅੱਜ ਵੀ ਮੈਂ ਇਹਨਾਂ ਦੇ ਨਾਲ ਕੰਟੈਕਟ 'ਚ ਹਾਂ। ਤੇ ਫਿਰ ਇਸ ਤਰ੍ਹਾਂ ਸਫ਼ਰ ਚੱਲਦੇ ਚੱਲਦੇ 90 ਜਿਹੜਾ 89 ਤੋਂ ਲੈ ਕੇ ਕੇਵਲ ਭਾਜੀ 91 ਦਾ 2 ਸਾਲ ਦਾ ਚੰਡੀਗੜ੍ਹ ਵਿੱਚ ਮੇਰਾ ਸਮਾਂ ਸੀ। ਉਹਦੇ ਵਿੱਚ ਮੈਨੂੰ ਇਹ ਸੀ ਵੀ ਜਦੋਂ ਇਹ ਮੇਰਾ ਖਿਆਲ ਬਹੁਤੇ ਥੀਏਟਰ ਵਾਲਿਆਂ ਨਾਲ ਇਹ ਐਕਸਪੀਰੀਅੰਸ ਆ, ਕਿਉਂਕਿ ਬਹੁਤ ਜਿਹੜੇ ਆ ਤੁਹਾਡੇ ਘਰਾਂ ਵਾਲੇ ਤੁਹਾਡੇ ਨਾਲ ਇਤਫਾਕ ਨਹੀਂ ਰੱਖਦੇ ਹੁੰਦੇ ਥੀਏਟਰ ਫੀਲਡ ਜਾਣ ਲਈ। ਹਾਂ, ਮੇਰੇ ਘਰ ਵਾਲੇ ਵੀ ਇਸੇ ਤਰ੍ਹਾਂ ਹੀ ਸੀ, ਉਹਨਾਂ ਨੇ ਮਨਾ ਵੀ ਨਹੀਂ ਕੀਤਾ। ਉਹ ਕਹਿੰਦੇ ਅਸੀਂ ਤੇਰੇ ਲਈ ਕਰ ਵੀ ਕੁਛ ਨਹੀਂ ਸਕਦੇ, ਕਰਦੇ ਫਿਰ ਏਦਾਂ ਚੱਲਦੇ ਗਏ। ਜਦੋਂ ਮੇਰੀ, ਕਿਉਂਕਿ ਗੁਰਸ਼ਰਨ ਭਾਜੀ ਨਾਲ ਪਹਿਲਾਂ ਮੈਂ ਕੰਮ ਕੀਤਾ ਹੋਇਆ ਸੀ, ਜਿੱਦਾਂ ਮੈਂ ਜੁਆਇਨ ਕੀਤਾ ਤੇ ਪਹਿਲੇ ਮੈਂ 2-3 ਮਹੀਨਿਆਂ ਬਾਅਦ ਉਦੋਂ ਭਾਜੀ ਚੰਡੀਗੜ੍ਹ ਸ਼ਿਫਟ ਹੋਏ ਸੀ, ਚੰਡੀਗੜ੍ਹ ਸਕੂਲ ਆਫ ਡਰਾਮਾ। ਬਿਲਕੁਲ। ਭਾਜੀ ਨੇ ਮੈਂ ਕਿਹਾ ਮਦਦ ਕਰੋ ਜੀ ਮਾਈਕ ਤੌਰ ਤੇ, ਵੀ ਮੈਨੂੰ 20 ਘੰਟੇ ਤੁਸੀਂ ਨਾਲ ਲੈ ਜਾਇਆ ਕਰੋ। ਤੇ ਫਿਰ ਮੈਂ ਭਾਜੀ ਨਾਲ ਦਾ ਥੀਏਟਰ ਸਿਲਸਿਲਾ ਚੱਲਦਾ ਰਿਹਾ, ਚੰਡੀਗੜ੍ਹ ਹੋਰ ਵੀ ਚੱਲਦੇ ਰਹੇ। ਇਸ ਤਰ੍ਹਾਂ 2 ਸਾਲ ਦੀ ਜਿਹੜੀ ਆ ਬੜੇ ਔਖੇ ਮੁਕੰਮਲ ਕੀਤੀ। ਮਤਲਬ ਉੱਥੇ ਤਾਂ ਬਹੁਤ ਸੌਖੀ ਹੋਈ, ਮੋਹਨ ਮਹਾਰਿਸ਼ੀ ਸਰ ਨੇ ਮੇਰੀ ਸਕਾਲਰਸ਼ਿਪ ਲਗਵਾਤੀ। ਸੋ ਆਰਥਿਕ ਤੌਰ ਤੇ ਤੰਗੀਆਂ ਤਰੁੱਟੀਆਂ ਥੀਏਟਰ ਵਾਲਿਆਂ ਨੂੰ ਆਉਣੀਆਂ, ਇਹ ਕੋਈ ਨਵੀਂ ਗੱਲ ਨਹੀਂ, ਆਉਂਦੀਆਂ ਰਹੀਆਂ, ਹੁਣ ਵੀ ਆਉਣ ਵਾਲੇ ਸਮੇਂ ਵੀ ਆਉਣੀਆਂ। ਬਿਲਕੁਲ। ਤੇ ਗੁਲਸ਼ਨ, ਮੈਂ ਤੁਹਾਡੇ ਕੋਲੋਂ ਥੋੜਾ ਜਿਹਾ ਹੋਰ ਜਾਣਨਾ ਚਾਹਾਂਗਾ, ਜਿਹੜੇ ਤੁਹਾਡੇ ਇੰਡੀਅਨ ਥੀਏਟਰ ਡਿਪਾਰਟਮੈਂਟ ਦੇ ਵਿੱਚ ਐਕਸਪੀਰੀਅੰਸ ਸੀ, ਤੁਸੀਂ ਕਿੱਦਾਂ ਦੇ ਨਾਟਕ ਕੀਤੇ, ਕਿੱਦਾਂ ਤਿਆਰੀ ਕਰਦੇ ਸੀ, ਤੁਸੀਂ ਕਿੱਦਾਂ ਉਹ ਪ੍ਰੋਸੈਸ ਦੇ ਵਿੱਚੋਂ ਸਾਰੇ ਗੁਜ਼ਰੇ, ਮੈਂ ਚਾਹੁੰਦਾ ਥੋੜਾ ਜਿਹਾ ਉਸ ਨੂੰ ਡਿਸਕ੍ਰਾਈਬ ਕਰੋ ਚੀਜ਼ਾਂ ਨੂੰ ਜ਼ਰਾ। ਇੰਡੀਅਨ ਥੀਏਟਰ ਵਿੱਚ ਜੁਆਇਨ ਕੀਤਾ, ਸਭ ਤੋਂ ਪਹਿਲਾਂ ਜਦੋਂ ਮੇਰੀ ਸਿਲੈਕਸ਼ਨ ਹੋ ਗਈ ਤੇ ਮੇਰੇ ਲਈ ਇੱਕ ਬਹੁਤ ਵੱਡੀ ਮੁਸ਼ਕਲ ਸੀ ਕਿ ਮੈਂ ਆਰਥਿਕ ਤੌਰ ਤੇ ਕਿਵੇਂ ਸਰਵਾਈਵ ਕਰਨਾ। ਤੇ ਮੇਰੇ ਮਿੱਤਰ ਨੇ ਅੱਜ ਜਿਹੜੇ ਫਿਲਮਾਂ ਦੇ ਬਹੁਤ ਵੱਡੇ ਐਕਟਰ ਨੇ, ਗੁਰਪ੍ਰੀਤ ਘੁੱਗੀ, ਮੈਨੂੰ ਹੌਸਟਲ ਛੱਡਣ ਤੋਂ ਜਦੋਂ ਸ਼ੁਰੂਆਤ ਹੁੰਦੀ ਆ, ਸ਼ੁਰੂਆਤੀ ਦੌਰ ਦੇ ਵਿੱਚ ਸਭ ਚੱਲਦਾ ਰਿਹਾ। ਪਹਿਲੇ ਸਾਲ ਦੇ ਵਿੱਚ ਸਾਡੇ ਜਿਹੜੇ ਚੇਅਰਪਰਸਨ ਸਨ ਉਹ ਮੋਹਨ ਮਹਾਰਿਸ਼ੀ, ਔਰ ਉਹਨਾਂ ਨੇ ਸਾਨੂੰ, ਕਿਉਂਕਿ ਮੈਂ ਪਿੰਡ ਤੋਂ ਗਿਆ ਹੋਇਆ ਬੰਦਾ ਸੀ, ਔਰ ਉਹਨਾਂ ਨੇ ਮੈਨੂੰ ਬਹੁਤ ਵਧੀਆ ਮੌਕਾ ਦਿੱਤਾ। ਔਰ ਇਸੇ ਤਰ੍ਹਾਂ ਹੀ ਨੀਲਮ ਮਾਨ ਸਿੰਘ ਸਨ। ਉਹਨਾਂ ਦਿਨਾਂ ਵਿੱਚ ਜਿਹੜੀਆਂ ਪ੍ਰੋਡਕਸ਼ਨਾਂ ਅਸੀਂ ਕੀਤੀਆਂ, ਇੱਕ ਤਾਂ ਟੋਬਾ ਟੇਕ ਸਿੰਘ ਸੀ, ਇੱਕ ਸ਼ਹਿਰ ਮਾਰਾ, ਉਹ ਕੋਈ ਅਮਰੀਕਨ ਪਲੇ ਸੀ, ਅਵਰ ਟਾਊਨ, ਕੁਮਾਰ ਵਰਮਾ ਸਰ ਨੇ ਕਰਵਾਇਆ। ਇੱਕ ਡਾਕਟਰ ਧਰਮਵੀਰ ਭਾਰਤੀ ਦਾ ਲਿਖਿਆ ਹੋਇਆ ਪਲੇ ਸੀ, ਜਿਹਦੇ ਵਿੱਚ ਮੈਂ ਕਿਰਪਾਚਾਰਿਆ ਦਾ ਰੋਲ ਕੀਤਾ ਸੀ, ਮੈਨੂੰ ਪਲੇ ਦਾ ਨਾਂ ਨਹੀਂ ਯਾਦ ਆ ਅੰਧਾ ਯੁੱਗ। ਹਾਂਜੀ, ਅੰਧਾ ਯੁੱਗ। ਅੰਧਾ ਯੁੱਗ। ਇਹ 3 ਪ੍ਰੋਡਕਸ਼ਨ ਸੀ, ਪਰ ਇਹਦੇ ਵਿੱਚ ਮੈਨੂੰ ਕੇਵਲ ਭਾਜੀ 2-3 ਚੀਜ਼ਾਂ ਮੈਂ ਜ਼ਰੂਰ ਥੀਏਟਰ ਵਾਲਿਆਂ ਨਾਲ ਸ਼ੇਅਰ ਕਰਨੀਆਂ ਚਾਹਾਂਗਾ। ਕਿ ਇੱਕ ਤਾਂ ਉਸ ਵੇਲੇ ਮਹਿੰਦਰ ਸਰ ਸਨ, ਮੇਰਾ ਖਿਆਲ ਉਹ 1-2 ਦਿਨ ਪਹਿਲਾਂ ਹੋ ਕੇ ਗਏ ਨੇ, ਹੈ ਨਾ ਜੀ? ਹਾਂਜੀ ਹਾਂਜੀ। ਮਹਿੰਦਰ ਸਰ ਨੇ ਇੱਕ ਵਾਰੀ ਮੈਨੂੰ ਗੱਲ ਕਹੀ ਵੀ ਆਰਟ ਐਂਡ ਕਰਾਫਟ ਲਈ ਆਹ ਚੀਜ਼ਾਂ ਰਿਕੁਆਇਰਡ ਆ ਤੁਹਾਡੇ ਸਟੂਡੈਂਟਸ ਲਈ। ਮੈਂ ਕਿਹਾ ਸਰ ਜੀ ਬਾਕੀ ਦਾ ਲਿਆਉਣਗੇ। ਕਹਿੰਦੇ ਮੈਂ ਕਿਹਾ ਜੀ ਪੈਸੇ ਕਿੱਥੋਂ ਲੈਣੇ ਆ? ਕਹਿੰਦੇ ਵੀ ਇਹ ਤਾਂ ਹੁਣ ਤੂੰ ਸੋਚ। ਮੈਂ ਏਦਾਂ ਕਰੋ, ਮੇਰੇ ਕੋਲ ਤਾਂ ਪੈਸੇ ਨਹੀਂ, ਤੁਸੀਂ ਪੈਸੇ ਦਿਓ। ਤੇ ਉਹਨਾਂ ਨੇ ਮੈਨੂੰ 200 ਰੁਪਈਆ ਆਪਣੀ ਜੇਬ ਚੋਂ ਦਿੱਤਾ। ਤੇ ਸਕਾਲਰਸ਼ਿਪ ਚੋਂ ਅੱਜ ਵੀ ਮੈਂ ਕਹਿੰਦਾ ਹੁੰਦਾ ਵੀ ਜਦੋਂ ਮੈਂ ਇੰਡੀਆ ਤੇ ਮਹਿੰਦਰ ਸਰ ਨੂੰ ਜ਼ਰੂਰ ਮਿਲਣ ਜਾਂਦਾ, ਮੈਂ ਕਿਹਾ ਮੈਂ ਤੁਹਾਡੇ ਦੋਸਤ। ਔਰ ਦੂਸਰੀ ਇਹ ਹੈ ਕਿ ਸਾਰੀਆਂ ਪ੍ਰੋਡਕਸ਼ਨਸ ਦੇ ਵਿੱਚ ਮੋਹਨ ਮਹਾਰਿਸ਼ੀ ਸਰ ਦੇ ਕੋਲ ਬਹੁਤ ਕੁਝ ਸਿੱਖਿਆ, ਮਹਿੰਦਰ ਸਰ ਕੋਲੋਂ, ਨੀਲਮ ਮਾਨ ਸਿੰਘ, ਕੁਮਾਰ ਵਰਮਾ ਸਰ ਇੱਕ ਬਹੁਤ ਵਧੀਆ ਗੱਲ ਕਹਿੰਦੇ ਹੁੰਦੇ ਸੀ, ਉਹ ਮੈਂ ਅੱਜ UK ਆ ਕੇ ਥੀਏਟਰ ਵਾਲਿਆਂ ਨੂੰ ਹੁਣ ਵੀ ਇਹ ਗੱਲ ਕਹਿੰਦਾ। ਕੁਮਾਰ ਵਰਮਾ ਸਰ ਕਹਿੰਦੇ ਹੁੰਦੇ ਸੀ ਵੀ ਜੇ ਤੁਸੀਂ ਥੀਏਟਰ ਵਿੱਚ ਰਹਿਣਾ ਤੇ ਨਾਲ ਸਾਈਡ ਤੇ ਕੋਈ ਆਪਣੀ ਰੋਟੀ ਪਾਣੀ ਦਾ ਇੰਤਜ਼ਾਮ ਜ਼ਰੂਰ ਰੱਖੋ। ਕਈ ਵਾਰੀ ਇਕੱਲਾ ਹੀ ਥੀਏਟਰ ਤੁਹਾਨੂੰ ਰੋਟੀ ਨਹੀਂ ਦਿੰਦਾ, ਬਹੁਤ ਮੁਸ਼ਕਿਲ ਹੈ।
ਔਰ ਬਹੁਤ ਤੁਹਾਨੂੰ ਸਟਰਗਲ ਕਰਨੀ ਪਏਗੀ ਨਾਲ ਥੋੜਾ ਜਿਹਾ ਆਪਣੀ ਕੋਈ ਜੌਬ ਜਾਂ ਕੋਈ ਚੀਜ਼ਾਂ ਜ਼ਰੂਰ ਏਦਾਂ ਰੱਖੋ। ਕਹਿੰਦੇ ਚਲੋ ਮੈਂ ਤਾਂ ਇੱਥੇ ਆ ਕੇ ਪ੍ਰੋਫੈਸਰ ਲੱਗ ਗਿਆ, ਪਰ ਸਾਰੇ ਤਾਂ ਨਹੀਂ ਨਾ ਪ੍ਰੋਫੈਸਰ ਲੱਗ ਸਕਦੇ। ਸੋ ਉਹ 2 ਸਾਲਾਂ ਦੇ ਵਿੱਚ ਇੱਕ ਕੇਵਲ ਭਾਜੀ ਹੁਣ ਇੱਕ ਇਹ 2 ਸਾਲਾਂ ਦੇ ਨਾਲ ਇੱਕ ਗੱਲ ਜੋੜ ਕੇ ਮੈਂ ਤੁਹਾਨੂੰ ਬੇਨਤੀ ਕਰ ਸਕਦਾ, ਕਿਉਂਕਿ ਤੁਸੀਂ ਪੰਜਾਬ 'ਚ ਕਿ ਹਿੰਦੁਸਤਾਨ 'ਚ ਪੰਜਾਬੀ ਥੀਏਟਰ ਦੇ ਵਿੱਚ ਇੱਕ ਮੋਹਰੀ ਸ਼ਖਸੀਅਤ ਓਨਲੀ ਐਂਡ ਓਨਲੀ ਜਿਹੜੇ ਆ, ਮੈਂ ਕਹਿੰਦਾ ਕਿ ਵੱਡੇ ਭਾ ਸਾਡੇ ਕੇਵਲ ਭਾ ਇਸ ਵੇਲੇ। ਸੋ ਤੁਸੀਂ ਪੰਜਾਬ ਸੰਗੀਤ ਨਾਟਕ ਅਕੈਡਮੀ ਨਾਲ ਜੁੜੇ ਹੋ 2 ਸਾਲਾਂ ਵਿੱਚ। ਮੈਂ ਕੁਝ ਬੰਦਿਆਂ ਨੂੰ ਲੈ ਕੇ ਮੇਰੀ ਲੜਾਈ ਇਹ ਸੀ ਕਿ ਮੈਂ ਕਹਿੰਦਾ ਜਦ ਪਟਿਆਲਾ ਤੇ ਚੰਡੀਗੜ੍ਹ ਯੂਨੀਵਰਸਿਟੀ ਪੋਸਟ ਗ੍ਰੈਜੂਏਸ਼ਨ ਡਰਾਮਾ ਦੀ ਕਰਾ ਰਹੇ, ਆਮ ਤੌਰ ਤੇ ਸਾਨੂੰ ਇਹ ਗੱਲ ਸਮਝ ਆਉਂਦੀ ਵੀ ਜਿਹੜਾ BA 'ਚ ਸਬਜੈਕਟ ਹੁੰਦਾ ਉਹ ਅਸੀਂ MA 'ਚ ਸਬਜੈਕਟ ਰੱਖਦੇ। ਫਿਰ ਅੱਗੇ ਤੁਹਾਡੇ ਕੋਈ ਜਿਹੜਾ ਬੰਦਾ ਨਹੀਂ ਕੋਈ ਮੁੰਬਈ ਜਾਣਾ ਚਾਹੁੰਦਾ ਜਾਂ ਨਹੀਂ ਫ੍ਰੀਲਾਂਸਿੰਗ ਕਰਨਾ ਚਾਹੁੰਦਾ, ਉਹਨੂੰ ਕੋਈ ਅਧਿਆਪਕ ਦੀ ਆਪਸ਼ਨ ਤੇ ਹੋਵੇ। ਬਿਲਕੁਲ ਉਹ ਕੁਝ ਜਗ੍ਹਾ ਹੋਇਆ ਵੀ ਸੀ ਪਟਿਆਲੇ ਨੇ, ਪਰ ਬਾਅਦ ਚ ਮੈਨੂੰ ਪਤਾ ਨਹੀਂ ਉਹ ਗੱਲ ਹੈ ਜਾਂ ਨਹੀਂ ਹੈ। ਮੈਂ ਜ਼ਰੂਰ ਇਹ ਕੇਵਲ ਭਾਜੀ ਆਪ ਜੀ ਨੂੰ ਬੇਨਤੀ ਕਰਨਾ ਚਾਹਾਂਗਾ, ਕਿਉਂਕਿ ਹੁਣ ਤੁਸੀਂ ਥੋੜਾ ਜਿਹਾ ਨਜ਼ਦੀਕ ਸਭਦੇ ਹੋ, ਕਿ ਜੇ ਸਕੂਲਾਂ ਕਾਲਜਾਂ ਵਿੱਚ ਡਰਾਮਾ ਸਬਜੈਕਟ ਹੋਵੇ ਤੇ ਕਿੰਨੇ ਲੋਕਾਂ ਨੂੰ ਜਿਹੜਾ ਰੁਜ਼ਗਾਰ ਮਿਲ ਸਕਦਾ। ਬਿਲਕੁਲ ਬਿਲਕੁਲ। ਅਸੀਂ ਗੁਲਸ਼ਨ ਕੱਲ ਹੀ ਅਜੇ ਨਿਰਮਲ ਜੌੜਾ ਹੋਰਾਂ ਦੇ ਨਾਲ ਗੱਲ ਕਰ ਰਹੇ ਸੀ, ਉਹ ਇਸ ਵੇਲੇ ਡਾਇਰੈਕਟਰ ਯੂਥ ਵੈਲਫੇਅਰ ਨੇ, ਔਰ ਨਿਰਮਲ ਜੌੜਾ ਨੇ ਬਹੁਤ ਪੋਜ਼ਿਟਿਵ ਕੰਮ ਕੀਤਾ, ਬੜਾ ਇਹੋ ਜਿਹੀਆਂ ਕੋਸ਼ਿਸ਼ਾਂ ਬਹੁਤ ਕੀਤੀਆਂ। ਔਰ ਹੁਣ ਉਹਨਾਂ ਨੇ ਵੀ ਇਸ ਵੇਲੇ ਜਿਹੜੇ ਕੁਝ ਇੱਕ ਕਾਲਜ ਨੇ, ਜਿਵੇਂ ਅੰਮ੍ਰਿਤਸਰ ਦੇ ਵਿੱਚ ਮੈਂ ਕਹਾਂ ਕਿ ਜਿਵੇਂ BBK DAV ਕਾਲਜ ਹੈ, ਖਾਲਸਾ ਕਾਲਜ ਹੈ, ਇਸ ਵੇਲੇ APJ ਕਾਲਜ ਹੈ ਜਲੰਧਰ ਦੇ ਵਿੱਚ, ਕੁਝ ਇੱਕ ਪੰਜਾਬ 'ਚ ਹੋਰ ਕਾਲਜ ਨੇ ਜਿਨ੍ਹਾਂ ਨੇ ਡਰਾਮਾ ਸਬਜੈਕਟ ਜਿਹੜਾ ਇੰਟਰੋਡਿਊਸ ਕੀਤਾ ਹੈ। ਉਹ BA ਦੇ ਵਿੱਚ ਵੀ ਤੇ MA ਦੇ ਵਿੱਚ ਵੀ ਉਹਨਾਂ ਨੇ ਇਸ ਤਰ੍ਹਾਂ ਦੇ ਕੋਰਸ ਜਿਹੜੇ ਆ ਸ਼ੁਰੂ ਕੀਤੇ ਆ, ਔਰ ਉਹਦੇ ਵਿੱਚ ਸਾਡੇ ਜਿਹੜੇ ਪਾਸ ਆਊਟ ਹੋਣ ਵਾਲੇ ਕੁਝ ਲੋਕ ਨੇ ਉਹਨਾਂ ਨੂੰ ਰੁਜ਼ਗਾਰ ਵੀ ਮਿਲਿਆ ਵਾ। ਉਹਦੇ ਵਿੱਚ ਮੈਂ ਅੰਮ੍ਰਿਤਸਰ 'ਚ ਹੀ ਦੇਖਦਾ BBK ਕਾਲਜ ਦੇ ਵਿੱਚ ਤੇ ਖਾਲਸਾ ਕਾਲਜ ਦੇ ਵਿੱਚ ਕਿ ਇੱਥੇ 5-6 ਇਹੋ ਜਿਹੇ ਜਿਹੜੇ ਪ੍ਰੋਫੈਸਰ ਨੇ, ਉਹ ਸਾਰੇ ਯੂਨੀਵਰਸਿਟੀਆਂ 'ਚੋਂ ਥੀਏਟਰ ਡਿਪਾਰਟਮੈਂਟ 'ਚੋਂ ਨਿਕਲ ਕੇ ਆਏ ਹੋਏ ਨੇ। ਤੇ ਮੇਰਾ ਖਿਆਲ ਹੈ ਇਹ ਜਿਹੜੀ ਇੱਕ ਸ਼ੁਰੂਆਤ ਬਹੁਤ ਥੋੜੀ ਹੈ ਹਾਲੇ, ਪਰ ਇਹ ਇੱਕ ਸ਼ੁਰੂਆਤ ਹੋ ਚੁੱਕੀ ਹੈ। ਜਿਹੜਾ ਅਸੀਂ ਰੌਲਾ ਪਾਉਂਦੇ ਰਹੇ ਸਾਰੀ ਵੀ ਇਹ ਹੋਵੇ, ਹੁਣ ਸਕੂਲਾਂ ਵਾਲਿਆਂ ਨੂੰ ਵੀ ਲੋੜ ਪੈਣੀ ਸ਼ੁਰੂ ਹੋ ਗਈ ਹੈ। CBSE ਦੇ ਸਿਲੇਬਸ ਦੇ ਵਿੱਚ ਇਹ ਹੋ ਗਿਆ ਹੈ ਕਿ ਉਹ ਡੈਫੀਨੇਟਲੀ ਜਿਹੜਾ ਕਿ ਹਰ ਸਕੂਲ 'ਚ ਇਹ ਜਿਹੜਾ ਪਰਫਾਰਮਿੰਗ ਆਰਟ ਦਾ ਸਬਜੈਕਟ ਹੈ ਹੋਵੇ। B.Ed ਦੇ ਵਿੱਚ ਸ਼ੁਰੂਆਤ ਹੋ ਗਈ ਹੈ ਇਸ ਸਬਜੈਕਟ ਦੀ। ਸੋ ਮੇਰਾ ਖਿਆਲ ਹੈ ਕਿ ਸਾਡੀ ਇਹ ਜਿਹੜਾ ਸੁਪਨਾ ਹੈ ਇਹ ਜਲਦੀ ਹੀ ਇਸ ਨੂੰ ਕਿ ਹਰ ਸਕੂਲ ਕਾਲਜ ਦੇ ਵਿੱਚ ਹੋਵੇ, ਇਹ ਪੂਰਾ ਹੋਏਗਾ। ਗੁਲਸ਼ਨ, ਮੈਂ ਇਹ ਇਸ ਗੱਲ ਦੇ ਨਾਲ ਜੁੜੀ ਹੋਈ ਗੱਲ ਹੀ ਜਿਹੜੀ ਹੈ ਕਿ ਇਹ ਜਦੋਂ ਅਸੀਂ ਇਹੋ ਜਿਹੇ ਸੁਪਨੇ ਲੈਂਦੇ ਕਿ ਹਾਂ ਵੀ ਇਹਦੇ ਵਿੱਚ ਰੁਜ਼ਗਾਰ ਵੀ ਮਿਲੇ, ਤੇ ਤੁਸੀਂ ਜਦੋਂ ਪਾਸ ਆਊਟ ਹੋ ਕੇ ਉੱਥੋਂ ਨਿਕਲੇ ਚੰਡੀਗੜ੍ਹ ਯੂਨੀਵਰਸਿਟੀ ਚੋਂ, ਫਿਰ ਤੁਹਾਨੂੰ ਆਪਣਾ ਭਵਿੱਖ ਕਿੱਦਾਂ ਲੱਗਾ ਕਿ ਥੀਏਟਰ ਕਰਨਾ ਹੈ, TV ਵੱਲ ਜਾਣਾ ਹੈ, ਉਹ ਕੀ ਔਕੜਾਂ ਆਈਆਂ, ਕਿੱਦਾਂ ਦਾ ਸੰਘਰਸ਼ ਕਰਨਾ ਪਿਆ? ਮੈਂ ਚਾਹਾਂਗਾ ਕਿ ਉਹ ਤੁਸੀਂ ਜ਼ਰੂਰ ਸਾਡੇ ਸਾਰੇ ਤੁਹਾਡੇ ਨਾਲ ਗੁਲਸ਼ਨ ਮੈਂ ਦੱਸਦੇ ਹਾਂ, ਇਸ ਵੇਲੇ ਅੰਮ੍ਰਿਤਸਰ ਤੋਂ ਕ੍ਰਿਸ਼ਨ ਦਵੇਸਰ ਹੋਰੀ ਜੁੜੇ ਹੋਏ ਨੇ ਪੰਡਤ ਜੀ, ਤੇ ਜਗਜੀਤ ਸਰੀਨ ਹੋਰੀ ਨੇ, ਪਵਨਦੀਪ ਅੰਮ੍ਰਿਤਸਰ ਤੋਂ ਆ, ਕੁਮਾਰ ਪਵਨਦੀਪ ਅਮਰੀਕਾ ਤੋਂ ਤੁਹਾਨੂੰ ਸੁਣਦੇ ਪਏ ਇਸ ਵੇਲੇ, ਤੇ ਡਾਕਟਰ SP ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਉਹ ਵੀ ਜੁੜੇ ਹੋਏ ਨੇ। ਹੋਰ ਬਹੁਤ ਸਾਰੇ ਦੋਸਤ ਨੇ ਜਿਹੜੇ ਤੁਹਾਡੀਆਂ ਗੱਲਾਂ ਸੁਣਦੇ ਪਏ ਨੇ। ਸੋ ਮੈਂ ਇਹ ਚਾਹਾਂਗਾ ਤੁਸੀਂ ਆਪਣੇ ਅਗਲੇ ਪੜਾਅ ਦੇ ਜਿਹੜੇ ਸੰਘਰਸ਼ ਦੀ ਗੱਲ ਹੈ ਉਹ ਸਾਡੇ ਨਾਲ ਸਾਂਝੀ ਕਰੋ। ਜਦੋਂ ਮੈਂ 91 ਚ ਪਾਸ ਆਊਟ ਕਰਕੇ ਨਿਕਲਿਆ ਤੇ ਉਦੋਂ ਮੇਰੇ ਵੱਲੋਂ ਜਿੰਨੇ ਵੀ ਸੁਣ ਰਹੇ ਨੇ ਔਰ ਦੇਖ ਰਹੇ ਨੇ ਸਾਰਿਆਂ ਨੂੰ ਜਿਹੜਾ ਮੈਂ ਕਹੂੰਗਾ ਇਸ ਵੇਲੇ ਤੋਂ ਤੇ ਸ਼ਾਮ ਦੇ 5 ਵਜੇ ਸਤਿ ਸ਼੍ਰੀ ਅਕਾਲ। ਸੋ ਪਵਨ ਮੇਰੇ ਬਹੁਤ ਵਧੀਆ ਦੋਸਤ ਰਹੇ ਨੇ ਜਿਨ੍ਹਾਂ ਨੇ ਮੈਨੂੰ ਆਤਮਜੀਤ ਨਾਲ ਬਣਾਇਆ, ਪਵਨਦੀਪ ਅੰਮ੍ਰਿਤਸਰ ਵਾਲੇ, ਔਰ ਮੈਂ ਤੇ ਜਿਹੜੇ ਆ ਕ੍ਰਿਸ਼ਨ ਦਵੇਸਰ ਜੀ ਨੇ ਅਸੀਂ ਕਾਫੀ ਚਲੋ ਮੈਂ 91 ਦੇ ਵਿੱਚ ਕੇਵਲ ਭਾਜੀ ਇੱਕ ਬਹੁਤ ਵੱਡੀ ਵੇਰਲੀ ਚੁਣੌਤੀ ਸੀ। ਮੈਨੂੰ ਉਦੋਂ ਤੱਕ ਬਹੁਤ ਚੀਜ਼ਾਂ ਸਮਝ ਆ ਚੁੱਕੀਆਂ ਸੀ। ਮੈਂ ਸੋਚਿਆ ਕਿ ਮੁੰਬਈ ਦੇ ਵਿੱਚ ਜਾ ਕੇ, ਉਦੋਂ ਤੱਕ ਕੋਈ ਪ੍ਰਾਈਵੇਟ ਚੈਨਲ ਨਹੀਂ ਹੁੰਦੇ ਸੀ, ਨੰਬਰ 1 ਤੇ ਦੂਰਦਰਸ਼ਨ ਸੀ, ਔਰ ਦੂਰਦਰਸ਼ਨ ਦੇ ਨਾਲ ਮੈਂ ਰੈਗੂਲਰ ਟੱਚ ਵਿੱਚ ਸੀ ਕਿਉਂਕਿ ਉੱਥੇ ਸਰਦਾਰ ਜੀ ਬਾਵਾ ਹੁੰਦੇ ਸੀ। ਔਰ ਇਸ ਤਰ੍ਹਾਂ ਮੈਂ 91 ਚ ਇਹ ਸੋਚਿਆ ਵੀ ਜੇ ਤਾਂ ਹੁਣ ਮੈਂ ਵੀ 2 ਚੀਜ਼ਾਂ ਮੇਰੇ ਸਾਹਮਣੇ ਆ। ਮੈਂ ਗੁਰਸ਼ਰਨ ਭਾਜੀ ਨਾਲ ਬਹੁਤ, ਮੈਨੂੰ ਬੜੀ ਸਾਰਿਆਂ ਨੂੰ ਬਹੁਤ ਇਹ ਕਰਦੇ ਮੁਹੱਬਤ ਕਰਦੇ ਸੀ। ਮੈਂ ਉਹਨੂੰ ਗੱਲ ਕਹੀ, ਕਹਿੰਦੇ ਗੁਰਸ਼ਰਨ ਤੇਰੀ ਕੀ ਪਲਾਨ ਹੈ? ਮੈਂ ਕਿਹਾ ਕਿ ਮੈਂ ਗੁਰਸ਼ਰਨ ਭਾਜੀ ਏਦਾਂ ਨਹੀਂ ਚਾਹੁੰਦਾ ਬਾਅਦ ਦੇ ਵਿੱਚ ਕਿ ਮੈਨੂੰ ਕੋਈ ਬੰਦਾ, ਮੈਂ ਤੁਹਾਡੇ ਕੋਲ ਸਿੱਖਿਆ, ਤੁਹਾਡੀ ਬਲੈਸਿੰਗ ਮੇਰੇ ਨਾਲ ਆ, ਪਰ ਮੈਨੂੰ ਜਦੋਂ ਬਾਹਰ ਨਿਕਲਾਂ ਮੈਨੂੰ ਕੋਈ ਏਦਾਂ ਆ ਕਹੇ ਵੀ ਇਹ ਬੰਦਾ ਉਹਦਾ ਆਰਟਿਸਟ ਹੈ, ਮੈਨੂੰ ਲੋਕ ਮੇਰੇ ਨਾਮ ਦੇ ਨਾਲ ਜਾਣ। ਤੋ ਇਹ ਮੇਰੀ ਇੱਛਾ ਹੈ। ਇਸ ਕਰਕੇ ਮੈਂ ਜਦੋਂ ਜਲੰਧਰ ਗਿਆ, ਜਲੰਧਰ ਜਾ ਕੇ ਮੇਰੇ ਲਈ ਦਰਵਾਜ਼ੇ ਖੁੱਲੇ ਸੀ, MA ਕਰਕੇ ਗਿਆ ਸੀ, ਉੱਥੇ ਮੈਂ ਬੇਸ਼ੁਮਾਰ ਕੰਮ ਕੀਤਾ, ਪੈਸੇ ਵੀ ਅੱਛੇ ਬਣਦੇ ਸੀ ਉੱਥੋਂ।
मतलब आर्थिक तौर ਤੇ ਵੀ ਠੀਕ ਹੋ ਗਿਆ, ਜ਼ਿੰਦਗੀ ਨੂੰ ਇੰਜੋਏ ਕਰਨਾ ਸ਼ੁਰੂ ਕਰ ਦਿੱਤਾ। ਮੈਂ ਜ਼ਿਆਦਾ ਜਿਹੜਾ ਗਰੁੱਪ ਬਣਾ ਕੇ ਪਿੰਡਾਂ ਦੇ ਵਿੱਚ ਜਾਣ 'ਚ ਮੈਂ ਕੋਈ ਝੂਠ ਨਹੀਂ ਬੋਲਦਾ, ਜ਼ਿਆਦਾ ਤਰਜੀਹ ਨਹੀਂ ਦਿੱਤੀ। ਨਾਲ ਮੈਂ ਇਹ ਸੋਚਿਆ ਵੀ ਹਾਂ ਇਹ ਕੰਮ ਮੈਂ ਜ਼ਰੂਰ ਕਰੂੰਗਾ ਕਿ ਅਲੱਗ-ਅਲੱਗ ਸਕੂਲਾਂ ਕਾਲਜਾਂ ਦੇ ਵਿੱਚ ਵਰਕਸ਼ਾਪਸ ਲਾ ਕੇ, ਇੱਕ ਯੂਥ ਫੈਸਟੀਵਲ ਲਈ ਵੀ ਸਾਰੇ ਕੰਮ ਕਰਦੇ ਆ, ਉਹ ਵੀ ਇੱਕ ਰੁਜ਼ਗਾਰ ਦਾ ਸਾਧਨ ਹੈ ਸਾਡੇ ਥੀਏਟਰ ਵਾਲਿਆਂ ਵਾਸਤੇ। ਬਿਲਕੁਲ। ਤੇ ਉਹ ਵੀ ਨਾਲ ਕਾਫੀ ਕੰਮ ਸੀ ਮੇਰੇ ਕੋਲ। ਸੋ ਉਸ ਤੋਂ ਬਾਅਦ 94 ਤੱਕ ਤਾਂ ਮੇਰੇ ਕੋਲ ਵੇਲ ਹੀ ਹੈ ਨਹੀਂ ਸੀ, ਜਿਹੜਾ ਦੂਰਦਰਸ਼ਨ ਤੋਂ ਵੀ ਵੇਲ ਹੈ ਨਹੀਂ ਸੀ। ਹਾਂ ਇਹ ਜ਼ਰੂਰ ਮੈਂ ਥੀਏਟਰ ਨੂੰ ਟੁੱਟਿਆ ਜ਼ਰੂਰ ਬਿਲਕੁਲ ਨਹੀਂ। ਉਹਨਾਂ ਦਿਨਾਂ ਦੇ ਵਿੱਚ ਕੋਈ ਪੰਜਾਬ ਸਰਕਾਰ ਦੀ ਸਕੀਮ ਸੀ ਜਿਹੜੀ ਆ, ਤੇ ਬਾਵਾ ਜੀ ਨੂੰ ਕਾਫੀ ਸ਼ੋਅਸ ਮਿਲੇ ਹੋਏ ਸੀ, ਸਰਦਾਰ ਜੀ ਬਾਵਾ ਉਹਨਾਂ ਨੂੰ, ਤੇ ਉਹਨਾਂ ਦਿਨਾਂ 'ਚ ਪਿੰਡਾਂ ਵਿੱਚ ਅਸੀਂ ਸ਼ੋਅਸ ਬਹੁਤ ਕੀਤੇ। ਸੋ ਨਾਟਕ ਸਾਰੇ ਆਲਮੋਸਟ ਇਹੀ ਹੁੰਦੇ ਸੀ ਜਿਹੜੇ ਗੁਰਸ਼ਰਨ ਭਾਜੀ ਵਾਲੇ ਆ। ਸੋ ਕਾਫੀ ਅਸੀਂ ਕੰਮ ਕੀਤਾ ਥੀਏਟਰ ਦੇ ਨਾਲ, ਪਰ ਮੈਂ ਆਪਣਾ ਗਰੁੱਪ ਬਣਾ ਕੇ ਕੁਝ ਵੀ ਨਹੀਂ ਐਸਾ ਕੀਤਾ ਕਿਉਂਕਿ ਮੇਰੇ ਕੋਲ ਦੂਰਦਰਸ਼ਨ ਤੋਂ ਟਾਈਮ ਨਹੀਂ ਹੁੰਦਾ ਸੀ। ਫਿਰ ਉਹ 2-3 ਸਾਲ ਵਧੀਆ ਨਿਕਲ ਗਏ ਜੀ। 94 'ਚ ਮੇਰੀ ਮੈਰਿਜ ਹੋ ਗਈ। ਉਸ ਤੋਂ ਬਾਅਦ ਅੱਗੇ 94 'ਚ ਮੈਨੂੰ ਜਿੱਥੋਂ ਤੱਕ ਯਾਦ ਹੈ ਕਿ ਪਹਿਲੀ ਵਾਰੀ ਪ੍ਰਾਈਵੇਟ ਟੀਵੀ ਆਏ, ਜ਼ੀ ਟੀਵੀ। ਉਦੋਂ ਤੱਕ ਪਹਿਲਾਂ ਕੁਝ ਵੀ ਨਹੀਂ ਹੈਗਾ ਸੀ। ਸੋ ਉਸ ਤੋਂ ਬਾਅਦ ਲੋਕਾਂ ਦਾ ਥੋੜਾ ਰੁਝਾਨ ਹੋਇਆ, ਪਰ ਮੇਰੇ ਉਹ 2-3 ਸਾਲ ਜਿਹੜੇ ਉਹ ਤੋਂ ਬਾਅਦ ਮਤਲਬ ਬਹੁਤੇ ਜਿੰਨਾ ਮੈਂ ਸੰਘਰਸ਼ ਪਿੱਛੇ ਕਰਕੇ ਆਇਆ ਸੀ, ਮੇਰਾ ਥੋੜਾ ਸੌਖਾ ਹੋ ਗਿਆ ਕਿਉਂਕਿ ਮੈਨੂੰ ਪੈਸੇ ਆਸਾਨੀ ਨਾਲ ਮਿਲਦੇ ਸੀ। ਬਤੌਰ ਐਕਟਰ ਮੈਂ ਰੱਜ ਕੇ ਕੰਮ ਕੀਤਾ ਦੂਰਦਰਸ਼ਨ ਦੇ ਵਿੱਚ। ਐਸਟੈਬਲਿਸ਼ਮੈਂਟ ਦੂਰਦਰਸ਼ਨ ਦੀ ਇੰਨੀ ਜ਼ਿਆਦਾ ਹੋਈ ਮੇਰੀ ਫੇਸ ਦੀ ਕਿ ਮੈਨੂੰ ਅੱਜ ਦੁਨੀਆ ਭਰ ਵਿੱਚ ਮੇਰਾ ਜਿਹੜੀ ਉਹ ਫੇਸ ਵੈਲਿਊ ਦੂਰਦਰਸ਼ਨ ਤੇ ਬਣੀ, ਮੈਨੂੰ ਇੱਥੇ ਤੱਕ ਕੰਮ ਆ ਰਹੀ ਆ। ਔਰ ਸ਼ਾਇਦ ਇਹਦਾ ਰੀਜ਼ਨ ਹੈ ਕਿ ਯੂਕੇ ਦੇ ਵਿੱਚ ਕੋਈ ਪਹਿਲਾ ਬ੍ਰੌਡਕਾਸਟਰ ਆ ਜਿਹਨੇ ਰੇਡੀਓ 24 ਘੰਟੇ FM ਦੇ ਉੱਪਰ ਆਪਣੇ ਨਾਂ ਤੇ ਚਲਾਇਆ। ਬਹੁਤ ਅੱਛਾ, ਵੈਰੀ ਨਾਈਸ। ਉਹਦਾ ਰੀਜ਼ਨ ਇਹ ਸੀ ਵੀ ਜਦੋਂ ਇੱਥੇ ਯੂਕੇ ਤੁਸੀਂ ਕਿਸੇ ਨੂੰ ਪੁੱਛੋਗੇ ਨਾ ਵੀ ਗੁਲਸ਼ਨ ਰੇਡੀਓ, ਨਾਂ ਨਹੀਂ ਕਹਿ ਦੇਣਗੇ ਗੁਲਸ਼ਨ ਢੀਂਗਰੇ ਵਾਲਾ। ਸੋ ਇਹ ਚੀਜ਼ਾਂ ਮੈਨੂੰ ਥੀਏਟਰ ਨੇ, ਮੈਂ ਐਵੇਂ ਮੁਨਕਰ ਨਹੀਂ ਹੋ ਸਕਦਾ, ਦੂਰਦਰਸ਼ਨ ਨੇ ਬਹੁਤ ਦਿੱਤੀਆਂ, ਪਰ ਮੈਂ ਥੀਏਟਰ ਜ਼ਰੂਰ ਕੀਤਾ ਨਾਲ। ਪਰ ਨਾਲ ਬਾਵਾ ਜੀ ਸੀ, ਜਾਂ ਜਦੋਂ ਕੋਈ ਪੇਡ ਸ਼ੋਜ਼ ਬਹੁਤ ਕਰਦੇ ਰਹੇ, ਜਦੋਂ ਵੀ ਕੋਈ ਏਦਾਂ ਸਕੀਮਸ ਆਉਂਦੀਆਂ ਨਹੀਂ, ਜਾਂ ਉੱਦਾਂ ਤੁਸੀਂ ਕੇਵਲ ਭਾਜੀ ਜ਼ਿਆਦਾ ਬਿਹਤਰ ਜਾਣਦੇ, ਜਦੋਂ ਜਿਨ੍ਹਾਂ 'ਚ ਗੁਰਪੁਰਬ ਆਉਂਦੇ ਆਪਾਂ ਸਾਰੇ ਬਹੁਤ ਸ਼ੋਅ ਕਰਦੇ। ਬਿਲਕੁਲ ਬਿਲਕੁਲ। ਕਾਲਜਾਂ ਵਿੱਚ ਉਹ ਸ਼ੋਅ ਸਾਰੇ ਬਹੁਤ ਵਧੀਆ ਚੱਲਦੇ ਰਹੇ। ਪਰ ਉਹਦੇ ਦੌਰਾਨ ਮੇਰੀ ਜ਼ਿੰਦਗੀ ਥੋੜੀ ਜਿਹੀ MA ਕਰਨ ਤੋਂ ਬਾਅਦ ਥੋੜੀ ਜ਼ਿੰਦਗੀ ਸੌਖੀ ਹੋ ਗਈ ਸੀ, ਮੈਨੂੰ ਕਈ ਤਰੀਕੇ ਸਮਝ ਆ ਗਏ। ਪਰ ਇੱਥੇ ਮੈਂ ਇਹ ਜ਼ਰੂਰ ਕਹਿਣਾ ਚਾਹੂੰਗਾ ਥੀਏਟਰ ਵਾਲਿਆਂ ਨੂੰ, ਕਿਉਂਕਿ ਜਿਵੇਂ ਕੇਵਲ ਭਾਜੀ ਤੁਸੀਂ ਅੱਗੇ ਲੈ ਕੇ ਗਏ ਗੁਰਸ਼ਰਨ ਭਾਜੀ ਦੀ ਕੰਪੇਨ ਨੂੰ ਅੱਗੇ ਚਲਾਉਂਦੇ ਹੋਏ, ਤੁਸੀਂ ਥੀਏਟਰ ਨੂੰ ਜਿਹੜਾ ਆਮ ਲੋਕਾਂ ਦਾ ਸਾਧਨ ਬਣਾਇਆ, ਆਮ ਲੋਕਾਂ ਦੇ ਮਨੋਰੰਜਨ ਦਾ ਸਾਧਨ ਬਣਾਇਆ। ਤੁਸੀਂ ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਦਿੱਤਾ। ਆਪਣੇ ਤਹਿਤ ਜਗ੍ਹਾ ਤੇ ਟੀਮਾਂ ਭੇਜ ਕੇ ਲੋਕਾਂ ਨੂੰ ਥੀਏਟਰ ਦੇ ਨਾਲ ਜੋੜਿਆ। ਸ਼ਾਇਦ ਇਸੇ ਕਰਕੇ ਅੱਜ ਅੰਮ੍ਰਿਤਸਰ ਦਾ ਬਹੁਤ ਵੱਡਾ ਯੋਗਦਾਨ ਹੈ ਫਿਲਮ ਇੰਡਸਟਰੀ ਨੂੰ ਵੀ। ਸਾਰੇ ਕਮੇਡੀਅਨ ਅੰਮ੍ਰਿਤਸਰ ਚੋਂ ਗਏ ਨੇ। ਸੋ ਅੰਮ੍ਰਿਤਸਰ ਅਸੀਂ ਮਾਣ ਮਹਿਸੂਸ ਕਰ ਸਕਦੇ ਹਾਂ ਕਿ ਅੰਮ੍ਰਿਤਸਰ ਨੇ ਥੀਏਟਰ ਜਗਤ ਨੂੰ ਇਸ ਵੇਲੇ ਬਹੁਤ ਕੁਝ ਦਿੱਤਾ, ਇਹ 'ਚ ਕੋਈ ਦੋ ਰਾਵਾਂ ਨਹੀਂ। ਸੋ ਅੰਮ੍ਰਿਤਸਰ ਨਾਲ ਮੇਰਾ ਬਹੁਤ ਨਾਤਾ, ਤੁਸੀਂ ਪਿਆਰ, ਦੋਸਤ ਪਿਆਰ, ਮਿੱਤਰ, ਸਾਰਾ ਕੁਝ ਹੀ ਬਹੁਤ ਮਿਲਦਾ ਰਿਹਾ। ਸੋ ਮੈਂ ਇਹ ਜ਼ਰੂਰ ਰੱਖਿਆ। ਮੈਂ ਇਹ ਬੇਨਤੀ ਕਰੂੰਗਾ ਥੀਏਟਰ ਵਾਲੇ ਰੰਗਕਰਮੀਆਂ ਨੂੰ, ਜਿੱਦਾਂ ਕੇਵਲ ਭਾਜੀ ਤੁਸੀਂ ਆ, ਨਹੀਂ ਤੇ ਕਈ ਵਾਰੀ ਥੀਏਟਰ ਵਾਲੇ, ਮੈਂ ਇਹ ਗੱਲ 'ਚ ਮੈਨੂੰ ਕੋਈ ਗਰੇਜ਼ ਨਹੀਂ, ਮੈਂ ਚੰਡੀਗੜ੍ਹ ਪੜ੍ਹਦੇ ਵੀ ਇਹ ਕਹਿੰਦਾ ਹੁੰਦਾ ਸੀ, ਮੈਂ ਕਿਹਾ ਅਸੀਂ ਥੀਏਟਰ ਸਿੱਖ ਕੇ ਯਾਰ ਏਦਾਂ ਨਾ ਬਣ ਜਾਈਏ ਵੀ ਅਸੀਂ ਸਾਡੇ ਵਰਗਾ ਬੰਦਾ ਕੋਈ ਹੈ ਹੀ ਨਹੀਂ ਸਿਆਣਾ, ਤੇ ਅਸੀਂ ਹਮ ਤੋਂ ਜੀ ਅਲੱਗ ਸੇ ਹੀ ਹੋਤੇ हैं। ਅਸੀਂ ਸਮਾਜ ਦੇ ਨਾਲ ਜੁੜੀਏ, ਉਹਨਾਂ ਦੇ ਵਿੱਚ ਵਿਚਰੀਏ। ਸੋ ਉਹਨਾਂ ਦੀਆਂ ਗੱਲਾਂ ਨੂੰ ਚੱਕ ਕੇ ਉਹਨਾਂ ਨੂੰ ਹਲਕਾ ਫੁਲਕਾ ਐਂਟਰਟੇਨਮੈਂਟ ਦੇ ਕੇ ਉਹਨਾਂ ਨੂੰ ਨਾਲ ਜੋੜੀਏ, ਫਿਰ ਅਸੀਂ ਲੋਕ ਜ਼ਿਆਦਾ ਬਿਹਤਰ। ਜੇ ਮੈਂ ਠੀਕ ਹੋਵਾਂ। ਬਿਲਕੁਲ ਬਿਲकुल ਨਹੀਂ, ਬਹੁਤ ਖੂਬਸੂਰਤ ਗੱਲ ਕਹੀ ਹੈ ਤੁਸੀਂ ਗੁਲਸ਼ਨ, ਕਿ ਇਹ ਸਾਡਾ ਮਕਸਦ ਅਸਲ ਵਿੱਚ ਇਹੀ ਹੋਏਗਾ ਕਿ ਅਸੀਂ ਸਮਾਜ ਦੇ ਨਾਲ ਕਿੱਦਾਂ ਜੁੜਨਾ ਹੈ। ਇਹ ਤੁਸੀਂ ਬਹੁਤ ਲੰਮਾ ਸਮਾਂ ਦੂਰਦਰਸ਼ਨ ਤੇ ਗੁਲਸ਼ਨ ਕੰਮ ਕੀਤਾ ਵਾ, ਕਿਉਂਕਿ ਬਹੁਤ ਜਿਵੇਂ ਤੁਸੀਂ ਗੱਲਾਂ 'ਚ ਵੀ ਦੱਸਿਆ, ਅਸੀਂ ਵੇਖਦੇ ਵੀ ਰਹੇ ਤੁਹਾਡੇ ਕੰਮ ਨੂੰ ਵੀ। ਤੁਸੀਂ ਇੱਕ ਕਿਸਮ ਦਾ ਕਹਿ ਲਓ ਕਿ ਵੈਰਾਈਟੀ ਆਫ ਥੀਏਟਰ ਐਕਸਪੀਰੀਅੰਸ ਹੈ ਤੁਹਾਡੇ ਕੋਲ, ਕਿ ਤੁਸੀਂ ਦੂਰਦਰਸ਼ਨ ਤੇ ਕੰਮ ਕੀਤਾ, ਤੁਸੀਂ ਯੂਥ ਫੈਸਟੀਵਲ ਲਈ ਕੰਮ ਕੀਤਾ, ਤੁਸੀਂ ਸਕੂਲਾਂ ਕਾਲਜਾਂ 'ਚ ਕੰਮ ਕੀਤਾ, ਤੁਸੀਂ ਯਾਨੀ ਸਰਦਾਰਜੀਤ ਬਾਵਾ ਹੋਰਾਂ ਦੇ ਨਾਲ ਇੱਕ ਪ੍ਰੋਫੈਸ਼ਨਲੀ ਉਹਨਾਂ ਦੇ ਨਾਲ ਕੰਮ ਕੀਤਾ, ਉਹਨਾਂ ਦੇ ਨਾਲ ਨਾਟਕ ਕਰਦੇ ਰਹੇ, ਪਿੰਡਾਂ 'ਚ ਕੀਤੇ, ਸ਼ਹਿਰਾਂ ਵਿੱਚ ਕੀਤੇ, ਤੁਸੀਂ ਟ੍ਰੇਨਿੰਗ ਲਈ ਡਿਪਾਰਟਮੈਂਟ ਤੋਂ। ਸੋ ਇਸ ਤਰ੍ਹਾਂ ਦਾ ਕਾਫੀ ਸਾਰਾ ਅਲੱਗ-ਅਲੱਗ ਜਿਹੜਾ ਥੀਏਟਰ ਦੇ ਰੂਪ ਨੇ ਉਹ ਤੁਸੀਂ ਸਾਰੇ ਹੰਢਾਏ ਕਹਿ ਲਓ। ਪਰ ਜਿਹੜਾ ਤੁਹਾਡਾ ਦੂਰਦਰਸ਼ਨ ਵਾਲਾ ਪੀਰੀਅਡ ਸੀ, ਮੈਂ ਚਾਹੁੰਦਾ ਉਹਦੇ ਬਾਰੇ ਥੋੜਾ ਜਿਹਾ ਹੋਰ ਸਾਡੇ ਨਾਲ ਸਿਰਫ ਦੂਰਦਰਸ਼ਨ ਵਾਲੇ ਪੀਰੀਅਡ ਦੀ ਸਾਂਝ ਪਾਓ, ਤਾਂ ਕਿ ਕਿਉਂਕਿ ਹੁਣ ਵੀ ਬਹੁਤ ਸਾਰੇ
ਇੱਕ ਦੌਰ ਦੂਰਦਰਸ਼ਨ ਦਾ ਬੜਾ ਕਹਿ ਲਓ 골ਡਨ ਪੀਰੀਅਡ ਸੀ ਸ਼ਾਇਦ, ਜਿਹੜਾ ਸਮਾਂ ਤੁਸੀਂ ਜਾਂ ਤੁਹਾਡੇ ਤੋਂ ਪਹਿਲੇ ਜਦੋਂ ਜਤਿੰਦਰ ਜੱਬਲ ਹੁਰੀ ਔਰ ਹਰਜੀਤ ਭਾਜੀ ਦੇ ਸੀਰੀਅਲ ਬਹੁਤ ਸਾਰੇ, ਉਹ ਇੱਕ ਬੜਾ 골ਡਨ ਪੀਰੀਅਡ ਸੀਗਾ ਜਿਹੜਾ ਕਿ ਹੁਣ ਦੇ ਸਮਿਆਂ ਵਿੱਚ ਨਹੀਂ ਹੈ। ਹੁਣ ਇੱਕ ਉਮੀਦ ਵੱਜਦੀ ਹੈ, ਹੁਣ ਤੋਂ ਫੇਰ ਸਾਡੇ ਇੱਕ ਦੋਸਤ ਜਿਹੜੇ ਫੇਰ ਤੋਂ ਆਏ ਨੇ ਉੱਥੇ, ਤੇ ਉਹਨਾਂ ਨੇ ਉਹ ਵੀ ਇੰਡੀਅਨ ਥੀਏਟਰ ਤੋਂ ਪਾਸ ਆਊਟ ਨੇ, ਤੇ ਉਹ ਹੁਣ ਇਸ ਵੇਲੇ ਪ੍ਰੋਡਿਊਸਰ ਨੇ ਉੱਥੇ, ਡਾਇਰੈਕਟਰ ਨੇ। ਮੈਂ ਚਾਹੁੰਦਾ ਕਿ ਆਪਣੇ ਸਮਿਆਂ ਦੀਆਂ ਕੁਝ ਦੂਰਦਰਸ਼ਨ ਦੀਆਂ ਪੇਸ਼ਕਾਰੀਆਂ ਦੀਆਂ ਯਾਦਾਂ ਜਿਹੜੀਆਂ, ਔਰ ਜਿਹਦੇ ਵਿੱਚ ਤੁਹਾਡਾ ਅੰਦਰਲਾ ਐਕਟਰ ਸੈਟੀਸਫਾਈ ਹੋਇਆ ਹੋਵੇ ਕਿ ਇਹ ਕੰਮ ਕਰਕੇ ਮੈਨੂੰ ਬੜੀ ਖੁਸ਼ੀ ਮਿਲੀ, ਮੈਂ ਚਾਹੁੰਦਾ ਉਹਨਾਂ ਦੀ ਥੋੜੀ ਜਿਹੀ ਕੁਝ ਗੱਲ ਕਰੋ ਤੁਸੀਂ। ਦੂਰਦਰਸ਼ਨ ਦੇ ਵਿੱਚ ਜਦੋਂ ਮੈਂ ਬਾਬਾ ਜੀ ਦੇ ਨਾਲ ਗੱਲ ਕਰਦੇ ਇਹ ਸੀ ਕਿ ਮੈਂ ਮਤਲਬ ਪੋਲੀਟੀਕਲ ਬੜੀ ਓਪਨ ਜੀ ਗੱਲ, ਮੈਂ ਕਿਸੇ ਗਰੁੱਪ ਵਿੱਚ ਨਹੀਂ ਰਿਹਾ, ਮੈਂ ਸਾਰਿਆਂ ਲਈ ਕੰਮ ਕਰਦਾ ਸੀ। ਫਿਰ ਮੇਰੀ ਇੱਕ ਬਹੁਤ ਅੱਛੇ ਸਾਹਿਤਕਾਰ ਦੇ ਨਾਲ ਇੱਕ ਪਰਿਵਾਰਕ ਸਾਂਝ ਪੈ ਗਈ, ਜਸਵੰਤ ਦੀਦ ਨਾਲ ਜੀ। ਜਸਵੰਤ ਦੀਦ ਹੁਣੀ 2 ਪਲੇ ਕਰਦੇ ਹੁੰਦੇ ਸੀ, ਇੱਕ ਸੁਖਨ ਜਿਨ੍ਹਾਂ ਦੇ ਪੱਲੇ ਔਰ ਇੱਕ ਪ੍ਰੋਗਰਾਮ ਹੁੰਦਾ ਸੀ ਸੁਖਨ ਸਾਜ਼ ਕੁਛ ਕਰਕੇ। ਸੋ ਇਹਦੇ ਵਿੱਚ ਕੀ ਹੁੰਦਾ ਸੀ ਕਿ ਇੱਕ ਪ੍ਰੋਗਰਾਮ ਦੇ ਵਿੱਚ ਕੇਵਲ ਭਾਜੀ ਜਿਹੜੇ ਪੰਜਾਬ ਦੇ ਪ੍ਰੋਮੀਨੈਂਟ ਕਹਾਣੀਕਾਰ ਦੀਆਂ ਕਹਾਣੀਆਂ ਨੂੰ ਅਸੀਂ ਜਿਹੜਾ ਹੈ ਉਹ ਫਿਕਸ਼ਨ 'ਚ ਕਰਦੇ ਹੁੰਦੇ ਸੀ। ਸੋ ਮਿਸਾਲ ਦੇ ਤੌਰ ਤੇ ਅਮਰਤਾ ਪ੍ਰੀਤਮ ਦੀਆਂ ਕਹਾਣੀਆਂ ਔਰ ਦਲੀਪ ਕੌਰ ਟਿਵਾਣਾ ਦੀਆਂ ਕਹਾਣੀਆਂ ਔਰ ਇਸ ਤਰ੍ਹਾਂ ਹੋਰ ਬਹੁਤ ਸਾਰੇ ਜਿਹੜੇ ਗੁਲਜ਼ਾਰ ਸਿੰਘ ਸੰਧੂ ਸਾਹਿਬ ਹੋ ਗਏ, ਇਹਨਾਂ ਦੀਆਂ ਕਹਾਣੀਆਂ ਵਿੱਚ ਜਿਹੜੀਆਂ ਦੀਦ ਸਾਹਿਬ ਦੀਆਂ ਕਹਾਣੀਆਂ ਸੀ ਔਰ ਜਿਹੜੀਆਂ ਖਾਸ ਕਰ ਸਾਹਿਤਕਾਰਾਂ ਦੀਆਂ ਲਿਖੀਆਂ ਸੀ, ਜਿਹੜੇ ਕਹਾਣੀਕਾਰ ਬਹੁਤ ਡੈਪਥ ਵਿੱਚ ਲਿਖਦੇ, ਤਕਰੀਬਨ 70-80 ਕਹਾਣੀਆਂ ਦੇ ਵਿੱਚ ਮੈਂ ਆਪ ਹੀ ਮੇਨ ਰੋਲ ਕੀਤਾ। ਉਹਨਾਂ ਦੇ ਵਿੱਚ ਮੇਰੀ ਸੋਚ, ਮੇਰਾ ਨਜ਼ਰੀਆ ਬਹੁਤ ਬਦਲਿਆ। ਉਹ ਇੰਨਾ ਵੰਡਰਫੁਲ ਸੀ ਜਦੋਂ ਅਸੀਂ ਕਰਨ ਜਾਂਦੇ ਸੀ। ਇੱਕ ਤਾਂ ਚੰਗਾ ਗੱਲ ਇਹ ਹੁੰਦੀ ਸੀ ਵੀ ਕਹਾਣੀਕਾਰ ਆਪ ਮੁੱਖ ਕਿਰਦਾਰ ਹੁੰਦਾ ਸੀ, ਕਿਉਂਕਿ ਜਿਹੜਾ ਕਹਾਣੀਕਾਰ ਨੇ ਕਿਰਦਾਰ ਸੋਚ ਕੇ ਲਿਖਿਆ ਹੁੰਦਾ ਉਹ ਦੇਖਣਾ ਚਾਹੁੰਦਾ ਹੁੰਦਾ ਸੀ ਮੇਰੇ ਇਸ ਕਿਰਦਾਰ ਨੂੰ ਕਿਹੜਾ ਐਕਟਰ ਨਿਭਾ ਰਿਹਾ। ਸੋ ਮੈਨੂੰ ਇਹ ਸੁਭਾਗ ਪ੍ਰਾਪਤ ਹੋਇਆ ਕਿ ਮੈਂ ਮੈਡਮ ਅਮਰਤਾ ਪ੍ਰੀਤਮ ਦੇ ਘਰ ਵੀ ਗਿਆ। ਤਕਰੀਬਨ ਸਾਰੇ ਕਹਾਣੀਕਾਰਾਂ ਦੇ ਘਰ ਨੂੰ ਜਾਣ ਦਾ ਮੌਕਾ ਮਿਲਿਆ। ਫਿਰ ਸਾਰੇ ਕਹਾਣੀਕਾਰ, ਫਿਰ ਇੱਕ ਪ੍ਰੋਗਰਾਮ ਕਵੀਆਂ ਦਾ, ਮੇਰਾ ਫੀਲਡ ਨਹੀਂ ਸੀ, ਚਲੋ ਸਿਮਿਲਰ ਆ, ਇਹ ਕਵੀਆਂ ਦੇ ਜਿੰਨੇ ਆਉਂਦੇ ਹੁੰਦੇ ਸੀ ਉਹ ਮੈਂ ਅਸਿਸਟ ਕਰਦਾ ਸੀ। ਸਾਰੇ ਕਵੀਆਂ ਨਾਲ ਮੇਰਾ ਬਹੁਤ ਸਾਂਝ ਸੀ ਔਰ ਵਿੱਚ ਇਹਨਾਂ ਪ੍ਰੋਗਰਾਮਾਂ ਦੀ ਜਿਹੜੀ ਹੋਸਟ ਕਰਦੇ ਹੁੰਦੇ ਸੀ ਡਾਕਟਰ ਸਤੀਸ਼ ਵਰਮਾ ਜੀ ਪਟਿਆਲੇ ਵਾਲੇ ਜੀ। ਸੋ ਇਹਨਾਂ ਨਾਲ ਇਹ ਸਾਰੇ ਸਾਹਿਤਕਾਰ ਕਵੀਆਂ ਨਾਲ ਰਹਿ ਕੇ ਦੂਰਦਰਸ਼ਨ ਤੋਂ ਮੈਨੂੰ ਜਿਹੜੀ ਪਹਿਲਾਂ ਥੀਏਟਰ ਵਿੱਚ ਪੋਸੀਬਲ ਨਹੀਂ ਸੀ, ਜੇ ਮੈਂ ਸ਼ੋਜ਼ ਕਰਦਾ ਸੀ, ਜਿੰਨੇ ਪ੍ਰੋਮੀਨੈਂਟ ਬੰਦੇ ਸੀ, ਜਿੰਨੇ ਕਵੀ ਸੀ, ਜਿੰਨੇ ਕਹਾਣੀਕਾਰ ਸੀ, ਇਹਨਾਂ ਨਾਲ ਮੇਰੀ ਬਹੁਤ ਨਜ਼ਦੀਕੀ ਤੋਂ ਸਾਂਝ ਪੈ ਗਈ। ਸੋ ਇਹਨਾਂ ਨਾਲ ਮੈਂ ਜਿੰਨੇ ਸਾਲ ਕੰਮ ਕੀਤਾ। ਔਰ ਦੂਸਰਾ, ਬਹੁਤ ਸਾਰੀਆਂ ਡਾਕੂਮੈਂਟਰੀਆਂ ਸੀ, ਪਰਮਾਤਮਾ ਨੇ ਮੈਨੂੰ ਇੱਕ ਵੌਇਸ ਦੇ ਕੇ ਨਿਵਾਸਿਆ ਸੀ ਔਰ ਮੈਂ ਬਹੁਤੀਆਂ ਡਾਕੂਮੈਂਟਰੀਆਂ ਪਿੱਛੇ ਵੌਇਸ ਓਵਰ ਕਰਦਾ ਸੀ ਨਾਲ ਦੂਰਦਰਸ਼ਨ। ਜਦੋਂ ਡਾਕੂਮੈਂਟਰੀ ਬਣਦੀ ਤੇ ਵੌਇਸ ਮੈਂ ਦਿੰਦਾ ਹੁੰਦਾ ਸੀ ਪਿੱਛੇ। ਸੋ ਉਹਨਾਂ ਦਿਨਾਂ ਦੇ ਵਿੱਚ ਸਭ ਤੋਂ ਵੱਧ ਵੌਇਸ ਮੈਂ ਬਹੁਤ ਸਾਰੀਆਂ ਡਾਕੂਮੈਂਟਰੀ ਵੌਇਸ ਦਿੱਤੀਆਂ। ਇੱਕ ਮੈਨੂੰ ਅੱਜ ਵੀ ਯਾਦ ਆ ਕੁਝ ਕਹਾਣੀਆਂ ਜਿਹੜੀਆਂ ਆ, ਇੱਕ ਕਹਾਣੀ ਪਟਿਆਲੇ ਤੋਂ ਸੀ, ਮੇਰਾ ਕੱਲੋ ਦਲੀਪ ਕੌਰ ਟਿਵਾਣਾ ਦੀ ਲਿਖੀ ਕਹਾਣੀ ਸੀ। ਉਹ ਕਹਾਣੀ ਦਾ ਨਾਂ ਸੀ ਦੁੱਖ ਨਿਵਾਰਨ। ਔਰ ਇੱਕ ਪ੍ਰੇਮ ਪ੍ਰਕਾਸ਼ ਸੀ ਕਹਾਣੀਕਾਰ, ਉਹ ਅਵਾਰਡ ਵਿਨਰ ਵੀ ਆ, ਉਹਨਾਂ ਦੀ ਕਹਾਣੀ ਸੀ ਇੱਕ ਮਾੜਾ ਬੰਦਾ। ਸੋ ਮੈਨੂੰ ਬਹੁਤ ਕਹਾਣੀਆਂ, ਫਿਰ ਬਾਬਾ ਜੀ ਨਾਲ ਪੈਟਰੋਟਿਕ, ਥੈਂਕ ਯੂ ਮਿਸਟਰ ਗਲਾਡ। ਸੋ ਜਿਹੜੀਆਂ ਕਹਾਣੀਆਂ ਵਾਲਾ ਦੌਰ ਰਿਹਾ ਜੀ, ਕਹਾਣੀ ਅੱਧੇ ਘੰਟੇ ਦੀ ਹੁੰਦੀ ਸੀ ਔਰ ਉਹਦੇ ਵਿੱਚ ਜ਼ਿਆਦਾ ਕਹਾਣੀਆਂ ਉਹ ਸੀ ਜਿਹੜੀਆਂ ਇੱਕ ਕਿਰਦਾਰ ਬੇਸ, ਉਹ ਕਹਾਣੀਆਂ ਬਹੁਤ ਜ਼ਿਆਦਾ ਕਰਨ ਦੇ ਨਾਲ ਮੈਨੂੰ ਨਿੱਜੀ ਤੌਰ ਤੇ ਮੇਰੀ ਸੋਚ ਵੀ ਬਦਲੀ, ਕਹਾਣੀਆਂ ਦਾ ਪ੍ਰਭਾਵ ਵੀ ਪਿਆ। ਮੈਂ ਉਹ ਦੂਰਦਰਸ਼ਨ ਦਾ ਕਦੀ ਦੇਣਾ ਨਹੀਂ ਦੇ ਸਕਦਾ ਜਿਹੜੀਆਂ ਉਹ ਚੀਜ਼ਾਂ ਤੁਸੀਂ ਇੱਕ ਐਕਟਰ ਜਾਂਦਾ ਪੈਸੇ ਕਮਾਉਣ, ਇੱਕ ਐਕਟਰ ਕਿਰਦਾਰ ਨੂੰ ਜਿਉਣ ਜਾਂਦਾ। ਸੋ ਮੈਂ ਉਸ ਵੇਲੇ ਕਹਿਣ ਲੱਗ ਪਿਆ ਸੀ, ਮੈਂ ਕਿਹਾ ਜੀ ਸਾਹਿਬ ਮੈਂ ਇੰਨੇ ਕਿਰਦਾਰ ਜੀ ਲਏ, ਮੇਰਾ ਹੁਣ ਹੋਰ ਕੋਈ ਕਿਰਦਾਰ ਨਹੀਂ ਲੱਗਦਾ, ਮੇਰਾ ਆਪਣਾ ਕਿਰਦਾਰ ਰਿਹਾ ਹੀ ਨਹੀਂ। ਇੰਨਾ ਮਤਾ ਲਿਆ। ਕਿਆ ਗੁਲਸ਼ਨ, ਜਦੋਂ ਤੁਸੀਂ ਇੰਨਾ ਕੁਝ ਸਾਰਾ ਇੱਥੇ ਕਰ ਰਹੇ ਸੀ, ਸਾਰਾ ਇੰਨਾ ਖੂਬਸੂਰਤ ਕੰਮ ਕੀਤਾ, ਬੜੇ ਸੋਹਣੇ ਤਜਰਬੇ ਆ ਤੁਹਾਡੇ। ਇਸ ਤੋਂ ਪਹਿਲਾਂ ਕਿ ਬਾਕੀ ਦੋਸਤ ਕੋਈ ਸਵਾਲ ਲੈ ਕੇ ਆਉਣ, ਮੈਂ ਤੁਹਾਡੀ ਅਗਲੀ ਜਰਨੀ ਬਾਰੇ ਜਾਣਨਾ ਚਾਹਾਂਗਾ। ਸਾਡੇ ਨਾਲ ਡਾਕਟਰ ਸਾਹਿਬ ਸਿੰਘ ਵੀ ਤੁਹਾਨੂੰ ਸੁਣਦੇ ਪਏ ਆ, ਦੇਖਦੇ ਪਏ ਆ, ਉਹ ਵੀ ਜੁੜੇ ਹੋਏ ਨੇ। ਤੇ ਮੈਂ ਚਾਹਾਂਗਾ ਕਿ ਇਸ ਤੋਂ ਫਿਰ ਤੁਸੀਂ ਕਿੱਦਾਂ ਇਹ ਫੈਸਲਾ ਲਿਆ ਕਿ ਮੈਂ ਹੁਣ ਇੰਗਲੈਂਡ ਜਾ ਕੇ ਵੀ ਉੱਥੇ ਸ਼ਿਫਟ ਹੋ ਜਾ, ਵੀ ਇੱਕ ਇੰਨਾ ਕ੍ਰੀਏਟਿਵ ਬੰਦਾ, ਇੰਨੇ ਕਿਰਦਾਰ ਜੀਣ ਵਾਲਾ, ਇੰਨਾ ਵਧੀਆ ਕੰਮ ਕਰਨ ਵਾਲਾ, ਪਰਪੱਕ, ਤੇ ਉਹ ਫਿਰ ਇੰਗਲੈਂਡ ਦੇ ਵਿੱਚ ਆਪਣੇ ਕਿਵੇਂ ਸ਼ਿਫਟ ਹੋ ਗਏ ਤੁਸੀਂ? ਜ਼ਿੰਦਗੀ ਦੇ ਵਿੱਚ
ਮੈਂ 2-3 ਚੀਜ਼ਾਂ ਸਿੱਖੀਆਂ ਸੀ ਵੀ ਇੱਕ ਤਾਂ ਜ਼ਿੰਦਗੀ ਵਿੱਚ ਜਦੋਂ ਤੁਸੀਂ ਬਦਲਾਵ ਲਿਆਉਣਾ, ਜਿਹੜੀ ਤਬਦੀਲੀ ਹੈ ਬਹੁਤ ਮੁਸ਼ਕਲ ਹੁੰਦੀ ਹੈ। ਉਹ ਕਈ ਵਾਰੀ ਤਕਲੀਫ ਦੇ ਵੀ ਹੁੰਦੀ ਆ, ਔਰ ਕਈ ਵਾਰੀ ਜਿਹੜੀ ਆ ਤਬਦੀਲੀ ਆ ਉਹ ਬਾਅਦ ਚ ਜਦੋਂ ਆਪਾਂ ਕੋਈ ਵੈਸੇ ਵੀ ਸਮਾਜਿਕ ਤੌਰ ਤੇ ਜਦੋਂ ਕੋਈ ਕ੍ਰਾਂਤੀ ਆਉਂਦੀ, ਪਹਿਲਾਂ ਲੋਕਾਂ ਨੂੰ ਉਹ ਤਕਲੀਫ ਦਿੰਦੀ ਹੈ। ਬਿਲਕੁਲ। ਜੋ ਉਹਦੇ ਰਿਜ਼ਲਟ ਚੰਗੇ ਨਿਕਲ ਆਉਂਦੇ ਆ। ਜਦੋਂ ਮੈਂ ਕਰਦੇ 97 ਚ ਮੇਰੀ ਸ਼ੁਰੂਆਤ ਹੋਈ ਸੀ। 97 ਤੋਂ ਲੈ ਕੇ ਮੈਨੂੰ ਇਸ ਤਰ੍ਹਾਂ ਦੂਰਦਰਸ਼ਨ ਤੇ ਦੇਖਦੇ ਕਿਸੇ ਬੰਦੇ ਨੇ ਕਿਹਾ ਵੀ ਤੁਸੀਂ ਅਮਰੀਕਾ ਸਾਡੇ ਸ਼ੋਅ ਹੋਸਟ ਕਰਨੇ ਆ। ਸੋ ਉਦੋਂ ਲੋਕ ਸਾਨੂੰ ਆਪਣੇ ਮਫਾਦ ਲਈ ਹੋਸਟ ਕਰਨ ਵਾਸਤੇ ਲੈ ਜਾਂਦੇ ਸੀ ਬਾਹਰ। ਮੈਂ ਸਾਰੇ ਪਾਸੇ ਘੁੰਮਦੇ ਘੁਮਾਉਂਦੇ ਕਾਫੀ ਸਫ਼ਰ ਕਰਦੇ ਦੁਨੀਆ ਦਾ। ਅਖੀਰ ਤੇ ਮੈਨੂੰ ਜਦੋਂ ਯੂਕੇ ਮੈਂ ਆਉਣਾ ਸ਼ੁਰੂ ਕੀਤਾ, ਯੂਕੇ ਦੇ ਵਿੱਚ ਦੇਖੋ ਮੈਂ ਨਾਲ ਡਾਇਰੈਕਸ਼ਨ ਕਰਦਾ ਸੀ ਗਾਣਿਆਂ ਦੀ। ਇੱਕ ਟਾਈਮ ਇਦਾਂ ਦਾ ਆ ਗਿਆ, ਜਿਵੇਂ ਤੁਸੀਂ ਜ਼ਿਕਰ ਕੀਤਾ, ਇੱਕ ਟਾਈਮ ਇਦਾਂ ਦਾ ਆ ਗਿਆ ਕਿ ਦੂਰਦਰਸ਼ਨ ਵੀ ਪ੍ਰਾਈਵੇਟ ਹੋਣ ਲੱਗ ਪਿਆ। ਐਕਟਰਾਂ ਦਾ ਕੰਮ ਘਟ ਗਿਆ। ਪੰਜਾਬੀ ਫਿਲਮ ਇੰਡਸਟਰੀ ਵਿੱਚ ਉਦੋਂ ਇੰਨੀ ਆਕਸੀਜਨ ਹੈ ਨਹੀਂ ਸੀ। ਅਸੀਂ ਆਪਣਾ ਮੌਕਾ ਦੇਖ ਕੇ, ਕਿਉਂਕਿ ਫੈਮਿਲੀ ਵਾਲੇ ਸੀ, ਮੌਕਾ ਦੇਖ ਕੇ ਆਪਣਾ ਥੋੜਾ ਜਿਹਾ ਸਿੱਖਿਆ ਸੀ, ਡਾਇਰੈਕਸ਼ਨ 'ਚ ਚਲੇ ਗਏ। ਸੋ ਕਰਦੇ ਕਰਾਉਂਦੇ ਜੀ ਅਮਰੀਕਾ ਕੈਨੇਡਾ ਇੱਧਰ ਉੱਧਰ ਕਰਕੇ ਜਿਹੜੇ ਸ਼ੋਅ ਹੋਸਟ ਕਰਨ ਆਉਂਦੇ ਹੁੰਦੇ ਸੀ। ਯੂਕੇ ਦੇ ਵਿੱਚ ਮੈਂ ਬਹੁਤ ਜ਼ਿਆਦਾ ਜਿਹੜੀ ਮਤਲਬ ਆਈ ਵਾਸ ਦਾ ਫਸਟ ਪਰਸਨ, ਕੇਵਲ ਭਾਜੀ ਮੈਂ ਦੱਸਦਾ ਜਾਵਾਂ, ਜਲੰਧਰ ਦੂਰਦਰਸ਼ਨ ਦੇ ਇਤਿਹਾਸ ਵਿੱਚ ਵੀ ਗੱਲ ਲਿਖੀ ਜਾਊਗੀ ਜਿਹਨੇ ਪਹਿਲੀ ਵਾਰੀ ਇਮੀਗ੍ਰੇਸ਼ਨ ਅਵੇਅਰਨੈਸ ਤੇ, ਕਿਉਂਕਿ ਪੰਜਾਬ ਦਾ ਨੌਜਵਾਨ ਟਰੈਵਲ ਏਜੰਟਾਂ ਦਾ ਬਹੁਤ ਸ਼ਿਕਾਰ ਸੀ। ਬਿਲਕੁਲ। ਮੈਂ ਥੀਏਟਰ ਨਾਲ ਹੀ ਨਹੀਂ ਜੁੜਿਆ ਰਿਹਾ, ਆਲੇ ਦੁਆਲੇ ਵੀ ਥੋੜਾ, ਕਿਉਂਕਿ ਥੀਏਟਰ ਵਾਲਾ ਸਾਰੇ ਪਾਸੇ ਧਿਆਨ ਰੱਖਦਾ। ਜੇ ਅਸੀਂ ਦੱਸਦੇ ਹਾਂ ਇਹ ਸਭ ਚੀਜ਼ਾਂ ਨੂੰ ਅਵੇਅਰ ਕਰ, ਤੇ ਮੈਂ ਦੂਰਦਰਸ਼ਨ ਦੇ ਆਈ ਵਾਸ ਦਾ ਫਸਟ ਪਰਸਨ ਜਿਹਨੇ ਇਮੀਗ੍ਰੇਸ਼ਨ ਅਵੇਅਰਨੈਸ ਤੇ ਪ੍ਰੋਗਰਾਮ ਦੂਰ ਇੱਥੋਂ ਲੰਡਨ ਤੋਂ ਸ਼ੂਟ ਕਰਕੇ ਉੱਥੇ ਦੇ ਲੋਕਾਂ ਨੂੰ ਜ਼ਿੰਦਗੀ ਦਿਖਾਉਣਾ ਹੁੰਦਾ ਸੀ ਵੀ ਇੱਥੇ ਲੋਕਾਂ ਦੀ ਕੱਚੇ ਬੰਦਿਆਂ ਦੀ ਜ਼ਿੰਦਗੀ ਕੀ ਹੈ। ਫਿਰ ਇੱਥੇ ਮੈਂ ਬਹੁਤ ਆਉਂਦਾ ਸੀ। ਫਿਰ ਕਿਸੇ ਰੇਡੀਓ ਵਾਲੇ ਨੇ ਮੈਨੂੰ ਆਫਰ ਕੀਤੀ, ਕਹਿੰਦੇ ਗੁਲਸ਼ਨ ਜੀ ਤੁਸੀਂ ਇੱਥੇ ਸਾਡੇ ਸਟੇਸ਼ਨ ਮੈਨੇਜਰ ਆ ਜਾਓ। ਇਸ ਤੋਂ ਪਹਿਲਾਂ ਵੀ ਮੈਂ ਚਾਹੁੰਦਾ ਸੀ ਕਿ ਮੈਨੂੰ ਇਹ ਪਤਾ ਨਹੀਂ ਮੇਰੀ ਬੋਲਣਾ ਠੀਕ ਹੈ ਜਾਂ ਗਲਤ ਹੈ, ਮੈਨੂੰ ਏਦਾਂ ਲੱਗਣ ਲੱਗ ਪਿਆ ਸੀ ਕਿ ਗੁਲਸ਼ਨ ਤੁਸੀਂ ਇੰਨੀ ਦੇਖੋ ਕੇਵਲ ਭਾਜੀ ਸਾਰੇ ਪਰਿਵਾਰਾਂ ਵਾਲੇ ਆ, ਅਸੀਂ ਜੋ ਸਟਰਗਲ ਕਰਕੇ, ਇਹ ਬੜੀ ਸੱਚੀ ਤੇ ਕੌੜੀ ਗੱਲ, ਜਿੰਨੀ ਸਟਰਗਲ ਕਰਕੇ ਅਸੀਂ ਜਿਸ ਜਗ੍ਹਾ ਤੇ ਪਹੁੰਚ ਗਏ, ਸਾਡੇ ਨਿਆਣੇ ਉਹਦੇ ਗਾਂ ਸਟਰਗਲ ਨਹੀਂ ਕਰ ਸਕਦੇ, ਕਿਉਂਕਿ ਉਹਨਾਂ ਨੂੰ ਅਸੀਂ ਪਰਵਰਿਸ਼ ਬਹੁਤ ਸੌਖੀ ਦਿੱਤੀ ਹੋਈ ਹੈ। ਸੋ ਉਸ ਸੌਖੀ ਪਰਵਰਿਸ਼ ਕਰਕੇ ਮੈਂ ਇਹ ਚਾਹੁੰਦਾ ਸੀ ਕਿ ਮੇਰੇ ਬੱਚੇ ਉਸ ਦੁਨੀਆ ਦੇ ਕਿਸੇ ਮੁਕਾਮ ਤੇ ਚਲੇ ਜਾਣ ਜਿੱਥੇ ਉਹਨਾਂ ਨੂੰ ਝੂਠ ਨਾ ਬੋਲਣਾ ਪਵੇ, ਜਿੱਥੇ ਉਹਨਾਂ ਨੂੰ ਹੇਰਾ ਫੇਰੀ ਬੇਈਮਾਨੀ ਦਾ ਸਹਾਰਾ ਨਾ ਲੈਣਾ ਪਵੇ, ਜਿੱਥੇ ਉਹਨਾਂ ਨੂੰ ਕਿਸੇ ਆਪਣੇ ਟੈਲੈਂਟ ਜੌਬ ਲੈਣ ਵਾਸਤੇ ਕਿਸੇ ਸਿਫਾਰਿਸ਼ ਨਾਲ ਸਹਾਰਾ ਲੈਣਾ ਪਵੇ। ਮੇਰੀ ਐਸੇ ਮਨ ਦੀ ਇੱਛਾ ਸੀ, ਉਹ ਮੇਰੀ ਰੱਬ ਨੇ ਪੂਰੀ ਕੀਤੀ। ਪਰ ਸਭ ਤੋਂ ਵੱਧ ਇਹਦੇ ਵਿੱਚ ਰੋਲ ਕੀਤਾ, ਇਹ ਗੱਲ ਅਸੀਂ ਬਿਲਕੁਲ ਨਹੀਂ ਇਸ ਗੱਲ ਤੋਂ ਮੁਨਕਰ ਹੋ ਸਕਦੇ। ਅੱਜ ਮੇਰੇ ਵੀਰ ਛੋਟੇ ਵੱਡੇ ਬਹੁਤ ਸਾਰੇ ਥੀਏਟਰ ਕਰਦੇ ਨੇ, ਔਰ ਥੀਏਟਰ ਕੀਤਾ ਭਾਵੇਂ ਉਹਨਾਂ ਕੋਲ ਬਹੁਤ ਐਕਸਪੀਰੀਅੰਸ ਹੈ। ਜੇ ਅੱਜ ਉਹ ਚਾਹਣ ਕਿਤੇ ਬਾਹਰ ਜਾਣਾ, ਜਦੋਂ ਤੱਕ ਸਾਡੇ ਕੋਲ ਕੇਵਲ ਭਾਜੀ ਐਜੂਕੇਸ਼ਨ ਨਹੀਂ ਹੈ, ਅਸੀਂ ਕਿਤੇ ਨਹੀਂ ਜਾ ਸਕਦੇ। ਬਾਹਰ ਨਿਕਲਣ ਵਾਸਤੇ ਸਭ ਤੋਂ ਵੱਡਾ ਰੋਲ ਅਦਾ ਕੀਤਾ ਮੇਰੀ MA ਦੀ ਡਿਗਰੀ ਨੇ। ਜੇ ਕੋਈ ਪੋਸਟ ਗ੍ਰੈਜੂਏਸ਼ਨ ਦੀ ਡਿਗਰੀ ਨਹੀਂ ਹੁੰਦੀ ਤੇ ਮੈਂ ਜਿੱਡਾ ਮਰਜ਼ੀ ਧੁਰੰਦਰ ਬੰਦਾ ਹੁੰਦਾ, ਮੈਂ ਉਹ ਕ੍ਰਾਈਟੇਰੀਆ ਪੂਰਾ ਹੀ ਨਹੀਂ ਕਰ ਸਕਦਾ। ਜਿੱਦਾਂ ਹੀ ਮੇਰਾ ਉਹਨਾਂ ਨੇ ਇੱਥੇ ਰੇਡੀਓ ਸਟੇਸ਼ਨ ਵਾਲਿਆਂ ਨੇ ਜਿੱਦਾਂ ਹੀ ਮੈਨੂੰ ਉਹਨਾਂ ਨੇ ਐਪਲੀਕੇਸ਼ਨ ਪਾਈ, ਮੈਨੂੰ ਇਮੀਡੀਏਟਲੀ ਫੈਮਿਲੀ ਦੇ ਨਾਲ ਵੀਜ਼ਾ ਮਿਲ ਗਿਆ। ਮੈਂ ਚਾਹੁੰਦਾ ਸੀ, ਮੈਂ ਜਦੋਂ ਨਿਕਲਿਆ ਉੱਥੋਂ ਉਦੋਂ ਮੈਂ ਸੋਚ ਲਿਆ ਵੀ ਮੈਂ 5 ਸਾਲ ਆਪਣੇ ਬੱਚਿਆਂ ਨੂੰ ਦੇਣੇ ਆ ਤਾਂ ਕਿ ਇਹ ਇੱਥੇ ਬਾਹਰ ਸੈਟਲ ਹੋ ਜਾਣ। ਕਿਉਂਕਿ ਮੈਂ ਤਾਂ ਥੀਏਟਰ ਚੋਂ ਨਾਲ ਨਿਕਲਣਾ ਨਹੀਂ, ਨਾਲ ਥੀਏਟਰ ਕਿਤੇ ਵੀ ਚਲੇ ਜਾਓ ਤੁਸੀਂ, ਥੀਏਟਰ ਨੂੰ ਕਿਸੇ ਰੂਪ ਦੇ ਵਿੱਚ ਵੀ ਜਿਹੜਾ ਹੈ ਉਹ ਕਰ ਸਕਦੇ ਆ। ਔਰ ਜਦੋਂ ਮੈਂ ਇੱਥੇ ਨਿਕਲਿਆ, ਮੈਂ 2000 ਤੇ ਮੈਂ ਨਿਕਲਿਆ ਕੋਈ 5 ਦੇ ਵਿੱਚ, 5 ਵਿੱਚ ਪਹਿਲਾਂ ਮੈਂ ਆ, ਫਿਰ 2007 ਵਿੱਚ ਮੈਂ ਪਰਿਵਾਰ ਲੈ ਕੇ ਆਇਆ ਜੀ। 7 ਵਿੱਚ ਪਰਿਵਾਰ ਲੈ ਕੇ ਆਇਆ ਤੇ ਇੱਥੇ ਜਿਹੜਾ ਯੂਕੇ ਦਾ ਇੱਕ ਬਹੁਤ ਬਿਗੇਸਟ ਸਟੇਸ਼ਨ ਹੈ, ਜਿਹੜਾ ਸਭ ਤੋਂ ਪੁਰਾਣਾ, ਮਤਲਬ ਜੇ ਕਦੀ ਯੂਕੇ ਦੀ ਹਿਸਟਰੀ ਪੜ੍ਹੀ ਜਾਏਗੀ ਤਾਂ ਪਹਿਲਾ ਏਸ਼ੀਅਨ ਰੇਡੀਓ ਸਨਰਾਈਜ਼ ਰੇਡੀਓ ਆ, ਔਰ ਉੱਥੇ ਮੈਂ ਸਟੇਸ਼ਨ ਮੈਨੇਜਰ ਸੀ। ਤੇ ਉੱਥੋਂ ਬਾਅਦ ਵਿੱਚ ਚੱਲਦੇ ਚੱਲਦੇ ਮੈਂ ਆਪਣੀ ਜ਼ਿੰਦਗੀ ਦਾ ਜਿਹੜਾ ਉਹ ਸਮਾਂ, ਕਿਉਂਕਿ ਮੈਂ ਅੱਜ ਵੀ ਸਭ ਨੂੰ ਇਸ ਮੰਚ ਦੇ ਮਾਧਿਅਮ ਰਾਹੀਂ ਕਹਿੰਦਾ ਕਿ ਜਦੋਂ ਤੁਸੀਂ ਫਾਦਰ ਹੁੰਦੇ ਹੋ ਕੇਵਲ ਭਾਜੀ, ਇੱਕ ਸਮਾਜਿਕ ਪ੍ਰਾਣੀ ਹੁੰਦੇ ਹੋ, 2 ਚੀਜ਼ਾਂ ਹੁੰਦੀਆਂ, ਤੁਸੀਂ ਤੁਹਾਨੂੰ ਲੋਕ ਬਹੁਤ ਜਾਣਦੇ ਹੋਣ, ਤੁਹਾਡੇ ਕੋਲ ਪੈਸਾ ਹੋਵੇ, ਤੁਹਾਡੀ ਔਲਾਦ ਸੈਟਲ ਨਾ ਹੋਵੇ ਤੇ ਉਹ ਦੁੱਖ ਅਲੱਗ ਹੁੰਦਾ। ਔਰ ਤੁਹਾਡੀ ਔਲਾਦ ਸੈਟਲ ਹੋ ਜਾਵੇ, ਤੁਹਾਡੀ ਬਾਤ ਨਾ ਪੁੱਛੇ, ਉਹ ਤੁਹਾਨੂੰ ਦੁੱਖ ਨਹੀਂ ਹੁੰਦਾ, ਤੁਹਾਨੂੰ ਇਹ ਹੁੰਦਾ ਚੱਲ ਯਾਰ ਮੇਰੇ ਨਿਆਣੇ ਤਾਂ ਸੁਖੀ ਆ, ਮੈਨੂੰ ਨਹੀਂ ਪੁੱਛਦੇ, ਕੋਈ ਗੱਲ ਨਹੀਂ। ਔਰ ਜੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਤੁਹਾਨੂੰ ਸਾਰੀ ਦੁਨੀਆ ਜਾਣਦੀ ਆ, ਪਰ ਤੁਹਾਡੇ ਅੱਗੇ ਵਾਲੇ
ਸੈਟਲ ਨਹੀਂ ਆ, ਤੁਹਾਡੀ ਜਨਰੇਸ਼ਨ ਸੈਟਲ ਨਹੀਂ ਆ ਕਿਸੇ ਵੀ ਫੀਲਡ ਵਿੱਚ, ਉਹ ਤੁਹਾਨੂੰ ਦੁੱਖ ਲੱਗਦਾ। ਸੋ ਬਿਲਕੁਲ ਮੇਰੇ ਮਨ ਦੇ ਵਿੱਚ ਇਦਾਂ ਦੀਆਂ ਵਿਚਾਰਧਾਰਾਵਾਂ ਸੀ ਜਿਹਦੇ ਕਰਕੇ ਮੈਂ ਬਾਹਰ ਆਇਆ। ਮੇਰਾ ਉੱਥੇ ਬਹੁਤ ਵਧੀਆ ਸੀ, ਮੇਰਾ ਪਰਮਾਤਮਾ ਨੇ ਇੱਥੇ ਬਹੁਤ ਵਧੀਆ ਕੀਤਾ। ਮੈਂ ਇੱਥੇ ਵੀ 5-6 ਸਾਲ ਰੱਜ ਕੇ ਕੰਮ ਕੀਤਾ। ਜਦੋਂ ਮੈਂ 5 ਸਾਲਾਂ ਬਾਅਦ ਬ੍ਰਿਟਿਸ਼ ਸਿਟੀਜ਼ਨ ਬਣ ਗਿਆ, ਮੈਨੂੰ ਥੀਏਟਰ ਨਹੀਂ ਭੁੱਲਿਆ ਸੀ। ਮੈਂ ਨਿਕਲਦੇ ਸਾਰ ਹੀ ਪਹਿਲਾ ਕੰਮ ਇਹੀ ਕੀਤਾ ਕਿ ਇੰਡੀਆ ਤੋਂ ਇੱਕ ਟੀਮ ਬੁਲਵਾਈ, ਜਿਹਦੇ ਵਿੱਚ ਅੰਮ੍ਰਿਤਸਰ ਦੇ ਆਰਟਿਸਟ ਜ਼ਿਆਦਾ ਸੀ। ਜਤਿੰਦਰ ਭੈਣ ਜੀ ਸੀ, ਬਲਵਿੰਦਰ ਭਾਰਤੀ ਜੀ ਸੀ, ਜਸਵੰਤ ਜੱਸ ਸੀ, ਵਿਜੇ ਸ਼ਰਮਾ ਜੀ ਸੀ, ਚੰਦਰਮੋਹਨ ਤੇ ਇੰਦਰਜੀਤ ਸੀ। 6 ਜਣੇ ਸੀ ਤੇ ਅਸੀਂ ਉਦੋਂ ਮਤਲਬ ਕਿਸੇ ਬੰਦੇ ਨੇ ਯੂਕੇ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਇਸ ਤਰ੍ਹਾਂ ਇੰਨੇ ਵੱਡੇ ਲੈਵਲ ਤੇ ਧਾਰਮਿਕ ਨਾਟਕ ਕੀਤੇ। ਇੱਕ ਮੈਨੂੰ ਬੜਾ ਚੰਗਾ ਲੱਗਿਆ। ਉਸ ਤੋਂ ਬਾਅਦ ਇਸ ਤਰ੍ਹਾਂ ਯੂਕੇ ਵਿੱਚ ਰੱਜ ਕੇ ਮਿਹਨਤ ਕੀਤੀ। ਇੱਥੇ ਕਿਉਂਕਿ ਇਸ ਕੰਟਰੀ ਵਿੱਚ ਜਿਹੜਾ ਸਾਰਾ ਫਲੋ ਆਉਂਦਾ ਉਹ ਏਸ਼ੀਅਨ ਟੀਵੀ ਇੰਡੀਆ ਤੋਂ ਆਉਂਦਾ। ਇੱਥੇ ਲੋਕਲ ਸਟੇਸ਼ਨ ਹੈਗੇ ਆ, ਔਰ ਇੱਥੇ ਜ਼ਿਆਦਾ ਇਸ ਕੰਟਰੀ ਵਿੱਚ ਰੇਡੀਓ ਜ਼ਿਆਦਾ ਸੁਣਦੇ, ਕਿਉਂਕਿ ਮੈਂ ਰੇਡੀਓ ਨਾਲ 5-6 ਸਾਲ ਜੁੜਿਆ ਸੀ। ਫਿਰ ਪ੍ਰਮਾਤਮਾ ਵੱਲੋਂ ਐਸੀ ਸਭ ਦੀਆਂ ਦੁਆਵਾਂ ਨਾਲ ਮੈਨੂੰ 5 ਸਾਲ ਪਹਿਲਾਂ ਆਪਣਾ ਲਾਇਸੈਂਸ ਮਿਲ ਗਿਆ FM ਦੇ ਉੱਪਰ, ਬਰਮਿੰਘਮ ਤੋਂ ਨਾਲ ਵੋਵਰਹੈਂਪਟਨ। ਔਰ ਉੱਥੋਂ ਫਿਰ ਮੈਂ ਪਹਿਲਾਂ ਵੀ ਜਦੋਂ ਮੈਂ ਵਰਕ ਪਰਮਿਟ ਤੇ ਸੀ, ਫਿਰ ਮੈਂ ਰੱਜ ਕੇ ਕੰਮ ਕੀਤਾ, ਬਹੁਤ ਰੱਜ ਕੇ ਕੰਮ ਕੀਤਾ ਇੱਥੇ ਰੇਡੀਓ ਦੇ ਉੱਪਰ। ਔਰ ਜਿਹੜੀ ਚੀਜ਼ ਥੀਏਟਰ ਦੀ ਆ, ਹੁਣ ਥੀਏਟਰ ਦੀ ਸਾਰੀ ਥੀਏਟਰ ਨੂੰ ਸਾਰੇ ਨੂੰ ਵੋਇਸ ਰਾਹੀਂ ਦੇਖੋ। ਇੱਕ ਤਾਂ ਨੋਬਲ ਕੇਵਲ ਭਾਜੀ ਬ੍ਰੌਡਕਾਸਟਰ ਹੁੰਦੀ ਸੀ, ਮੀਡੀਆ ਦਾ ਬੰਦਾ, ਕਿਉਂਕਿ ਜਿਹਦੇ ਅੰਦਰ ਥੀਏਟਰ ਪੜਿਆ ਸੀ, ਔਰ ਉਹ ਕੋ ਮੰਚ ਕੀ ਆ ਰੇਡੀਓ, ਉਹ ਰੇਡੀਓ ਤੇ ਅਲੱਗ-ਅਲੱਗ ਆਵਾਜ਼ਾਂ ਕੱਢ ਕੇ ਕਿਰਦਾਰ ਬਣ ਕੇ ਕਰਦਾ ਹੁੰਦਾ ਸੀ। ਉਹ ਸਾਰੀ ਆਪਣੀ ਪੜਾਸ ਮੈਂ ਰੇਡੀਓ ਤੇ ਕੱਢਦਾ ਹੁੰਦਾ ਸੀ, ਜਿਹੜੀ ਇੱਥੇ ਨਹੀਂ ਮਿਲਦੀ ਸੀ। ਉਹ ਚੀਜ਼ ਨੇ ਫਿਰ ਮੈਨੂੰ ਇੱਥੇ ਵੀ ਦੂਸਰਾ ਜਿਹੜੀ ਮੇਰਾ ਪਿੱਛੋਂ ਮੈਨੂੰ ਦੂਰਦਰਸ਼ਨ ਨੇ ਮੇਰਾ ਬੇਸ ਬਣਾਇਆ ਸੀ। ਜਦੋਂ ਮੈਂ ਬਾਹਰ ਨਿਕਲਣਾ ਕਹਿਣਾ, ਲੋਕਾਂ ਨੇ ਕਹਿਣਾ ਉਹ ਭਾਜੀ ਤੁਸੀਂ ਤਾਂ ਉੱਥੇ ਨਾਟਕ ਕਰਦੇ ਸੀ, ਤੁਸੀਂ ਇੱਥੇ ਕਿਉਂ ਆ ਗਏ, ਤੁਹਾਨੂੰ ਕੀ ਲੋੜ ਸੀ ਇੱਥੇ ਆਉਣ ਦੀ। ਸੋ ਇਹ ਚੀਜ਼ਾਂ ਮੈਨੂੰ ਕਰਕੇ ਲੈ ਕੇ ਆਈਆਂ। ਔਰ ਅੱਜ ਮੈਂ ਜ਼ਰੂਰ ਕਹਿਣਾ ਚਾਹੂੰਗਾ, ਮੈਂ ਜਿਸ ਮਕਸਦ ਲਈ ਆਇਆ ਸੀ ਉਹ ਮਕਸਦ ਮੇਰਾ ਪੂਰਾ ਹੋ ਗਿਆ। ਆ ਪਰਮਾਤਮਾ ਨੇ ਮੈਨੂੰ ਰੇਡੀਓ ਆ ਜਾਂ ਥੀਏਟਰ ਇਹ ਬੋਨਸ ਵਜੋਂ ਦਿੱਤਾ। क्या बात है गुलशन ने बड़ी बड़ी खूबसूरत जर्नी है मैं कहूँगा ਜਿਹਦੇ ਵਿੱਚ ਤੁਹਾਡਾ ਸੰਘਰਸ਼ ਵੀ ਸ਼ਾਮਲ ਹੈ ਔਰ ਤੁਹਾਡੇ ਕਈ ਪੜਾਅ ਨੇ ਇਸ ਜਰਨੀ ਦੇ। ਔਰ ਤੁਹਾਡਾ ਜਦੋਂ ਇੱਕ ਮੈਂ ਥੋੜਾ ਜਿਹਾ ਜਾਣਨਾ ਚਾਹਾਂ, ਜਦੋਂ ਤੁਸੀਂ ਇੰਗਲੈਂਡ ਪਹੁੰਚੇ ਤੇ ਤੁਸੀਂ ਫਿਰ ਸ਼ੁਰੂ ਤੋਂ ਰੇਡੀਓ ਦੇ ਨਾਲ ਹੀ ਜੁੜੇ ਰਹੇ? ਤੇ ਨਹੀਂ, ਇੱਥੇ ਮੇਰਾ ਪਰਮਿਟ ਹੀ ਰੇਡੀਓ ਸੀ। ਓਕੇ, ਉਦੋਂ ਤੋਂ ਫਿਰ ਕੰਟੀਨਿਊਸਲੀ ਰੇਡੀਓ ਦੇ ਨਾਲ ਹੀ ਹੋ ਤੁਸੀਂ ਹੁਣ ਤੱਕ? ਅੰਕਲ ਰੇਡੀਓ ਤੇ ਹੀ ਕੰਮ ਕਰਨਾ ਸੀ, ਮੇਰਾ ਪਰਿਵਾਰ ਕੋਈ ਵੀ ਕੰਮ ਕਰ ਸਕਦਾ ਸੀ। ਮੈਂ 2-3 ਅਲੱਗ ਬਦਲੇ। ਫਿਰ ਮੈਨੂੰ ਇਹ ਸੀ ਕਿ 5 ਸਾਲ ਤੱਕ ਤਾਂ ਮੈਂ ਕੁਝ ਨਹੀਂ ਕਰ ਸਕਦਾ ਸੀ, ਕਿਉਂਕਿ ਮੈਨੂੰ ਸਟ੍ਰਿਕਟ ਸੀ, ਉਹਦੇ ਨਾਲ ਰਹਿਣਾ ਪੈਣਾ ਸੀ ਇਮੀਗ੍ਰੇਸ਼ਨ ਦੇ ਲਾਅ ਮੁਤਾਬਕ। ਜਦੋਂ ਮੈਂ ਬ੍ਰਿਟਿਸ਼ ਹੋ ਗਿਆ ਫਿਰ ਮੈਂ ਫ੍ਰੀ ਸੀ। ਫਿਰ ਮੈਨੂੰ ਇਹ ਸੀ, ਮੈਨੂੰ ਉਸ ਦਿਨ ਜ਼ਰੂਰ ਇਸ ਗੱਲ ਦਾ ਆਇਆ, ਕਿਉਂਕਿ ਮੈਨੂੰ ਇੱਕ ਡਰਾਈ ਕਲੀਨ ਵਾਲੇ ਦੀ ਦੁਕਾਨ ਬਹੁਤ ਮੈਨੂੰ ਸੱਟ ਵੱਜੀ। ਮੈਂ ਉਹ ਤਹਈਆ ਕਰ ਲਿਆ ਕਿ ਮੈਂ ਹੁਣ ਜਾਣਾ ਹੀ ਨਹੀਂ, ਕਿਉਂਕਿ ਜੇ ਮੈਂ ਕਿਸੇ ਮੈਂ ਇਹਦਾ ਕੇਵਲ ਭਾਈ ਸਮਝਦਾ, ਜੇ ਤੁਸੀਂ ਅੱਜ ਕੈਨੇਡਾ 'ਚ ਕਿਸੇ ਦੁਨੀਆ 'ਚ ਜਾ ਕੇ ਸੈੱਟ ਹੋਣਾ, ਜਾਂ ਕਿ ਆਪਾਂ ਛੋਟੀ ਜਿਹੀ ਮਿਸਾਲ ਲੈਂਦੇ ਵੀ ਜਦੋਂ ਆਪਾਂ ਆਪਣੀ ਬੇਟੀ ਨੂੰ ਕੁੜੀ ਨੂੰ ਕਿਤੇ ਵਿਆਹ ਦਿੰਦੇ, ਜੇ ਉਸ ਕੁੜੀ ਤਾਂ ਹੀ ਸਹੁਰਿਆਂ ਘਰ ਸੈੱਟ ਹੋ ਸਕਦੀ ਜੇ ਵਾਰ-ਵਾਰ ਪੇਕਿਆਂ ਦਾ ਹੀ ਧਿਆਨ ਰੱਖੂਗੀ ਤਾਂ ਸੈਟਲ ਨਹੀਂ ਹੋ ਸਕਦੀ। ਬਿਲਕੁਲ। ਮੈਂ ਸੋਚ ਲਿਆ ਵੀ ਹੁਣ ਮੈਂ 5 ਸਾਲ ਆਪਣੇ ਪਿਛਲੇ ਕਿਸੇ ਦੋਸਤ ਨਾਲ ਕੋਈ ਰਿਲੇਸ਼ਨ ਨਹੀਂ ਰੱਖਣਾ। ਇੱਥੇ ਇਸ ਮੁਲਕ ਦੇ ਵਿੱਚ ਆਪਣਾ ਜਿਹੜਾ ਮੈਂ ਪੰਜਾਬੀ ਦਾ ਥੀਏਟਰ ਦਾ ਇੱਥੇ ਮੁਕਾਮ, ਉਹ 5 ਸਾਲ ਮੈਂ ਉੱਥੇ ਫੋਕਸ ਕਰਕੇ ਫਿਰ ਦੂਸਰਾ ਮੇਰਾ ਜਿਹੜਾ ਸਟੇਟਸ ਉਦੋਂ ਨਹੀਂ ਅਲਾਉ ਕਰਦਾ ਸੀ, ਫਿਰ ਮੈਂ ਵਾਪਸ ਵੀ ਨਹੀਂ ਆਇਆ ਮੁੜ ਕੇ 5-6 ਸਾਲ। ਏਦਾਂ ਲੋਕ ਬਹੁਤ ਸਾਰੇ ਕਹਿੰਦੇ ਜੀ ਢੀਂਗਰਾ ਸਾਹਿਬ ਬਦਲ ਗਏ, ਉੱਥੇ ਦੁਨੀਆ ਛਾਏ ਪਏ ਬਦਲ ਗਏ, ਐਸਾ ਕੁਛ ਨਹੀਂ ਸੀ। ਫਿਰ ਜਦੋਂ ਮੈਂ ਬ੍ਰਿਟਿਸ਼ ਹੋ ਗਿਆ, ਮੈਨੂੰ ਉਸ ਦਿਨ ਜ਼ਰੂਰ ਆਇਆ ਵੀ ਅੱਜ ਮੈਂ ਹੁਣ ਮਤਲਬ ਭਾਰਤ ਦੀ ਨਾਗਰਿਕਤਾ ਛੱਡ ਕੇ ਦੂਸਰੀ ਨਾਗਰਿਕਤਾ ਲੈ ਲਈ ਜਿੱਦਣ ਮੈਂ ਸਹੁੰ ਚੱਕਣ ਗਿਆ। ਔਰ ਉਸ ਤੋਂ ਪਰ ਮੈਨੂੰ ਇਹ ਸੀ ਕਿ ਮੈਂ ਆਪਣੇ ਅੱਜ ਵੀ ਤੁਸੀਂ ਬਰਮਿੰਘਮ, ਵੋਵਰਹੈਂਪਟਨ ਕਿਸੇ ਨੂੰ ਵੀ ਪੁੱਛੋਗੇ, ਅੱਜ ਅਸੀਂ ਪੰਜਾਬੀ ਬੋਲੀ, ਪੰਜਾਬੀ ਜ਼ੁਬਾਨ ਦੀ ਜਿਹੜੀ ਤਰਜਮਾਨੀ ਕਰਨ ਵਾਲਾ ਰੇਡੀਓ। ਔਰ ਫਿਰ ਪਿਛਲੇ ਸਾਲ 550 ਸਾਲਾਂ ਦੇ ਫਿਰ ਟੀਮ ਦੁਆਰਾ ਸੱਦੀ ਔਰ ਫਿਰ ਦੁਆਰਾ ਸ਼ੋਅਸ ਕੀਤੇ ਪੂਰੇ ਗੁਰੂ ਘਰਾਂ ਦੇ ਵਿੱਚ। ਔਰ ਇਹ ਮਤਲਬ ਇਹ ਸਾਰਾ ਪਿਆਰ ਜਿਹੜਾ ਆ, ਕਿਉਂਕਿ ਜਿੰਨਾ ਇੱਥੇ ਕੰਮ ਕੀਤਾ, ਮੈਂ ਕੇਵਲ ਭਾਜੀ ਇੱਕ ਗੱਲ 'ਚ ਆਪਣੇ ਬੱਚਿਆਂ ਨੂੰ ਵੀ ਇਹੀ ਗੱਲ ਕਹਿੰਦਾ ਔਰ ਅੱਜ ਇਸ ਮੰਚ ਰਾਹੀਂ ਵੀ ਇਹੀ ਗੱਲ ਕਹਿੰਦਾ ਕਿ ਜ਼ਿੰਦਗੀ ਦੇ ਵਿੱਚ ਜਿਹੜੀ ਜ਼ਿੰਦਗੀ ਆ ਉਹ ਸੰਬੰਧਾਂ ਨਾਲ ਚੱਲਦੀ ਆ, ਪੈਸੇ ਨਾਲ ਨਹੀਂ ਚੱਲਦੀ। ਬਿਲਕੁਲ ਬਿਲਕੁਲ। ਗੁਲਸ਼ਨ, ਜਦੋਂ ਤੁਸੀਂ ਸਾਰਾ ਕੰਮ ਇਹ ਕਰ ਰਹੇ ਸੀ ਸਾਰਾ, ਤੇ ਤੁਹਾਡਾ ਪਰਿਵਾਰ ਤੁਹਾਡੇ ਨਾਲ ਸੀ, ਹੁਣ ਕਿੱਦਾਂ ਲੱਗਦਾ ਕੋਈ ਤੁਹਾਡੇ ਬੱਚੇ ਕੋਈ ਇਸ ਫੀਲਡ ਨਾਲ ਜੁੜੇ ਨੇ, ਕੋਈ ਉਹਨਾਂ ਦੇ ਵਿੱਚ, ਜਾਂ ਤੁਹਾਡੇ ਨਾਲ ਥੀਏਟਰ ਵਿੱਚ ਕੋਈ, ਜਾਂ ਰੇਡੀਓ ਤੇ ਕੋਈ
ਕੋਈ ਹੈ ਉਹਨਾਂ ਉਹ, ਕਿਉਂਕਿ ਮੈਂ ਸਮਝਦਾ ਕਿ ਜੋ ਤੁਹਾਡੇ ਕਲਾ ਦੇ ਅੰਸ਼ ਨੇ ਜ਼ਰੂਰ ਬੱਚਿਆਂ ਵਿੱਚ ਹੋਣਗੇ, ਤੇ ਕੀ ਉਹ ਕੁਝ ਕਰਦੇ ਆ ਨਾਲ ਕੁਝ ਇਸ ਤਰ੍ਹਾਂ? ਅਸਲ ਤੇ ਉਹੀ ਰਹਿਣ ਤੇ ਉਹੀ ਹੈ। ਉਹ ਤਾਂ ਮੇਰੇ ਇੱਥੇ ਦੇਖੋ ਪਰਿਵਾਰ ਦੇ ਵਿੱਚ ਮੈਂ ਤੇ ਮੇਰੀ ਵਾਈਫ 24 ਘੰਟੇ ਜਿਹੜਾ ਰੇਡੀਓ ਦਾ ਹੈ ਨਾ, ਇਹ 24 ਘੰਟੇ ਰੇਡੀਓ ਬਿਲਕੁਲ 30% ਕੰਮ ਕਰਦੇ ਆ। ਸਾਰਾ ਕੰਮ ਅੱਧਾ ਮੈਂ ਕੰਮ ਕਰਦਾ, ਮੈਂ ਥੀਏਟਰ ਵਾਲਾ ਬੰਦਾ ਆ, ਕਿਉਂਕਿ ਮੈਨੂੰ ਬਹੁਤੀ ਜ਼ਿੰਦਗੀ ਦੇ ਵਿੱਚ ਹਿਸਾਬ ਕਿਤਾਬ ਨਹੀਂ ਆਉਂਦੇ, ਬਿਜ਼ਨਸ ਵਾਲੇ ਤਰੀਕੇ ਸਾਨੂੰ ਥੀਏਟਰ ਵਾਲਿਆਂ ਨੂੰ ਨਹੀਂ ਆਉਂਦੇ ਹੁੰਦੇ। ਜੇ ਅਸੀਂ ਘੱਟ ਕਰਨ ਲੱਗੀਏ ਫਿਰ ਤਾਂ ਸਾਡੀ 24 ਘੰਟੇ ਦੀ એનર્ਜੀ ਲੱਗਦੀ ਆ। ਪੁੱਤਰ ਬੇਸ਼ੱਕ ਮੈਂ ਖੱਤਰੀਆਂ ਦਾ, ਪਰ ਹਿਸਾਬ ਤਾਂ ਮੇਰਾ ਜਿਹੜਾ ਸਿੱਧਾ ਆ, ਪਰ ਮੈਨੂੰ ਇਹ ਬਿਜ਼ਨਸ ਕਰਨਾ ਨਹੀਂ ਆਉਂਦਾ। ਉਹ ਸਾਰਾ ਮੇਰਾ ਕੰਮ ਮੇਰੀ ਵਾਈਫ ਦੇਖਦੀ ਹੈ, ਕੁਲਵਿੰਦਰ ਕੌਰ, ਉਹ ਸਾਰਾ ਦੇਖਦੇ ਆ। ਉਹ ਮੇਰੀ ਬਹੁਤ ਸਪੋਰਟ ਆ। ਸ਼ੀ ਇਜ਼ ਵੈਰੀ ਗੁੱਡ ਐਕਟਰੈਸ। ਉਹਨਾਂ ਨੇ ਯੂਥ ਫੈਸਟੀਵਲ ਲਈ ਬੜਾ ਕੰਮ ਕੀਤਾ। ਮੋਨੋ ਐਕਟਿੰਗ ਦੇ ਵਿੱਚ ਉਹ ਤੇ ਘੁੱਗੀ ਕੰਪੀਟੀਸ਼ਨ ਚ ਹੁੰਦੇ ਸੀ। ਸੋ ਉਹ ਖੁਦ ਥੀਏਟਰ ਤੋਂ ਆ, ਉਹ ਕੰਮ ਬਹੁਤ ਉਹਨਾਂ ਨੇ ਕੀਤਾ ਹੋਇਆ, ਉਹ ਸਾਰਾ ਸੰਭਾਲ ਲੈਂਦੇ ਆ। ਮੇਰੇ ਵੱਡੇ ਬੇਟੇ ਉੱਥੇ ਵੀ ਛੋਟੇ ਛੋਟੇ ਉਹਦੇ ਮੇਰੇ ਨਾਲ ਕੰਮ ਕਰਦੇ ਸੀ। ਇੱਥੇ ਇਦਾਂ ਕਿ ਇਹ ਆ ਵੀ ਬੱਚਿਆਂ ਦਾ ਮੈਨੂੰ ਇਹ ਸੀ ਕਿ ਮੇਰੇ ਮਨ 'ਚ ਇਹ ਹੈ ਵੀ ਮੈਂ ਅੱਜ ਵੀ ਥੀਏਟਰ ਵਾਲਿਆਂ ਨੂੰ ਸਾਰਿਆਂ ਨੂੰ ਇਹ ਕਹਿਣਾ ਕਿ ਜਿਹੜੀ ਸਭ ਤੋਂ ਵੱਡੀ ਅੱਜ ਦੇ ਵਿੱਚ ਸਭ ਤੋਂ ਵੱਡੀ ਕੋਈ ਚੀਜ਼ ਤੁਹਾਡਾ ਸਾਥ ਦੇ ਸਕਦੀ ਹੈ, ਉਹ ਹੈ ਐਜੂਕੇਸ਼ਨ। ਹਾਂ, ਪੜ੍ਹਾਈ। ਆਪਣੇ ਬੇਟਿਆਂ ਨੂੰ ਮੈਂ ਡਿਗਰੀਆਂ ਕਰਾਈਆਂ। ਵੱਡਾ ਬੇਟਾ ਫਾਰਮਾਸਿਸਟ ਹੈ, ਛੋਟਾ ਬੇਟਾ IT ਐਨਲਿਸਟ ਆ। ਇੱਕ ਬੇਟਾ ਮੇਰਾ ਛੋਟਾ ਹਜੇ 12 ਸਾਲਾਂ ਦਾ, ਉਹ ਬ੍ਰੌਡਕਾਸਟਿੰਗ ਵੀ ਕਰ ਲੈਂਦਾ। ਸਾਡਾ ਸਾਰਾ ਹੀ ਟੱਬਰ ਜੀ, ਆਪਾਂ ਕਹਿ ਸਕਦੇ ਸਾਰੇ ਇੱਕੋ ਹੀ ਪਿੰਡੋਂ ਆਏ ਆ, ਤੇ ਸਾਰਾ ਹੀ ਕੰਮ ਕਰ ਲੈਂਦੇ। ਗੁੱਡ। ਮੈਂ ਇਹ ਥੋੜਾ ਮੈਨੂੰ ਸੀ ਕਿ ਸਾਰੇ ਸਾਡੇ ਜਿਹੜੇ ਸੁਣਨ ਵਾਲੇ ਦੋਸਤ ਹੈ ਸਾਰੇ ਉਹ ਵੀ ਜਾਣ ਸਕਣ ਕਿ ਪਰਿਵਾਰ ਕਿਸ ਤਰ੍ਹਾਂ ਤੁਹਾਡੇ ਨਾਲ ਤੁਹਾਡੇ ਕੰਮ 'ਚ ਹੈਲਪ ਵੀ ਕਰਦਾ ਹੈ, ਹੈਲਪ ਨਹੀਂ ਬਲਕਿ ਪੂਰੀ ਤਰ੍ਹਾਂ ਨਾਲ ਜੁੜਿਆ ਹੋਇਆ ਪਰਿਵਾਰ। ਜਿਹੜੀ ਹੁਣ ਟੀਮ ਰੀਸੈਂਟਲੀ ਮੁੜ ਕੇ ਗਈ ਆ, ਮੈਂ ਸਪੈਸ਼ਲੀ ਇੱਕ ਬੰਦੇ ਦਾ ਜ਼ਰੂਰ ਧੰਨਵਾਦ ਕਰਨਾ ਚਾਹੂੰਗਾ। ਮੈਂ ਜਿੰਨੀ ਵਾਰੀ ਅੰਮ੍ਰਿਤਸਰ ਆਉਣਾ, ਮੈਂ ਸ਼ਾਇਦ ਇੱਕ ਵਾਰੀ ਤੁਹਾਨੂੰ ਤੁਸੀਂ ਮੈਡਮ ਨਵਰਿੰਦਰਾ ਵੈਦ ਤੇ ਡਾਕਟਰ ਸਾਹਿਬ ਸਿੰਘ ਤੁਸੀਂ ਸ਼ੋਅ ਕਰ ਪੰਜਾਬੀ ਵਿਰਸਾ ਰਿਹਰਸਲ ਕਰ ਰਹੇ ਸੀ, ਆਪਾਂ ਮਿਲੇ ਸੀ। ਮੈਂ ਜਿੰਨੀ ਆਉਣਾ, ਅੰਮ੍ਰਿਤਸਰ ਦੇ ਆਰਟਿਸਟ ਬਹੁਤ ਪਿਆਰ ਕਰਦੇ ਆ, ਪਰ ਇੱਕ ਸ਼ਖਸ ਦਾ ਮੈਂ ਨਾਮ ਜ਼ਰੂਰ ਲਊਂਗਾ, ਵੱਡੇ ਭਰਾ ਵੀ ਹੈ, ਜਿਹੜੇ ਬੰਦੇ ਏਅਰਪੋਰਟ ਤੋਂ ਲਿਆਉਣਾ ਛੱਡਣਾ। ਔਰ ਜਨਨੀ ਦਿਨ ਮੈਂ ਅੰਮ੍ਰਿਤਸਰ 'ਚ ਆ, ਵਿਜੇ ਸ਼ਰਮਾ ਜੀ। ਵਿਜੇ ਸ਼ਰਮਾ ਜੀ ਉਹ ਮਤਲਬ ਹੌਸਪੀਟੈਲਿਟੀ ਕੀ ਘਰ ਵਾਂਗੂ ਪਰਿਵਾਰ ਵਾਂਗੂ ਕੋਈ ਗੱਲ ਹੋਣੀ ਕਿਸ ਤਰ੍ਹਾਂ, ਹਮੇਸ਼ਾ ਹੀ ਉਹੀ ਅੰਮ੍ਰਿਤਸਰ ਦੇ ਵਿੱਚ ਸਾਰਾ ਕਰਦੇ ਹੁੰਦੇ ਜਿੰਨੀ ਵਾਰੀ, ਕਿਉਂਕਿ ਬਹੁਤੀ ਵਾਰੀ ਲੈਂਡ ਅੰਮ੍ਰਿਤਸਰ ਹੀ ਕਰਦੇ ਆ। ਪਰ ਏਦਾਂ ਉਹ ਇਸ ਵੇਲੇ ਟੀਮ ਪਈ ਆ, ਤੇ ਬਹੁਤ ਸ਼ੋਆਂ ਵਿੱਚ ਮੇਰਾ ਪਰਿਵਾਰ ਨਾਲ ਹੀ ਸੀ, ਨਾਲ ਹੀ ਮੇਰੀ ਵਾਈਫ ਵੀ ਮੇਰੇ ਨਾਲ ਹੀ ਸਾਰੀ ਹੈਲਪ ਨਾਲ ਕਰਦੇ ਸੀ। ਬਹੁਤ ਵਧੀਆ। ਮੈਂ ਗੁਲਸ਼ਨ ਇੱਕ ਹੋਰ ਜਿਹੜੀ ਮੇਰੇ ਮੈਂ ਜਿਹੜੇ ਬਾਹਰ ਰਹਿਣ ਵਾਲੇ ਸਾਰੇ ਦੋਸਤ ਹੈ ਮੈਂ ਪੁੱਛਦਾ ਰਹਿਣਾ ਕਿ ਤੁਹਾਡਾ ਛੋਟਾ ਬੇਟਾ 12 ਸਾਲ ਦਾ, ਜੇ ਉਹ ਉਧਰਲੇ ਪਾਸੇ ਕੋਈ ਟ੍ਰੇਨਿੰਗ ਲਵੇ ਥੀਏਟਰ ਵਿੱਚ, ਕੋਈ ਚਾਹੇ ਉਹਦੇ ਦਿਲ ਦੀ ਰੀਝ ਹੋਵੇ, ਤੇ ਤੁਸੀਂ ਇਜਾਜ਼ਤ ਦਓਗੇ ਉਹਨੂੰ ਵੀ ਹਾਂ ਵੀ ਕਰ ਲੈ, ਕੋਈ ਇਹਦੇ ਵਿੱਚ ਮਾੜੀ ਗੱਲ ਨਹੀਂ ਹੈ? ਦੇਖੋ ਏਦਾਂ ਵੀ ਜਿਹੜੇ ਤਾਂ ਮੇਰੇ ਵੱਡੇ ਆਏ ਇੰਡੀਆ ਤੋਂ, ਹਾਂ, ਉਹ ਤੇ ਉੱਥੇ ਵੀ ਥੋੜਾ ਛੋਟੇ ਹੁੰਦੇ ਨਾਲ, ਅਸਲ 'ਚ ਪਤਾ ਕਿ ਜਦੋਂ ਛੋਟੇ ਹੁੰਦੇ ਬੱਚੇ ਵਾਤਾਵਰਨ 'ਚ ਰਹਿੰਦੇ ਆ ਨਾ ਜੀ, ਤੇ ਰਹਿ ਕੇ ਉਹ ਜ਼ਰੂਰ ਉਹ ਸਿੱਖਦੇ, ਉਹਨਾਂ ਨੂੰ ਹੁਣ ਵੀ ਆ, ਪਰ ਉਹਨਾਂ ਨੂੰ ਇੱਕ ਚੀਜ਼ ਦੱਸੀ ਵੀ ਤੁਸੀਂ ਆਪਣੀ ਹਾਇਰ ਐਜੂਕੇਸ਼ਨ ਲਓ। ਸੋ ਉਹ ਚੰਗੀਆਂ ਪੋਸਟਾਂ ਤੇ ਆ। ਜਿਹੜਾ ਛੋਟਾ ਬੇਟਾ ਥੀਏਟਰ ਵੱਲ ਮੈਨੂੰ ਲੱਗਦਾ ਨਹੀਂ ਹੈ ਕਿ ਉਹ ਇਸ ਗੁਣਾਂ ਦੇ ਮੁਲਕ ਦਾ, ਇੱਥੋਂ ਦੇ ਪਾਣੀ ਦਾ ਜੰਮਿਆ। ਉਹਨੂੰ ਪਤਾ ਤਾਂ ਹੈ ਕਿਉਂਕਿ ਉਹਨੇ ਕਦੀ ਇੰਡੀਆ ਦੇਖਿਆ ਨਹੀਂ ਆ, ਔਰ ਉਹਨੇ ਇੰਡੀਆ 'ਚ ਇੱਕ ਵਾਰੀ ਆਇਆ, ਇੰਡੀਆ ਦੇਖਿਆ, ਉਹਨੂੰ ਦੱਸਦਾ ਸੀ, ਉਹਨੂੰ ਪੁਰਾਣੀਆਂ ਫੋਟੋਆਂ ਦਿਖਾਈ ਦੀਆਂ। ਹੁਣ ਇਹ ਜ਼ਰੂਰ ਆ ਕਿ ਉਹ ਜਿੱਦਾਂ ਇਹਨਾਂ ਸਾਰਿਆਂ ਦੇ ਆ ਭਾਰਤੀ ਭਾਜੀ ਸਾਰਿਆਂ ਦੇ ਨਾਂ ਜਾਣ ਗਿਆ ਸੀ, ਕਿਉਂਕਿ ਇਹ ਜਦੋਂ ਜਿੱਥੇ ਇਹਨਾਂ ਦੀ ਰਿਹਾਇਸ਼ ਕਰਾਈ ਸੀ, ਮੇਰਾ ਇੱਕ ਹੋਰ ਦੂਸਰਾ ਘਰ ਆ ਉਹ ਖਾਲੀ ਪਿਆ ਸੀ, ਇਹ ਸਾਰੇ ਉੱਥੇ ਸੀ, ਫਿਰ ਇਹ ਤੁਰ ਕੇ ਸਾਡੇ ਵਾਲੇ ਘਰ ਆ ਜਾਂਦੇ ਸੀ। ਤੇ ਉਹ ਬੇਟਾ ਦੇਖ ਕੇ ਵੀ ਇਹ ਯਾਰ ਇਹਦੇ ਦੋਸਤ ਇੰਡੀਆ ਤੋਂ ਆਏ, ਇਹਨਾਂ ਨਾਲ ਬੜਾ ਖੁਸ਼ ਰਹਿੰਦਾ, ਇਹਨਾਂ ਦਾ ਬਹਿੰਦਾ ਉੱਠਦਾ। ਮੈਂ ਕਿਹਾ ਵੀ ਮੇਰੇ ਤਾਂ ਭਾਈ ਇਹੀ ਮਿੱਤਰ ਆ, ਹਨਾ। ਇਹ ਥੀਏਟਰ ਵਾਲੇ ਬੰਦੇ ਜਦੋਂ ਇੱਥੇ ਤਾਂ ਮੇਰੇ ਹੁਣ ਥੀਏਟਰ ਵਾਲੀ ਕੋਈ ਗੱਲਾਂ ਕਰਦਾ ਵਾਲਾ ਬੰਦਾ ਹੈ ਨਹੀਂ, ਜਦੋਂ ਇਹ ਆਉਂਦੇ ਤੇ ਸਾਡਾ ਮਹੀਨਾ ਪਰ ਬੜਾ ਅੱਛਾ ਗੁਜ਼ਰਦਾ। ਮਤਲਬ ਓਦਾਂ ਮੈਂ ਉਹਨੂੰ ਮਨਾ ਨਹੀਂ ਕਰਦਾ, ਉਹ ਜਦੋਂ ਇਹ ਜ਼ਰੂਰ ਮੈਨੂੰ ਖੁਸ਼ੀ ਹੁੰਦੀ ਕਿ ਵਾਤਾਵਰਨ 'ਚ ਰਹਿ ਕੇ, ਜੇ ਉਹਨੂੰ ਕੱਲਾ ਜਦੋਂ ਇੱਥੇ ਬੱਚਿਆਂ ਨੂੰ ਛੁੱਟੀਆਂ ਹੁੰਦੀਆਂ ਸਮ ਟਾਈਮ ਇਸ ਨੂੰ ਲੈ ਕੇ ਆਈਦਾ, ਉਹ ਕੱਲਾ ਸ਼ੋਅ ਕਰ ਲੈਂਦਾ, ਆਪਣਾ ਸਾਰਾ ਆਪਰੇਟ ਕਰ ਲੈਂਦਾ। ਕਿਆ ਬਾਤ, ਬਹੁਤ ਅੱਛਾ। ਹੁਣ ਮੈਂ ਚਾਹਾਂਗਾ ਕਿ ਸਾਡੇ ਨਾਲ ਗੁਲਸ਼ਨ ਬਹੁਤ ਸਾਰੇ ਜਿਹੜੇ ਦੋਸਤ ਜੁੜੇ ਆ, ਸਰੀਨ ਸਾਹਿਬ, ਕੁਮਾਰ ਪਵਨਦੀਪ ਪੰਡਤ ਜੀ ਜਾਂ ਸਾਹਿਬ ਸਿੰਘ ਹੁਰੀ, ਕੋਈ ਦੋਸਤ ਕੋਈ ਗੱਲ ਪੁੱਛਣੀ ਚਾਹੁੰਦਾ ਜਾਂ ਦੱਸਣੀ ਚਾਹੁੰਦਾ? ਸਾਹਿਬ ਸਿੰਘ ਸਿਰ ਮਾਰ ਰਿਹਾ ਕਿ ਮੈਂ ਗੱਲ ਕਰਨੀ ਹੈ। ਸਾਹਿਬ ਸਿੰਘ, ਹਾਂਜੀ, ਆਪਣਾ ਮਾਈਕ ਔਨ ਕਰ ਲਓ ਸਾਹਿਬ।
मेरा ख्याल हुण ऑन है। हाँ हाँ भाजी गुलशन ढींगरा भाजी सत श्री अकाल पंजाब तो जी गुलशन नाल भाई बड़ा प्यारा संबंध रहा। गुलशन जो डिपार्टमेंट इंडियन थिएटर तो पास आउट हो रहे सी उदों भी असी इकट्ठियां ने मतलब दोस्तां दी तरह भी असी घूमदे फिरदे सी मिलदे सी एक दूसरे नूं ते थिएटर भी इकट्ठियां कीता। उदों गुलशन भाजी क्योंकि चंडीगढ़ आ चुके सी भाजी नाल नाटक कीते। एक नाटक है गुरदयाल सिंह फुल दा एक नाटक सी भाजी ने गुलशन की जिम्मेवारी लाई भी तुसी तैयार करवाओ। वो नाटक असी तैयार किया। मैं सी उहदे च रोजी राजीव शर्मा भी हुंदा सी उदों ते असी सारे सी इकट्ठे ਅਸੀਂ ਤਿੰਨ ਜਣੇ ਹੁੰਦੇ ਸੀ। हाँ 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 ते वो असी नाटक एक तैयार किया। वो मेरे ख्याल नाटक दा नाम डार्लिंग सी डार्लिंग नाटक सी डार्लिंग 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 यस डार्लिंग नाटक किया गया। फुल साहब दा फेस्टिवल होया सी उदों। हाँ ते एक नाटक डॉक्टर आतमजीत ने किया। दो भाजी ने कीते सी ये लोग किस दा भी कीता सी ते उदों गुलशन होरां नाल होया। बाद च मिट्टी दा मुल नाटक किया भाजी ने वो भी जिम्मेवारी लाई भी तुसी इकट्ठे होकर तैयार करो। उस भी राजीव भी सी ढींगरा भी सी ते वो भी असी इकट्ठे किया। फिर दूरदर्शन ते जदों काफी सारा काम दूरदर्शन ते भी असी ढींगरा ने काफी काम बिपिन गोयल हुंदे सी उदों प्रोड्यूसर ते बिपिन गोयल नाल 2-3 स्टोरीज कीतियां। दूरदर्शन आर्काइव्स ਲਈ कहानियां कीतियां सी हिंदी ਦੀਆਂ कुछ कहानियां ਅਸੀਂ ਕੀਤੀਆਂ ਇਕੱਠੀਆਂ ਤੇ ਅਸੀਂ ਫਗਵਾੜੇ ਜਾਣਾ ਇਹਨਾਂ ਕੋਲ ਰੁਕਣਾ। ਰੋਜ਼ੀ ਹੁਣਾਂ ਨੇ ਬੜੀ ਇਹਨਾਂ ਦੀ ਵਾਈਫ ਦਾ ਨਾਮ ਵੀ ਰੋਜ਼ੀ ਹੈ ਤੇ ਉਹਨਾਂ ਨੇ ਬੜੀ ਖਾਤਰਦਾਰੀ ਅਸੀਂ ਘਰ 'ਚ ਆਪਣੇ ਘਰ ਦੀ ਤਰ੍ਹਾਂ ਰਾਤਾਂ ਵੀ ਉੱਥੇ ਰੁਕਦੇ ਰਹੇ। ਬੜਾ ਅੱਛਾ ਸੰਬੰਧ ਰਿਹਾ। ਅੱਜ ਵੀ ਜਦੋਂ ਯਾਦ ਕਰੀਦਾ ਤੇ ਗੁਲਸ਼ਨ ਦੀ ਆਵਾਜ਼ ਨੂੰ ਖਾਸ ਤੌਰ ਤੇ ਯਾਦ ਕਰੀਦਾ। ਉਹ ਜਿਹੜੀ ਡੂੰਗੀ ਆਵਾਜ਼ ਗਹਿਰੀ ਆਵਾਜ਼ ਤੇ ਗੁਲਸ਼ਨ ਮੈਂ ਪੁੱਛਣਾ ਚਾਹੁੰਦਾ ਵੀ ਜਿੱਦਾਂ ਤੁਸੀਂ ਇੱਥੇ ਇਹਨਾਂ ਥੀਏਟਰ ਦਾ ਤਜਰਬਾ ਦੂਰਦਰਸ਼ਨ ਦਾ ਤਜਰਬਾ ਹੁਣ ਤੁਹਾਡਾ ਇੰਗਲੈਂਡ 'ਚ ਪੈਰ ਪੱਕੇ ਤਰ੍ਹਾਂ ਜੰਮ ਚੁੱਕੇ ਨੇ ਤੇ ਇਸ ਸਾਰੇ ਐਕਸਪੀਰੀਅੰਸ ਨੂੰ ਲੈ ਕੇ ਕੀ ਅਸੀਂ ਕਦੀ ਐਕਸਪੈਕਟ ਕਰ ਸਕਾਂਗੇ ਕਿ ਅਸੀਂ ਗੁਲਸ਼ਨ ਢੀਂਗਰਾ ਜਿਸ ਦੀ ਡਾਇਰੈਕਸ਼ਨ ਵਿੱਚ ਕਦੀ ਕੰਮ ਕੀਤਾ ਸੀ ਹੁਣ ਫਿਰ ਉਹ ਕੋਈ ਇਸ ਤਰ੍ਹਾਂ ਦੀ ਕੋਈ ਪ੍ਰੋਡਕਸ਼ਨ ਬਿਉਂਤੇ ਜਿਹਦੇ ਵਿੱਚ ਅਸੀਂ ਚਾਹੇ ਇੱਥੇ ਬੈਠੇ ਚਾਹੇ ਉੱਥੇ ਆ ਕੇ ਜਾਂ ਤੁਸੀਂ ਇੱਥੇ ਆ ਕੇ ਕੋਈ ਪ੍ਰੋਡਕਸ਼ਨ ਤਿਆਰ ਕੀਤੀ ਜਾਵੇ। ਪੈਸਾ ਹੁਣ ਤੁਸੀਂ ਚੰਗਾ ਖਾਸਾ ਕਮਾ ਲਿਆ ਹੋਇਆ ਪਰਿਵਾਰ ਸੈਟਲਡ ਹੈ ਅਸੀਂ ਵੀ ਆਲਮੋਸਟ ਸਾਰੇ ਸੈਟਲਡ ਆ ਪਰ ਸੰਘਰਸ਼ ਤਾਂ ਹਮੇਸ਼ਾ ਚੱਲਦਾ ਰਹਿਣਾ ਉਹਦੇ ਆਖਰੀ ਸਾਹ ਤੱਕ ਚੱਲਦਾ ਰਹਿਣਾ। ਕੀ ਇਸ ਤਰ੍ਹਾਂ ਦੀ ਕੋਈ ਪਲੈਨਿੰਗ ਹੈ ਕਿਤੇ ਸਾਨੂੰ ਦੁਬਾਰਾ ਮੌਕਾ ਮਿਲ ਸਕਦਾ ਇਕੱਠਿਆਂ ਕੰਮ ਕਰਨ ਦਾ? ਇਸ ਤਰ੍ਹਾਂ ਦੀ ਕੰਮ ਦਾ ਮੌਕਾ ਮਿਲ ਸਕਦਾ। ਇੱਥੇ ਪਹਿਲਾਂ ਮੈਂ ਅਸਲ ਦੇ ਵਿੱਚ ਜਦੋਂ ਮੈਂ ਇੱਥੇ ਰਿਸਰਚ ਕਰਕੇ ਸਾਰੀ ਦੇਖੀ ਹੈ ਮੈਂ ਦੇਖਿਆ ਕਿ ਜਦੋਂ ਬੰਦਾ ਨਾ ਆਪਣੀ ਸਾਹਿਬ ਸਿੰਘ ਜਦੋਂ ਆਪਣੀ ਜ਼ਮੀਨ ਨੂੰ ਬੰਦਾ ਬਾਹਰ ਛੱਡ ਕੇ ਚਲੇ ਜਾਂਦਾ ਆਪਣੀ ਜ਼ਮੀਨ ਨੂੰ ਛੱਡ ਕੇ ਚੱਲ ਜਾਂਦਾ ਆਪਣੀ ਜ਼ਮੀਨ ਤੇ ਰਹਿੰਦਾ ਉਹਨੂੰ ਉਹਦੀ ਜ਼ਮੀਨ 'ਚ ਦੇਖੋ ਜਿੱਥੇ ਕਮੀਆਂ ਹੁੰਦੀਆਂ ਹੀ ਇਸ ਕਰਕੇ ਸ਼ਾਇਦ ਲੋਕ ਬਾਹਰ ਜਾਂਦੇ ਸ਼ਾਇਦ ਮੈਂ ਵੀ ਇਸ ਕਰਕੇ ਗਿਆ ਹੋਵਾਂ ਜਾਂ ਆਪਣੀ ਹਰ ਇੱਕ ਬੰਦਾ ਇੱਕ ਲਾਈਫ ਤੁਸੀਂ ਆਪਣੇ ਲਈ ਜਿਉਣੇ ਇੱਕ ਲਾਈਫ ਇੱਕ ਟਾਈਮ ਤੇ ਜਾ ਕੇ ਤੁਸੀਂ ਸਾਹਿਬ ਸਿੰਘ ਨੂੰ ਆਪਣੇ ਬੱਚਿਆਂ ਲਈ ਜਿਉਣੀ ਹੁੰਦੀ। ਸੋ ਸ਼ਾਇਦ ਇਸ ਕਰਕੇ ਜਦੋਂ ਬਾਹਰ ਜਾ ਕੇ ਮੈਂ ਚਾਹੁੰਦਾ ਸੀ ਵੀ ਜਿਹੜਾ ਕਲਚਰ ਜਿਹੜਾ ਨਾਰਮਲ ਥੀਏਟਰ ਹੋਵੇ ਜਿਵੇਂ ਹੋਵੇ ਪਰ ਇੱਥੇ ਜਦੋਂ ਮੈਂ ਸਾਰਾ ਰਿਸਰਚ ਕਰਕੇ ਦੇਖਿਆ ਮੈਂ ਕਿਹਾ ਪਹਿਲੀ ਗੱਲ ਤਾਂ ਇਹ ਹੈ ਕਿ ਥੀਏਟਰ ਸਮਝਾਉਣਾ ਬਹੁਤ ਔਖਾ ਇਹਨਾਂ ਨੂੰ ਚੇਟਕ ਕਿੱਦਾਂ ਲਾਈਏ ਮਤਲਬ ਪਹਿਲਾਂ ਇਹਨਾਂ 'ਚ ਇੰਟਰਸਟ ਕਿੱਦਾਂ ਪੈਦਾ ਕਰੋਗੇ ਤੁਸੀਂ ਫਿਰ ਇੰਟਰਸਟ ਪੈਦਾ ਕਰਨ ਲੱਗੇ ਬਹੁਤ ਸਾਰੀਆਂ ਚੁਣੌਤੀਆਂ ਸੀ ਤੇ ਮੈਂ ਸੋਚਿਆ ਵੀ ਲੋਕ ਜ਼ਿਆਦਾ ਧਰਮ ਦੇ ਨਾਲ ਜੁੜੇ ਹੋਏ ਧਾਰਮਿਕ ਸ਼ੋਅ ਕਰੋ। ਜਦੋਂ ਮੈਂ ਗੁਰੂ ਘਰਾਂ 'ਚ ਕਹਿਣ ਜਾਣਾ ਤੇ ਸਾਰਿਆਂ ਨੇ ਪਹਿਲਾ ਇੱਕ ਸਵਾਲ ਇਹ ਹੋਣਾ ਵੀ ਤੁਸੀਂ ਸਾਡਾ ਕੰਮ ਖਰਾਬ ਕਰੋਗੇ ਤੁਸੀਂ ਗੁਰੂ ਦਾ ਕਿਉਂਕਿ ਜਿਹਨਾਂ ਨੇ ਕਦੀ ਦੇਖਿਆ ਹੀ ਨਹੀਂ ਕਹਿੰਦੇ ਵੀ ਜਿਹੜਾ ਤੁਸੀਂ ਜੇ ਗੁਰੂ ਦਾ ਕਿਰਦਾਰ ਕੀਤਾ ਤਾਂ ਪ੍ਰੋਬਲਮ ਹੋ ਜਾਣੀ ਤੁਸੀਂ ਵਿੱਚ ਜੀ ਵੀ ਗੁਰੂ ਨਾਨਕ ਦੇਵ ਜੀ ਬਣਾਓਗੇ ਜੇ ਤੁਸੀਂ ਵਿੱਚ ਇਸ ਤਰ੍ਹਾਂ ਕਰੋਗੇ। ਪਹਿਲੇ ਜਦੋਂ 12 'ਚ ਟੀਮ ਆਈ ਤਾਂ ਮੈਨੂੰ ਬੜਾ ਸੰਘਰਸ਼ ਕਰਨਾ ਪਿਆ ਉਦੋਂ ਮੇਰੇ ਕੋਲ ਰੇਡੀਓ ਨਹੀਂ ਸੀ ਤੇ ਮੈਂ ਕਿਸੇ ਰੇਡੀਓ ਸਟੇਸ਼ਨ ਤੇ ਕੰਮ ਕਰਦਾ ਸੀ ਉਹ ਰੇਡੀਓ ਬੰਦ ਹੋ ਗਿਆ ਤੇ ਮੇਰੇ ਕੋਲ ਟਾਈਮ ਸੀ ਉਦੋਂ ਬਹੁਤ ਸਮਝਾਇਆ ਪਰ ਉਹਦੇ ਵਿੱਚ ਸਾਨੂੰ ਥੋੜਾ ਜਿਹਾ ਇੱਕ ਆਸਰਾ ਮਿਲਿਆ ਕਿਉਂਕਿ ਇੱਥੇ ਬਹੁਤ ਸਾਲ ਪਹਿਲਾਂ ਜਿਹੜੇ ਭਾਜੀ ਗੁਰਸ਼ਰਨ ਭਾਜੀ ਆਪਣੇ ਨਾਟਕ ਦੂਸਰੇ ਕਰਕੇ ਗਏ ਸੀ ਪਰ ਉਹ ਇੱਕ ਅਨੀਸ਼ ਸੀ ਵੀ ਜਿੱਦਾਂ ਜਿਹਨੂੰ ਆਪਾਂ ਕਹਿ ਦਿੰਦੇ ਨਾ ਵੀ ਜਿੱਥੇ ਕਾਮਰੇਡਾਂ ਦੇ ਜਿਹਨੂੰ ਨਾਟਕ ਕਹਿ ਦਿੰਦੇ ਆਪਾਂ ਉਹ ਕੁਛ ਪੋਲੀਟੀਕਲ ਜੁੜੇ ਕੁਛ ਸੰਸਥਾਵਾਂ ਸੀ ਪਰ ਆਮ ਲੋਕਾਂ ਤੱਕ ਉਹਨਾਂ ਨੂੰ ਪਤਾ ਨਹੀਂ ਸੀ ਪਰ ਕਿਸੇ ਨਾ ਕਿਸੇ ਕਰਕੇ ਮੇਰਾ ਆਪਣਾ ਨਾਂ ਸੀ ਜਦੋਂ ਮੇਰੀ ਸ਼ਕਲ ਦੇਖਦੇ ਸੀ ਉਹ ਯਕੀਨ ਕਰਦੇ ਸੀ ਯਾਰ ਇਹ ਬੰਦਾ ਤੇ ਇੱਥੇ ਸਟੈਬਲਿਸ਼ ਹੈ ਇਹ ਤਾਂ ਬੰਦਾ ਗਲਤ ਨਹੀਂ ਕਰੂਗਾ। ਸੋ ਹੌਲੀ ਹੌਲੀ ਲੋਕਾਂ ਨੂੰ ਚੇਤਕ ਪਾਈ ਅਸੀਂ ਚਾਹੁੰਦੇ ਸੀ ਵੀ ਜਿਹੜੇ ਆਮ ਜਿੱਦਾਂ ਤੁਸੀਂ ਸਾਹਿਬ ਸਿੰਘ ਪੁੱਛਿਆ ਸਵਾਲ ਦੂਸਰਾ ਨਾਟਕ ਵੀ ਕਰੀਏ ਜਿਹਦੇ ਵਿੱਚ ਸਸਤੀ ਜੀ ਟਿਕਟ ਰੱਖ ਕੇ ਲੋਕਾਂ ਨੂੰ ਪਹਿਲਾਂ ਤੇ ਇਹ ਤਾਂ ਦਿਖਾਈਏ ਵੀ ਥੀਏਟਰ ਔਰ ਫਿਰ ਇਸੇ ਤਰ੍ਹਾਂ ਹੀ ਕਰਦੇ ਫਿਰ ਇਸ ਤਰ੍ਹਾਂ ਏਦਾਂ ਚਾਹੁੰਦੇ ਸੀ ਪਰ ਫਿਰ ਮੈਂ ਰੇਡੀਓ ਵਿੱਚ ਇੰਨਾ ਵਿਅਸਤ ਹੋ ਗਿਆ ਐਤਕੀ ਵੀ ਮੈਂ ਪਲਾਨ ਕੀਤਾ ਸੀ ਕੋਈ ਦੂਸਰਾ ਪਲੇ ਕਰਾਂਗੇ ਇਸ ਤਰ੍ਹਾਂ ਦਾ ਪਰ ਇਹਦਾ ਇਨ ਫਿਊਚਰ ਹੁਣ ਤਾਂ ਅੱਜ ਕੱਲ੍ਹ ਚਲੋ ਦੌਰ ਨਹੀਂ ਚੰਗਾ ਜਦੋਂ ਕਦੀ ਕਰੋਨਾ ਵਾਇਰਸ ਬੀਤ ਗਿਆ ਜਦੋਂ ਸਰਕਾਰਾਂ ਨੇ ਕਦੇ ਅਲਾਉ ਕੀਤਾ ਤੇ ਮੈਂ ਜ਼ਰੂਰ ਕਰਨਾ ਚਾਹੂੰਗਾ ਕੇਵਲ ਭਾਜੀ ਜੇ ਸੁਣ ਰਹੇ ਆਪਾਂ ਸਾਰੇ ਜ਼ਰੂਰ ਚਾਹਾਂਗੇ ਮੈਨੂੰ ਚੰਗਾ ਲੱਗੂਗਾ ਕਿ ਪੰਜਾਬ ਸੰਗੀਤ ਨਾਟਕ ਅਕੈਡਮੀ ਤੇ ਬੈਨਰ ਥੱਲੇ
ਤੁਸੀਂ ਸਾਰੇ ਬੜੇ ਸੁਲਝੇ ਹੋਏ ਹੋ, ਆਪਾਂ ਸਾਰੇ ਮਿਲ ਕੇ ਕੋਈ ਐਸਾ ਕਰੀਏ ਜਿਹਦੇ ਵਿੱਚ ਪੰਜਾਬੀਅਤ ਦੀ, ਪੰਜਾਬੀ ਸਮਾਜ ਲਈ, ਕਿਉਂਕਿ ਮੈਂ ਉਹ ਨਾਟਕ ਇੱਥੇ ਤਿਆਰ ਕਰਾਵਾਂਗੇ ਕਿਉਂਕਿ ਜਿਹੜੀ ਉੱਥੇ ਦੀਆਂ ਸਮੱਸਿਆਵਾਂ ਨਾ, ਉੱਥੇ ਦੀਆਂ ਸਮੱਸਿਆਵਾਂ ਦਾ ਇੱਥੇ ਲੋਕਾਂ ਨੂੰ ਹੁਣ ਕੋਈ ਫਾਇਦਾ ਨਹੀਂ। ਦੇਖੋ ਸਾਹਿਬ ਸਿੰਘ ਕੀ ਹੁੰਦਾ, ਹਰ ਕੰਟਰੀ ਦੀ ਅਲੱਗ-ਅਲੱਗ ਸਿਚੁਏਸ਼ਨ ਆ। ਆਸਟ੍ਰੇਲੀਆ 20 ਸਾਲ ਤੋਂ ਲੋਕ ਸੈੱਟ ਹੋਏ, ਕੈਨੇਡਾ 20-25 ਸਾਲ ਤੋਂ ਲੋਕ ਸੈੱਟ ਹੋਏ, ਅਮਰੀਕਾ 25-30 ਸਾਲ ਤੋਂ ਸੈੱਟ ਹੋਏ, ਉੱਥੇ ਹਜੇ ਹੋਰ ਤਰ੍ਹਾਂ ਦਾ ਦੌਰ ਆ। ਜਿਹੜਾ ਯੂਕੇ ਆ, ਇਹਦਾ ਯੂਕੇ ਦਾ ਇਤਿਹਾਸ ਇੰਡੀਆ ਦੀ ਆਜ਼ਾਦੀ ਨਾਲ, ਇੰਡੀਆ ਨਾਲ ਬਹੁਤ ਪੁਰਾਣਾ ਜੁੜਿਆ ਹੋਇਆ, ਸੈਕੰਡ ਵਰਲਡ ਵਾਰ ਵੇਲੇ। ਇੱਥੇ ਤੁਸੀਂ ਮੰਨਣਾ ਨਹੀਂ, ਕਈ ਬਜ਼ੁਰਗ ਏਦਾਂ ਦੇ ਜਿਹੜੇ 1948 ਦੇ ਆਏ ਹੋਏ, ਜਿਹੜੇ ਦਾਦੇ ਦਾਦੀਆਂ ਪੜਦਾਦੇ ਇੱਥੇ ਹੀ ਬਣ ਗਏ, ਇੱਥੋਂ ਦੇ ਬੋਰਨ ਬਰਡ। ਮਤਲਬ ਇੱਥੇ ਵੀ ਪੰਜਾਬੀ ਸਮਾਜ 'ਚ ਬਹੁਤ ਸਾਰੀਆਂ ਸਮੱਸਿਆਵਾਂ, ਬਹੁਤ ਸਾਰੀਆਂ ਆਰਗੇਨਾਈਜੇਸ਼ਨ ਪੰਜਾਬੀ ਜ਼ੁਬਾਨ ਨੂੰ ਜਿਉਂਦੇ ਰੱਖਣ ਲਈ, ਗੁਰੂ ਘਰਾਂ ਵਾਲੇ ਬਹੁਤ ਕੰਮ ਕਰਦੇ। ਮੈਂ ਚਾਹੁੰਦਾ ਵੀ ਟੀਮ ਉੱਥੋਂ ਬੁਲਾ ਕੇ, ਉੱਥੋਂ ਟੀਮ ਬੁਲਾ ਕੇ ਇੱਥੇ ਦੀਆਂ ਪ੍ਰੋਬਲਮਸ ਨੂੰ ਲੈ ਕੇ ਕੋਈ ਕੰਮ ਇਸ ਤਰ੍ਹਾਂ ਕਰਾਂਗੇ ਜੇ ਅੱਗੇ ਸਭ ਠੀਕ ਹੋ ਗਿਆ। ਬਿਲਕੁਲ ਬਿਲਕੁਲ, ਜ਼ਰੂਰ ਗੁਲਸ਼ਨ ਨੇ ਬਹੁਤ ਅੱਛਾ ਆਈਡੀਆ। ਇਸ ਤਰ੍ਹਾਂ ਦਾ ਕੋਈ ਕੰਮ ਭਵਿੱਖ ਵਿੱਚ ਕਦੀ ਕੀਤਾ ਜਾ ਸਕਦਾ ਵਾ, ਕਿਉਂਕਿ ਜਦੋਂ ਅਸੀਂ ਇੰਗਲੈਂਡ ਆਏ ਸੀ, ਮੈਂ ਉਦੋਂ ਕੈਨੇਡਾ, ਅਮਰੀਕਾ, ਇੰਗਲੈਂਡ ਇਕੱਠਾ ਟੂਰ ਸੀ 83 ਦੇ ਵਿੱਚ। ਉਦੋਂ ਦੀਆਂ ਸਿਚੁਏਸ਼ਨ ਤੋਂ ਹੁਣ ਦੀਆਂ ਸਿਚੁਏਸ਼ਨ ਵਿੱਚ ਬਹੁਤ ਫਰਕ ਹੈ। ਔਰ ਉਦੋਂ ਦੀਆਂ ਸਮੱਸਿਆਵਾਂ, ਉਦੋਂ ਗੁਰਸ਼ਨ ਭਾਜੀ ਨਾਲ ਹੀ ਅਸੀਂ ਆਏ ਸੀਗੇ ਤੇ ਕਾਫੀ ਅਸੀਂ 25-30 ਸ਼ਹਿਰਾਂ ਵਿੱਚ ਵੱਖ-ਵੱਖ ਸ਼ੋਜ਼ ਕੀਤੇ ਸੀ। ਉਦੋਂ ਕਾਫੀ ਸ਼ੋਜ਼ ਹੋਏ ਸੀ, ਬਹੁਤ ਸਾਰੇ। ਉਦੋਂ ਹਾਲੇ ਕਿ ਮੈਂ ਛੋਟੀ ਉਮਰ ਦਾ ਸੀਗਾ, ਕਹਿ ਲਓ ਕਿ 17-18 ਸਾਲ ਦਾ ਹੋਵਾਂਗਾ, ਪਰ ਬੜਾ ਅਲੱਗ ਤਰ੍ਹਾਂ ਦਾ ਉਦੋਂ ਰਿਸਪੌਂਸ ਸੀਗਾ। ਤੇ ਹੁਣ ਜਿਸ ਤਰ੍ਹਾਂ ਦੀਆਂ ਗੱਲਾਂ ਤੁਸੀਂ ਜਿਹੜੀਆਂ ਪ੍ਰੋਬਲਮਸ ਨੂੰ ਦੱਸ ਰਹੇ ਹੋ ਜਿਹੜੇ, ਤੇ ਮੇਰਾ ਖਿਆਲ ਇਹਨਾਂ ਸਮੱਸਿਆਵਾਂ ਨੂੰ ਲੈ ਕੇ ਕੁਝ ਹੋਰ ਵੀ ਗੱਲਾਂ ਕੀਤੀਆਂ ਜਾ ਸਕਦੀਆਂ ਨਾਟਕ ਦੇ ਰਾਹੀਂ, ਔਰ ਬੜੀ ਸੋਹਣੀ ਪੇਸ਼ਕਾਰੀ ਕੀਤੀ ਜਾ ਸਕਦੀ ਹੈ। ਕੋਈ ਹੋਰ ਦੋਸਤ ਕੁਝ ਕਹਿਣਾ ਚਾਹ ਰਿਹਾ ਹੋਵੇ, ਕੋਈ ਪੁੱਛਣਾ ਚਾਹ ਰਿਹਾ ਹੋਵੇ, ਕੋਈ ਗੱਲ ਗੁਲਸ਼ਨ ਹੋਰਾਂ ਕੋਲੋਂ। ਸਰੀਨ ਸਾਹਿਬ, ਤੁਸੀਂ ਕੁਝ ਗੱਲ ਕਰਨੀ ਚਾਹੋਗੇ? ਓਕੇ, ਤੇ ਗੁਲਸ਼ਨ ਮੈਂ ਅਸਲ 'ਚ ਜਿਹੜੀ ਗੱਲ ਤੁਸੀਂ ਕਰ ਰਹੇ ਸੀ ਗੁਲਸ਼ਨ, ਅਸਲ 'ਚ ਮੈਂ ਉੱਥੇ ਆ ਰਿਹਾ ਸੀ ਕਿ ਕਿਉਂਕਿ ਮੇਰਾ ਵੀ ਨਾ ਇੰਗਲੈਂਡ ਨਾਲ ਬੜਾ ਵਾਹ ਵਾਸਤਾ। ਮੇਰੀਆਂ ਭੈਣਾਂ, ਭੂਆ, ਚਾਚੇ, ਤਾਏ ਸਭ ਮਤਲਬ ਕੋਈ 90 ਸਾਲ ਤੋਂ, 80 ਸਾਲ ਤੋਂ, 70 ਸਾਲ ਤੋਂ ਉੱਥੇ ਬੈਠੇ ਆ। ਤੇ ਜਦੋਂ ਹੁਣ ਮੈਂ ਆਪਣੇ ਭਾਣਜਿਆਂ ਨਾਲ ਗੱਲਾਂ ਕਰਦਾ ਤੇ ਟੋਟਲੀ ਉਹ ਹੋਰ ਤਰ੍ਹਾਂ ਦੀਆਂ ਗੱਲਾਂ ਕਰਦੇ ਆ। ਤੇ ਮੈਨੂੰ ਇਹੀ ਸੀ ਕਿ ਤੁਸੀਂ ਹੁਣ ਕਾਫੀ ਸਾਲਾਂ ਤੋਂ ਉੱਥੇ ਬੈਠੇ ਹੋ, ਇੱਕ ਇਸ ਤਰ੍ਹਾਂ ਦੀ ਸਕ੍ਰਿਪਟ ਇਵੋਲਵ ਕੀਤੀ ਜਾਵੇ ਜਿੱਥੇ ਉੱਥੇ ਦੀਆਂ ਪ੍ਰੋਬਲਮਸ, ਜਿਹੜੀ ਉੱਥੋਂ ਦੀ ਯੂਥ ਹੈ, ਉਹਨਾਂ ਦੀਆਂ ਅਚੀਵਮੈਂਟਸ, ਉਹਨਾਂ ਦੀਆਂ ਐਸਪੀਰੇਸ਼ਨਸ, ਉਹਨਾਂ ਦੇ ਐਂਬੀਸ਼ਨਸ, ਇਦਾਂ ਦੀ ਕੋਈ ਸਕ੍ਰਿਪਟ ਕਹਿਣ ਦਾ ਮਤਲਬ ਇਵੋਲਵ ਤੁਸੀਂ ਉੱਥੇ ਬੈਠ ਕੇ ਕਰ ਸਕਦੇ ਹੋ। ਮੇਰਾ ਇਹੀ ਖਾਹਿਸ਼ ਸੀ ਮੇਰੀ, ਵੀ ਇੱਥੇ ਦੇ ਸਬਜੈਕਟ ਉੱਥੇ ਜਾ ਕੇ ਪੇਸ਼ ਕਰਨਾ ਇੱਕ ਡਿਫਰੈਂਟ ਗੱਲ ਹੈ। ਉਹ ਤਾਂ ਹਾਂ, ਉੱਥੇ ਦਾ ਹੁਣ ਪਤਾ ਕੀ ਆ, ਚੌਥੀ ਪੰਜਵੀਂ ਜਨਰੇਸ਼ਨ ਚੱਲਦੀ ਆ, ਉਹਨਾਂ ਨੂੰ ਉਹਨਾਂ ਚੀਜ਼ਾਂ ਦਾ ਨਾ ਕੋਈ ਮਤਲਬ ਆ। ਲੋਕ ਹੁਣ ਆਪਣਾ ਜਿੰਨੇ ਵੀ NRIs ਆਪਣੀਆਂ ਪ੍ਰਾਪਰਟੀਆਂ ਵੇਚ ਕੇ ਬਾਈਂਡ ਅਪ ਕਰਕੇ ਸਭ ਵਾਪਸ ਜਾ ਰਹੇ ਆ। ਇੱਥੇ ਦੀਆਂ ਬਹੁਤ ਚੁਣੌਤੀਆਂ ਆ, ਇੱਥੇ ਦੀ ਬਹੁਤ ਸਾਰੀਆਂ ਚੁਣੌਤੀਆਂ। ਮੈਂ ਇਹਦਾ ਸੋਚਿਆ ਸੀ ਕਿ ਪਹਿਲਾਂ ਕੋਈ ਸਿਨੋਪਸਿਸ ਲਿਖ ਕੇ ਥੋੜਾ ਜਿਹਾ, ਜਿੱਦਾਂ ਤੁਸੀਂ ਬਹੁਤ ਵਧੀਆ ਲਿਖ ਲੈਂਦੇ, ਕੇਵਲ ਭਾਜੀ ਬਹੁਤ ਵਧੀਆ ਲਿਖ ਲੈਂਦੇ ਆ, ਕਿਉਂਕਿ ਮੈਨੂੰ ਤਾਂ ਜ਼ਿਆਦਾ ਲਿਖਣ ਦੀ ਆਦਤ ਨਹੀਂ ਹੈ। ਮੈਂ ਵੀ ਕਹਾਂ, ਮੈਂ ਕਿਹਾ ਵੀ ਇਹ ਸਾਰੇ ਬੰਦੇ ਨੂੰ ਬੁਲਾ ਕੇ, ਜਿਹੜੇ ਤੁਹਾਡੇ 'ਚ ਤਾਂ ਉਹ ਐਬਿਲਿਟੀ, ਤੁਸੀਂ 2-3 ਦਿਨ ਦੇ ਵਿੱਚ ਤੁਹਾਡੇ ਕੋਲ ਬੁਲਟ ਪੁਆਇੰਟ ਮੋਹਰੇ ਹੋਣ, ਸਭ ਚੀਜ਼ਾਂ ਜਿਹੜੀਆਂ ਸਕ੍ਰਿਪਟ 1-1.5 ਘੰਟੇ ਦੀ ਬਣ ਜਾਣੀਆਂ। ਦੇਖੋ, ਇਸ ਕੰਟਰੀ ਵਿੱਚ ਮਿਊਜ਼ਿਕ ਦੀ ਕੋਈ ਕਮੀ ਨਹੀਂ, ਸਟੂਡੀਓ ਦੀ ਕਮੀ ਨਹੀਂ, ਮੈਜੀਸ਼ੀਅਨ ਦੀ ਕੋਈ ਕਮੀ ਨਹੀਂ ਆ, ਹਰ ਚੀਜ਼ਾਂ। ਇੱਥੇ ਏਦਾਂ ਹੈ ਵੀ ਹਜੇ ਥੀਏਟਰ ਉਸ ਪੜਾਅ ਦੇ ਵਿੱਚ ਜਾਣਾ ਜਿਹੜਾ ਮੈਂ ਸ਼ੁਰੂ ਕੀਤਾ ਸੀ ਕਿ ਥੀਏਟਰ ਮੁਫਤ ਤੇ ਗੁਰੂ ਘਰਾਂ 'ਚ ਜਾ ਕੇ ਪਹਿਲਾਂ ਕੀਤਾ। ਹੌਲੀ ਹੌਲੀ ਫਿਰ ਕਮਿਊਨਿਟੀ ਹਾਲਾਂ 'ਚ ਦਿਖਾਵਾਂਗੇ, ਕਿਉਂਕਿ ਪਹਿਲਾਂ ਤੁਹਾਨੂੰ ਜਿਹੜੀ ਦੂਸਰਾ ਬਹੁਤ ਘੱਟ ਹੋਇਆ। ਜਿੱਦਾਂ ਕੇਵਲ ਭਾਜੀ ਜਿਸ ਵੇਲੇ ਆਇਆ, ਉਸ ਵੇਲੇ ਦੇ ਸਾਨੂੰ 2-3 ਬੰਦੇ ਮਿਲੇ ਆ, ਈਸਟ ਲੰਡਨ ਵਿੱਚ ਮਿਲੇ ਆ, ਗ੍ਰੇਵਸੈਂਟ 'ਚ ਮਿਲੇ, ਜਿਹਨੀ ਗੁਰਸ਼ਨ ਭਾਜੀ ਦੇ ਨਾਟਕ ਦੇਖੇ ਹੋਏ ਸੀ, ਉਹ ਸਮਝਦੇ ਸੀ, ਪਰ ਬਾਕੀ ਲੋਕ ਨਹੀਂ ਸਮਝਦੇ ਸੀ ਇਹਨਾਂ ਗੱਲਾਂ ਨੂੰ। ਪਰ ਇਹ ਆ ਵੀ ਅਸੀਂ ਇੱਕ ਵਾਤਾਵਰਨ ਪੈਦਾ ਕੀਤਾ, ਕਿਉਂਕਿ ਇੱਕ ਧਰਮ ਏਦਾਂ ਦਾ ਵਿਸ਼ਾ, ਜਦ ਤੁਸੀਂ ਕਿਸੇ ਜਗ੍ਹਾ ਤੇ ਧਾਰਮਿਕ ਨਾਟਕ ਕਰਨ ਜਾਓਗੇ ਤੇ ਉਹ ਤੇ ਯੂਨੀਕ, ਯੂਨੀਵਰਸਲ, ਉੱਥੇ ਤਾਂ ਫਿਰ ਸਾਰੇ ਆ ਜਾਂਦੇ। ਪਰ ਇਸ ਵੇਲੇ ਲੋੜ ਇਹ ਜ਼ਰੂਰਤ ਹੈ ਵੀ ਜਿਹੜੀ ਇੱਥੋਂ ਦੀ ਸਮਾਜਿਕ, ਕਿਉਂਕਿ ਮੇਰੇ ਕੋਲ ਹੁਣ ਇੱਥੇ ਕੋਈ ਇੰਨੀ ਐਕਟਰਾਂ ਦੀ, ਮੈਂ ਤਾਂ ਮੇਰੇ ਵਾਈਫ ਤੋਂ ਇਲਾਵਾ ਹੋਰ ਸਾਡੇ ਲਈ ਬਹੁਤ ਔਖਾ ਹੈ ਇੰਨਾ ਟਾਈਮ ਕੱਢਣਾ। ਅਸੀਂ ਤਾਂ ਚਾਹੁੰਦੇ ਸੀ ਵੀ 4-5 ਜਿਹੜੇ ਐਕਟਰ ਉੱਥੋਂ ਮੰਗਵਾ ਕੇ ਉਹਨਾਂ ਨੂੰ ਇੱਥੇ ਤਿਆਰ ਕਰਕੇ ਫਿਰ ਇੱਥੇ ਡਿਫਰੈਂਟ ਜਗ੍ਹਾ ਤੇ, ਕਿਉਂਕਿ ਪਰਮਾਤਮਾ ਦੀ ਕਿਰਪਾ ਨਾਲ ਲਿੰਕ ਬਹੁਤ ਹੈਗੇ ਸਾਰੇ UK ਵਿੱਚ ਵੀ, ਯੂਰਪ ਵਿੱਚ ਵੀ। ਸੋ ਉਹ ਸੋਚ ਰਿਹਾ ਸੀ ਵੀ ਕਿਤੇ ਏਦਾਂ, ਮਤਲਬ ਲੋਕ ਇੱਥੇ ਦਾ ਜਿਹੜਾ ਚੀਜ਼ਾਂ ਹੈ, ਕਿਉਂਕਿ ਇੱਥੇ ਲੋਕ ਤਰਸਦੇ ਇਹਨਾਂ ਚੀਜ਼ਾਂ ਨੂੰ ਦੇਖਣ ਲਈ, ਤੇ ਜ਼ਿਆਦਾ ਜਿਹੜੇ ਮਤਲਬ ਦੂਸਰੇ ਕਨਸਰਟ ਹੀ ਹੁੰਦੇ, ਸਿੰਗਰਸ ਜ਼ਿਆਦਾ ਆਉਂਦੇ ਲੋਕ, ਕਿਉਂਕਿ ਲੋਕ ਕੰਮ ਕਰਦੇ, ਲੋਕ ਚਾਹੁੰਦੇ ਹੁੰਦੇ ਆਪਣੇ ਨਾਲ ਜੁੜ ਕੇ ਰਹਿਣ ਨੂੰ, ਕੋਈ ਚੀਜ਼ ਦੇਖਣਾ ਚਾਹੁੰਦੇ ਹੁੰਦੇ ਆ।
ਕਿਉਂਕਿ ਇਦਾਂ ਨਾ ਵੀ ਜਿਹੜਾ ਸਿੰਗਰ ਹੈ ਉਹਨੂੰ ਤਾਂ ਆਪਣੇ ਮਿਊਜ਼ੀਸ਼ੀਅਨ ਲਿਆਂਦੇ, ਉਹਨਾਂ ਦੀ ਫਟਾਫਟ ਤਿਆਰੀ ਕੀਤੀ ਹੁੰਦੀ, ਲੋਕ ਚਲੇ ਜਾਂਦੇ ਆ। ਹੁਣ ਥੀਏਟਰ ਨੂੰ ਥੋੜਾ ਟਾਈਮ ਲੱਗਦਾ ਤਿਆਰ ਕਰਨ ਵਾਸਤੇ। ਮੈਂ ਪਹਿਲਾਂ ਇੱਥੇ ਸਾਹਿਬ ਸਿੰਘ ਬਣਾਈ ਸੀ ਥੀਏਟਰ ਟੀਮ। ਉਹ ਹੋਇਆ ਕਿ ਪਹਿਲਾਂ ਮੈਂ ਬਾਹੇ ਜਿਨ੍ਹਾਂ ਦੀ ਪਕੜੀਏ, ਬਹੁਤ ਵਧੀਆ। ਮੇਰਾ ਆਪਣਾ ਜਿਹੜਾ ਇੱਥੇ ਗਰੁੱਪ ਦਾ ਨਾਂ ਅਗਮ ਥੀਏਟਰ ਗਰੁੱਪ ਆ। ਸੋ ਉਹ 1 ਮਹੀਨਾ ਇੱਥੇ ਲੋਕਲ ਟੀਮ ਤਿਆਰ ਕਰਕੇ ਕੀਤੀ। ਮੈਂ ਕੋਸ਼ਿਸ਼ ਕੀਤੀ, ਕਾਮਯਾਬ ਹੋਏ। 1.5 ਮਹੀਨੇ ਬਾਅਦ ਕੀ ਹੋਇਆ, ਕਿਸੇ ਬੰਦੇ ਨੂੰ ਨੌਕਰੀ ਗਲਾਸਗੋ ਮਿਲ ਗਈ, ਕਿਸੇ ਬੰਦੇ ਨੂੰ ਸਕਾਟਲੈਂਡ ਮਿਲ ਗਈ, ਕਿਸੇ ਨੂੰ ਲੰਡਨ ਮਿਲ ਗਈ, ਸਾਰੇ ਚਲ ਗਏ। ਮਤਲਬ ਉਹ ਤਾਂ ਪੋਸੀਬਲ, ਜਿੱਦਾਂ ਬੰਦੇ ਤੁਹਾਡੇ ਕੋਲ 4-5 ਆਏ ਹੋਏ ਐਕਟਰ, ਤੁਸੀਂ ਆਪ ਬੈਠ ਕੇ ਸਾਰਾ ਉਹਨੂੰ ਕਰਦੇ ਆ, ਤੇ ਫਿਰ ਕੋਈ ਪ੍ਰੋਬਲਮ ਨਹੀਂ, ਫਿਰ ਕੋਈ ਦਿੱਕਤ ਨਹੀਂ। ਗੁਲਸ਼ਨ, ਵੈਸੇ ਇੱਥੇ ਇੰਗਲੈਂਡ ਦੇ ਵਿੱਚ ਕੋਈ ਆਪਣੇ ਪੰਜਾਬੀ ਇਹੋ ਜਿਹੇ ਹੈਗੇ ਨੇ ਹੋਰ ਜਿਹੜੇ ਤੁਹਾਡੀ ਟੀਮ ਦਾ ਹਿੱਸਾ ਬਣ ਕੇ ਕੋਈ ਤੁਸੀਂ ਗਰੁੱਪ ਕ੍ਰੀਏਟ ਕਰ ਸਕੋ? ਕੋਈ ਬਹੁਤ ਸਾਰੇ ਯੰਗ ਲੋਕ ਵੀ ਜਾ ਰਹੇ ਨੇ ਬਾਹਰ, ਜਾਂ ਕੁਝ ਸਮਾਂ ਪਹਿਲਾਂ ਗਏ ਹੋਣ ਤੇ ਜਿਹੜੇ ਹੁਣ ਸੈੱਟ ਹੋ ਗਏ ਹੋਣ, ਉਹਨਾਂ ਚੋਂ ਕੋਈ ਤੁਹਾਡੇ ਨਾਲ ਜੁੜਨਾ ਚਾਹੁੰਦਾ ਹੋਵੇ ਤੁਹਾਡੇ ਰੇਡੀਓ ਤੋਂ ਸੁਣ ਕੇ? ਨਹੀਂ ਭਾਜੀ, ਮੁਸ਼ਕਲ ਬਹੁਤ। ਦੇਖੋ ਨਾ, ਇਸ ਕੰਟਰੀ ਵਿੱਚ ਏਦਾਂ ਕਿ ਹਰ ਬੰਦੇ ਨੂੰ ਕੰਮ ਕਰਨਾ ਪੈਂਦਾ, ਹਨਾ? ਕਿਉਂਕਿ ਕੰਮ ਕਰਨਾ ਕਿਸੇ ਦਾ ਬਿਜ਼ਨਸ ਹੈ, ਕਿਸੇ ਦੀ ਜੌਬ ਆ। ਜੌਬ ਦੇ ਵਿੱਚ ਸਾਰੇ ਬੰਦੇ ਬਹੁਤ ਸਟ੍ਰਿਕਟ ਲਾਅ ਹੈ, ਹਰ ਇੱਕ ਬੰਦੇ ਨੂੰ ਇਮਾਨਦਾਰੀ ਨਾਲ ਕੰਮ ਕਰਨਾ ਪੈਂਦਾ। ਸਿਰਫ ਇੱਕ ਵੀਕਐਂਡ ਹੁੰਦਾ ਸੈਚਰਡੇ ਸੰਡੇ, ਜਿਹੜਾ ਹੈ ਸੈਚਰਡੇ ਲੋਕ ਵੀ ਕੰਮ ਕਰਦੇ ਬਹੁਤੇ, ਸੰਡੇ ਹੁੰਦਾ। ਸੰਡੇ ਵਾਲੇ ਦਿਨ ਬੰਦੇ ਦੀ ਆਪਣੀ ਸੋਸ਼ਲ ਲਾਈਫ ਬਹੁਤ ਹੁੰਦੀ ਆ। ਹੁਣ ਇੱਥੇ ਤਾਂ ਏਦਾਂ ਆ ਕੇਵਲ ਭਾਜੀ ਨਾ, ਮਤਲਬ ਇੱਥੇ ਮੈਨੂੰ ਪਹਿਲਾਂ ਇੱਕ ਬੰਦਾ ਕਹਿੰਦਾ ਹੁੰਦਾ ਸੀ ਵੀ ਇੱਥੇ ਤੁਹਾਨੂੰ 16 ਕਲਾਂ ਸੰਪੂਰਨ ਹੋਣਾ ਪੈਣਾ। ਮਤਲਬ ਇੱਥੇ ਏਦਾਂ ਵੀ ਮੈਂ ਆਪਣੀ ਗੱਡੀ ਦਾ ਡਰਾਈਵਰ ਵੀ ਆਪ ਹੈ, ਘਰ ਜਾ ਕੇ ਰੋਟੀ ਵੀ ਅਸੀਂ ਆਪ ਹੀ ਬਣਾਉਣੀ ਹੈ, ਕਲੀਨਿੰਗ ਵੀ ਆਪ ਹੀ ਕਰਨੀ, ਆਫਿਸ ਵੀ ਆਪ ਹੀ ਬਹਿਣਾ, ਸਾਰੇ ਕੰਮ ਤੁਸੀਂ ਆਪ ਹੀ ਕਰਨੇ। ਤੇ ਕਿਉਂਕਿ ਉਹ ਸਿਸਟਮ ਹੈ ਨਹੀਂਗਾ। ਹੈਗੇ ਤਾਂ ਹੈ ਜਿਨ੍ਹਾਂ ਦੇ ਮਨਾਂ ਦੇ ਵਿੱਚ, ਕੋਈ ਬੰਦੇ ਆਏ ਹੋਏ ਆਰਟਿਸਟ, ਸੋ ਜਿਨ੍ਹਾਂ ਦੇ ਮਨਾਂ 'ਚ ਗੱਲ ਹੈਗੀ ਆ, ਪਰ ਪੋਸੀਬਲ ਨਹੀਂ ਆ ਕੇਵਲ ਭਾਜੀ ਇਕੱਠੇ ਹੋਣਾ। ਕੋਈ ਬੰਦਾ ਲੰਡਨ ਰਹਿੰਦਾ, ਕੋਈ ਬਰਮਿੰਘਮ ਆ, ਕੋਈ ਗਲਾਸਗੋ ਆ, ਕੋਈ ਕਿਤੇ ਰਹਿੰਦਾ, ਕੋਈ ਕਿਤੇ ਰਹਿੰਦਾ। ਸਭ ਦੇ ਟਾਈਮ ਸ਼ਡਿਊਲ ਮਤਲਬ ਰੋਟੇ 'ਚ ਵੰਡੀ ਹੋਈ ਜ਼ਿੰਦਗੀ ਆ। ਕੋਈ ਦਿਨ ਨੂੰ ਜੌਬ ਕਰ ਰਿਹਾ, ਕੋਈ ਮਿਡ ਨਾਈਟ ਕਰ ਰਿਹਾ, ਕੋਈ ਮਿਡ ਡੇ ਕਰ ਰਿਹਾ, ਕੋਈ ਬਿਜ਼ਨਸ ਕਰ ਰਿਹਾ। ਸੋ ਮੁਸ਼ਕਲ ਹੈ ਬਹੁਤ ਸਾਰੀਆਂ ਚੀਜ਼ਾਂ ਨੂੰ ਇਹਦਾ ਇਕੱਠੇ ਕਰਨਾ। ਫਿਰ ਜਦੋਂ ਤੁਸੀਂ ਕਦੇ ਇਕੱਠੇ ਹੁੰਦੇ ਆ, ਕੋਈ ਨਾ ਕੋਈ ਬੰਦਾ ਕਦੇ ਹੋਰ ਚਲੇ ਗਿਆ, ਫਿਰ ਤੁਹਾਡਾ ਗਰੁੱਪ ਟੁੱਟ ਜਾਂਦਾ। ਇਸ ਤਰ੍ਹਾਂ ਜਿਹੜਾ ਇੰਗਲੈਂਡ ਦਾ ਥੀਏਟਰ ਹੈ, ਜਿਹੜਾ ਬ੍ਰਿਟਿਸ਼ ਲੋਕੀ ਕਰਦੇ ਆ, ਉਹ ਤਾਂ ਬਹੁਤ ਐਡਵਾਂਸ ਹੈ। ਬ੍ਰਿਟਿਸ਼ ਕਦੇ ਏਦਾਂ ਵੀ ਹੋਇਆ ਵੀ ਜਿਹੜੇ ਐਕਟਰ ਟ੍ਰੇਨਡ ਹੋ ਕੇ, ਜਿਵੇਂ ਤੁਸੀਂ ਟ੍ਰੇਨਡ ਹੋ ਕੇ ਗਏ ਹੋਏ ਹੋ, ਜਾਂ ਹੋਰ ਐਕਟਰਸ, ਕਦੇ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਉਹ ਜਿਹੜਾ ਬ੍ਰਿਟਿਸ਼ ਥੀਏਟਰ ਹੈ, ਜਿਹੜਾ ਸ਼ੇਕਸਪੀਅਰ ਦਾ ਥੀਏਟਰ ਹੋ ਰਿਹਾ ਉੱਥੇ, ਜਿਹੜਾ ਉੱਥੇ ਲੰਡਨ ਦੇ ਵਿੱਚ ਥੀਏਟਰ ਹੋ ਰਿਹਾ, ਕਦੇ ਉਹਦਾ ਹਿੱਸਾ ਬਣਨ ਦੀ ਕਿਸੇ ਆਰਟਿਸਟ ਨੂੰ ਕਦੇ ਉਹਨੇ ਕੋਸ਼ਿਸ਼ ਕੀਤੀ ਹੋਵੇ, ਜਾਂ ਕਿਤੇ ਮੌਕਾ ਮਿਲਿਆ ਹੋਵੇ? ਕੁਝ ਲੋਕ ਜਾਂ ਉਹ ਮੁਸ਼ਕਿਲ ਹੈ ਬਹੁਤ ਜ਼ਿਆਦਾ, ਕਿਉਂਕਿ ਉਹ ਤਾਂ ਫਿਰ ਉੱਥੇ ਤਾਂ ਤੁਹਾਨੂੰ ਪੈਸਾ ਵੀ ਮਿਲਦਾ ਹੋਏਗਾ ਨਾ, ਪ੍ਰੋਫੈਸ਼ਨਲੀ ਔਰ ਕਮਰਸ਼ੀਅਲੀ ਵੀ ਹੁੰਦਾ ਹੋਏਗਾ। ਨਹੀਂ, ਇੱਥੇ ਹੈਗਾ ਇੱਕ ਆਪਣੀ ਕੁੜੀ ਇੰਡੀਅਨ ਥੀਏਟਰ ਦੀ ਹੈ, ਸੰਦੀਪ, ਉਹਦੇ ਹਸਬੈਂਡ ਕਰਦੇ ਹੁੰਦੇ ਸੀ, ਹਨਾ? ਤੋ ਉਹ ਕੁੜੀ ਆਪ ਵੀ ਥੋੜਾ ਇੰਗਲਿਸ਼ ਥੀਏਟਰ ਦਾ ਪਾਰਟ ਬਣੀ ਹੈ। ਪਰ ਗੱਲ ਤੇ ਸਮੁੱਚੇ ਸੰਸਾਰ ਦੇ ਵਿੱਚ ਹੀ, ਜਿੱਦਾਂ ਇੱਥੇ ਕੁਝ ਰਿਪੈਟਰੀਜ਼ ਹੈਗੀਆਂ, ਹਨਾ? ਪਰ ਉਹ ਰਿਪੈਟਰੀਜ਼ ਜਿਹੜੀ ਯੰਗਸਟਰ ਲਈ ਤਾਂ ਹੈਗੀਆਂ ਚੰਗੀਆਂ। ਸਮੁੱਚੇ ਸੰਸਾਰ ਦੇ ਵਿੱਚ ਸਭ ਭਾਜੀ ਥੀਏਟਰ ਬਣਨ ਦੀ ਸੇਮ ਸਮੱਸਿਆ ਹੀ ਆ, ਕਿਉਂਕਿ ਤੁਹਾਨੂੰ ਉਹ ਚੀਜ਼ ਇਨਕਮ ਹੋਣੀ ਜ਼ਰੂਰੀ ਆ, ਤੁਹਾਡੀ ਉਨੀ ਜਿਹਦੇ ਨਾਲ ਤੁਹਾਡਾ ਗੁਜ਼ਾਰਾ ਹੋ ਸਕੇ। ਸੋ ਜਿਹੜਾ ਇੱਥੇ ਬ੍ਰਿਟਿਸ਼ ਥੀਏਟਰ ਹੁੰਦਾ, ਇੱਥੇ ਥੀਏਟਰ ਜ਼ਿਆਦਾਤਰ ਜਿਹੜਾ ਕਮਰਸ਼ੀਅਲ ਲੰਡਨ 'ਚ ਜ਼ਿਆਦਾ ਹੁੰਦਾ, ਔਰ ਇੱਕ ਪੂਰਾ ਦਾ ਪੂਰਾ ਉੱਥੇ ਇੱਕ ਏਰੀਆ ਹੈ ਜਿੱਥੇ ਓਪਰਾ ਸ਼ੋਜ਼ ਹੁੰਦੇ ਆ। ਉੱਥੇ ਟਿਕਟਾਂ ਲਾ ਕੇ ਲੋਕ ਬੜੀ ਲੰਬੀ ਕਿਊ ਲੱਗਦੀ ਆ, ਪਰ ਉਹਨਾਂ ਦੀ ਪ੍ਰੋਡਕਸ਼ਨ ਕਾਸਟ ਵੀ ਬਹੁਤ ਹੈ। ਮਤਲਬ ਆਪਣੇ ਕੋਈ ਜਿਹੜੀ ਯੰਗਸਟਰ ਇੱਥੋਂ ਦੇ ਬੋਰਨ ਬ੍ਰੌਟ ਅਪ ਬੱਚੇ, ਮੈਂ ਸੱਚੀ ਗੱਲ ਦੱਸਾਂ, ਉਹ ਤਾਂ ਜ਼ਰੂਰ ਉਹਦਾ ਹਿੱਸਾ ਬਣੇ ਆ, ਪਰ ਸਾਡੇ ਜਿਹੜੇ ਬਾਹਰੋਂ ਆਏ ਆ ਉਹ ਨਹੀਂ ਹਿੱਸਾ ਬਣ ਸਕੇ। ਪਰ ਅਸੀਂ ਆਪਣਾ ਇੱਦਾਂ, ਮੈਂ ਹੁਣ ਕਿ ਸੋਚ ਰਿਹਾ ਵੀ, ਮੈਂ ਪਹਿਲਾਂ ਸੋਚ ਰਿਹਾ ਸੀ ਵੀ ਇੱਥੇ ਜਿੱਦਾਂ ਬਰਾੜ ਸਾਹਿਬ ਨੇ ਨਾਟਸ਼ਾਲਾ ਬਣਾਈ ਆ, ਤਾਂ ਮੈਂ ਇੱਕ ਬੰਦੇ ਨੂੰ ਬੜਾ ਮੁਸ਼ਕਿਲ ਨਾਲ ਤਿਆਰ ਕੀਤਾ ਸੀ। ਉਹਦੇ ਕੋਲ ਬਹੁਤ ਸਾਰੇ ਯੂਨਿਟ ਪਏ ਸੀ। ਮੈਂ ਕਿਹਾ ਤੁਸੀਂ ਇੱਦਾਂ ਕਰੋ ਭਾਜੀ, ਆਪਣੇ ਨਾਂ ਤੇ ਇੱਕ ਸਾਨੂੰ ਨਾਟਸ਼ਾਲਾ ਵਰਗਾ ਬਣਾ ਦਿਓ, ਤੇ ਇਹਦੇ ਵਿੱਚ ਘੱਟੋ ਘੱਟ ਅਸੀਂ ਗਾਹੇ ਬਗਾਹੇ ਇੰਡੀਆ ਤੋਂ ਗਰੁੱਪ ਮੰਗਾ ਕੇ, ਜਿਹੜੇ ਆ ਆਪ ਫਿਲਟਰ ਕਰਕੇ, ਜਿਹੜੇ ਕੁਝ ਪੰਜਾਬੀ ਕਲਚਰ ਦੀਆਂ ਗੱਲਾਂ ਹੋ ਗਈਆਂ, ਸੋ ਜਿਹੜੀਆਂ ਕੁਝ ਇੱਥੋਂ ਦੀ ਗੱਲਾਂ ਕੁਝ ਕਰਦੇ ਰਹਾਂਗੇ। ਪਰ ਵਿੱਚ ਫਿਰ ਚੀਜ਼ਾਂ ਇੱਦਾਂ ਨਾ ਵੀ ਤੁਹਾਡੇ ਕੋਲ ਉਹਨਾਂ ਸਮਾਂ ਹੋਣਾ ਚਾਹੀਦਾ, ਤੁਸੀਂ ਪਰਿਵਾਰ 'ਚ ਬੱਚਿਆਂ ਦੀ ਬਹੁਤ ਸਾਰੀਆਂ ਰਿਸਪੋਂਸੀਬਿਲਿਟੀਜ਼ ਹੁੰਦੀਆਂ ਇਹਦੇ ਵਿੱਚ। ਇਸ ਕਰਕੇ ਉਹ ਚੀਜ਼ਾਂ ਆੜੇ ਜ਼ਰੂਰ ਆਉਂਦੀਆਂ, ਕਿਉਂਕਿ ਥੀਏਟਰ ਗਰੁੱਪ ਇਕੱਠਾ ਕਰਨਾ ਬਹੁਤ ਮੁਸ਼ਕਿਲ ਹੈ। ਬਹੁਤ ਸਾਰਿਆਂ ਨੇ, ਮੈਂ ਨਹੀਂ ਕੀਤਾ, ਮੇਰੇ ਤੋਂ ਪਹਿਲਾਂ ਕਿਸੇ ਨੇ ਨਹੀਂ ਕੀਤਾ, ਮੈਂ ਹੀ ਇਹ ਕੀਤਾ। ਬਹੁਤ ਸਾਰਿਆਂ ਨੇ ਕੀਤਾ, ਔਰ ਲੰਡਨ 'ਚ ਵੀ ਕੀਤਾ, ਫਿਰ ਬਹੁਤਾ ਨਹੀਂ ਹੋ ਸਕੇ। ਹਰ ਇੱਕ ਬੰਦਾ ਕੋਈ ਕਿਤੇ ਜੌਬ ਕਰਦਾ, ਕੋਈ ਕਿਤੇ ਜੌਬ ਕਰਦਾ, ਉਹ ਆਉਂਦਾ ਨਹੀਂ ਆ। ਹੁਣ ਜੇ ਤੁਸੀਂ 10 ਦਿਨ ਬਾਅਦ ਸਾਹਿਬ ਸਿੰਘ ਰਿਹਰਸਲ ਕਰਦੇ ਹੋ, ਤਾਂ ਜਿਹੜੀ 10 ਦਿਨ ਪਹਿਲਾਂ ਰਿਹਰਸਲ ਕੀਤੀ ਉਹਨਾਂ ਨੂੰ ਉਹ ਵੀ ਭੁੱਲਿਆ ਹੁੰਦਾ। ਇਹ ਬੜੀ ਆ, ਮਤਲਬ ਏਦਾਂ ਹੋ ਸਕਦਾ ਵੀ ਜੇ ਕੋਈ ਉੱਥੋਂ ਬਣੀ ਟੀਮ ਆਈ ਆ, ਉਹ ਇਹੀ ਕੰਮ ਕਰਨਾ ਹੀ,
ਉਹ ਇਹੀ ਕੰਮ ਕਰਨਾ ਹੀ। ਪਰ ਉਹਦੇ ਵਿੱਚ ਵੀ ਬਹੁਤ ਸਾਰੀਆਂ ਚੀਜ਼ਾਂ ਆ ਵੀ ਤੁਸੀਂ ਦੇਖੋ, ਜਿਹੜੇ ਥੀਏਟਰ, ਜਿਹੜੇ ਸਿੰਗਰ ਆ, ਕਨਸਰਟ ਵਾਲੇ ਆਉਂਦੇ ਆ, ਜਿਹੜੇ ਵੱਡੇ ਵੱਡੇ ਸਿੰਗਰ ਆਉਂਦੇ, ਇਹਨਾਂ ਨੂੰ ਤਾਂ ਸਪਾਂਸਰਸ਼ਿਪ ਵੀ ਵੱਡੀਆਂ ਵੱਡੀਆਂ ਮਿਲ ਜਾਂਦੀਆਂ। ਥੀਏਟਰ ਵਾਲਿਆਂ ਨੂੰ ਸਪਾਂਸਰਸ਼ਿਪ ਨਹੀਂ ਮਿਲਦੀਆਂ। ਉਹ ਤਾਂ ਮੈਨੂੰ ਚਲੋ ਮੇਰੇ ਰੇਡੀਓ ਦੇ ਥੋੜੀ ਰੇਡੀਓ ਦਾ ਬਾਹਰ ਕਾਫੀ ਪਸਾਰਾ ਆ, ਚਲੋ ਉਹ ਕਹਿੰਦੇ ਵੀ ਚੱਲ ਐਸ ਬਦਲੇ ਮੈਨੂੰ ਇਹ ਹੁੰਦਾ ਵੀ ਚੱਲ ਜੇ ਕੋਈ ਬੰਦਾ ਮੈਨੂੰ ਮੇਰੇ ਥੀਏਟਰ ਨੂੰ ਕੋਈ ਬੰਦਾ ਹੈਲਪ ਕਰ ਦੇਵੇ, ਉਹਦੇ ਬਦਲੇ ਮੇਰੇ ਕੋਲ ਮੇਰੇ ਮੀਡੀਆ ਤੋਂ ਕੋਈ ਓਬਲੀਗੇਸ਼ਨ ਲੈ ਲਵੇ ਤੇ ਮੈਨੂੰ ਕੋਈ ਮਾਇੰਡ ਨਹੀਂ। ਘੱਟੋ ਘੱਟ ਮੇਰਾ ਆਪਣਾ ਇੰਟਰਸਟ ਹੈ ਵੀ ਥੀਏਟਰ, ਮਤਲਬ ਅੱਗੇ ਜਾ ਕੇ ਤਾਂ ਦੇਖਾਂਗੇ। ਸੋ ਬਹੁਤ ਸਾਰੀਆਂ ਚੀਜ਼ਾਂ ਕਰਨ ਵਾਲੀਆਂ ਹੈਗੀਆਂ ਨੇ। ਇਹ ਥੋੜਾ ਜਿਹਾ ਹੁਣ ਨਾਰਮੈਲਿਟੀ ਵੱਲ ਜੇ ਜ਼ਿੰਦਗੀ ਆ ਜਾਂਦੀ। ਬਿਲਕੁਲ। ਚਲੋ ਇਹ ਤੇ ਕੇਵਲ ਭਾਜੀ ਇੱਕ ਮੈਂ ਪਤਾ ਨਹੀਂ ਪੁੱਛਣਾ ਕਹਿਣਾ ਚਾਹੁੰਦਾ ਪਵਨ ਅੰਮ੍ਰਿਤਸਰ ਤੋਂ। ਹਾਂਜੀ ਗੁਲਸ਼ਨ ਭਾਜੀ ਸਲਾਮ ਜੀ। ਸਾਰਾ ਕੁਝ ਸੁਣਿਆ ਭਾਜੀ। ਮੈਂ ਸੁਣਿਆ ਹੈ ਕਿ ਜਿਸ ਤਰ੍ਹਾਂ ਤੁਹਾਡੇ ਕੋਲ ਇੱਕ ਪਲੇਟਫਾਰਮ ਹੈਗਾ ਤੁਹਾਡਾ ਰੇਡੀਓ ਦਾ ਮਾਧਿਅਮ, ਤੁਸੀਂ ਜਿਸ ਤਰ੍ਹਾਂ ਇੱਥੋਂ ਟੀਮਾਂ ਵੀ ਬੁਲਾ ਕੇ ਧਾਰਮਿਕ ਨਾਟਕ ਵਗੈਰਾ ਕਰਦੇ ਹੋ, ਤੇ ਜਿਸ ਤਰ੍ਹਾਂ ਸਾਡੇ ਇੱਥੇ ਜਲੰਧਰ ਦੂਰਦਰਸ਼ਨ ਤੇ ਮਤਲਬ ਕਿ ਲੜੀਵਾਰ ਨਾਟਕ ਜਾਂ ਇਦਾਂ ਕੁਝ ਉੱਥੇ ਰੇਡੀਓ ਤੇ ਨਹੀਂ ਸੀ ਤੁਸੀਂ ਕੁਝ ਇਦਾਂ ਦਾ ਸ਼ੁਰੂ ਕਰ ਸਕਦੇ ਕਿ ਜਿਹਦੇ ਨਾਲ ਆਪਣੀ ਪੰਜਾਬੀ ਕਮਿਊਨਿਟੀ ਜੁੜ ਜਾਂਦੀ, ਜਿੱਦਾਂ ਗੁਰਪੁਰਬ ਵਗੈਰਾ ਜਾਂ ਕੋਈ ਇੰਨੇ ਸਾਡੇ ਧਾਰਮਿਕ ਗੁਰੂਆਂ ਦੇ ਆਉਂਦੇ ਨੇ ਕੁਝ ਇਦਾਂ ਦਾ? ਉਹ ਜਿੱਦਾਂ ਕਹਿੰਦੇ ਹੁੰਦੇ ਸੀ, ਆਪਾਂ ਨੂੰ ਦੱਸ ਦਿੰਦੇ ਸੀ ਜੈਸਾ ਦੇਸ਼ ਵੈਸਾ ਦੇਸ਼। ਇਸ ਕੰਟਰੀ ਦੇ ਵਿੱਚ ਜਿਹੜੇ ਅਸੀਂ ਲੋਕ ਬਾਹਰੋਂ ਆਏ, ਇੱਥੇ ਆਮ ਲੋਕਾਂ ਨੂੰ ਸਟ੍ਰੈਸ ਬਹੁਤ ਹੈ, ਬਹੁਤ। ਉਹ ਕੰਮ ਕਰੇਗਾ, ਉਹਨਾਂ ਨੂੰ ਪਿੱਛੇ ਵੀ ਧਿਆਨ ਆ, ਉਹਨੂੰ ਪਤਾ ਪਿੱਛੇ ਵੀ ਪੈਸਾ ਭੇਜਣਾ, ਇੱਥੇ ਵੀ ਕਰਨਾ, ਇੱਥੇ ਵੀ ਬਹੁਤ ਸਾਰੀ ਚੁਣੌਤੀਆਂ। ਮਤਲਬ ਲਗਜ਼ਰੀ ਲਾਈਫ ਬਹੁਤ ਆ, ਲਗਜ਼ਰੀ ਲਾਈਫ ਬਹੁਤ ਹੈ, ਕੰਫਰਟੇਬਲ ਲਾਈਫ ਬਹੁਤ। ਮਤਲਬ ਜਿਹੜੀਆਂ ਮਕੈਨੀਕਲ ਸਹੂਲਤਾਂ ਬਹੁਤ ਹੈ ਜ਼ਿੰਦਗੀ ਦੀ, ਜੋ ਤੁਸੀਂ ਇੰਡੀਆ 'ਚ ਇੱਛਾਵਾਂ ਨਹੀਂ ਪੂਰੀਆਂ ਕਰ ਸਕਦੇ, ਇੱਥੇ ਸਾਰਾ ਕੁਝ ਪੂਰਾ ਹੋ ਜਾਂਦਾ। ਪਰ ਜਿਹੜੀ ਜ਼ਿੰਮੇਵਾਰੀਆਂ ਫਿਰ ਤੁਹਾਨੂੰ ਪਤਾ ਆਪਾਂ ਨਹੀਂ ਪਾ ਸਕਦੇ। ਜਿਹੜਾ ਰੇਡੀਓ ਦੇ, ਇਹ ਮੈਨੂੰ ਪਹਿਲਾਂ ਵੀ ਸਵਾਲ ਕਿਸੇ ਨੇ ਪੁੱਛਿਆ ਸੀ ਕਿ ਇੱਥੇ ਜੇ ਤੁਸੀਂ ਅੱਧੇ ਘੰਟੇ ਦਾ ਕਿਸੇ ਕੋਲ ਟਾਈਮ ਨਹੀਂ ਲੜੀਵਾਰ ਸੁਣ ਸਕੇ ਔਰ ਰਿਕਾਰਡ, ਮਤਲਬ ਇਸ ਕੰਟਰੀ ਵਿੱਚ, ਬਾਕੀ ਕੰਟਰੀਆਂ ਵਿੱਚ ਡਿਫਰੈਂਟ ਹੈ, ਇਸ ਕੰਟਰੀ ਵਿੱਚ ਰਿਕਾਰਡਡ ਪ੍ਰੋਗਰਾਮਾਂ ਦਾ ਕਨਸੈਪਟ ਨਹੀਂ ਹੈ। ਸਭ ਬੰਦੇ ਲਾਈਵ ਬੈਠੇ, ਸਭ ਬੰਦੇ ਪ੍ਰੈਜ਼ੈਂਟਰ ਹੁੰਦੇ ਆ, ਲਾਈਵ ਸ਼ੋਅ ਕਰਨ ਬੈਠਦੇ ਆ ਔਰ ਲਾਈਵ ਹੀ ਕਾਲ ਲੈਂਦੇ ਆ। ਪਰ ਇੱਥੇ ਸਪੀਚ ਆਫ ਫਰੀडम ਬਹੁਤ ਆ। ਜੇ ਤੁਹਾਡਾ ਮਤਲਬ ਸਾਡੇ ਮੁਲਕਾਂ 'ਚ ਤੇ ਕਈ ਪ੍ਰੋਟੋਕੋਲਸ ਹੈ ਨਾ, ਕਈ ਚੀਜ਼ਾਂ ਦਾ ਰਾਜਨੀਤੀਕਰਨ ਹੈ, ਤੁਸੀਂ ਕੋਈ ਚੀਜ਼ ਬੋਲਣੀ ਨਹੀਂ ਬੋਲਣੀ। ਇੱਥੇ ਜਿਹੜੀ ਚੀਜ਼ ਨਹੀਂ ਚੰਗੀ ਤੁਸੀਂ ਖੁੱਲ ਕੇ ਬੋਲ ਸਕਦੇ, ਤੁਹਾਨੂੰ ਪੂਰੀ ਕੁੱਲੀ ਛੁੱਟੀ ਆ। ਰਾਦਰ ਦੈਨ ਤੁਸੀਂ ਕਿਸੇ ਧਰਮ ਮਜ਼ਹਬ ਬਾਰੇ ਨਹੀਂ ਬੋਲ ਸਕਦੇ, ਬੁਰਾ ਚੰਗਾ ਭਲਾ। ਤੁਸੀਂ ਸਿਸਟਮ ਤੁਹਾਨੂੰ ਨਹੀਂ ਚੰਗਾ ਲੱਗਦਾ ਤਾਂ ਤੁਸੀਂ ਸਿਸਟਮ ਦੇ ਖਿਲਾਫ ਬੋਲ ਸਕਦੇ ਹੋ ਕਿ ਮੈਨੂੰ ਨਹੀਂ ਚੰਗਾ ਲੱਗਦਾ। ਜਿਹੜੀ ਤੁਹਾਡੀ ਹੈ ਤੇ ਬਹੁਤ ਸੋਹਣੀ ਗੱਲ ਹੈ ਜਿਹੜੀ ਪਵਨ ਭਾਈ ਤੁਸੀਂ ਕਹੀ। ਮੈਂ ਪਹਿਲਾਂ ਚਾਹੁੰਦਾ ਸੀ ਚਲੋ ਆਪਣੇ ਥੀਏਟਰ ਵਾਲੇ ਆਰਟਿਸਟ ਲੈ ਕੇ ਕੋਈ ਸਮਾਜਿਕ ਨਹੀਂ ਤਾਂ ਚਲੋ ਰਿਲੀਜੀਅਸ, ਜੇ ਮਹਾਰਾਜਾ ਰਣਜੀਤ ਸਿੰਘ ਦੀ, ਬਾਬੇ ਨਾਨਕ ਦੀ ਹੋ ਗਈ, ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜਾ ਲੜੀਵਾਰ ਚਲਾਤਾ, ਪਰ ਉਹ ਉਹਨਾਂ ਵਕਤ ਨਹੀਂ ਕਿਸੇ ਕੋ। ਇੱਥੇ ਦੋ ਚੀਜ਼ਾਂ ਦਾ ਕਨਸੈਪਟ ਹੈ ਇਸ ਕੰਟਰੀ ਵਿੱਚ, ਇੱਕ ਬ੍ਰੇਕਫਾਸਟ ਸ਼ੋ, ਇੱਕ ਡਰਾਈਵ ਟਾਈਮ ਸ਼ੋ। ਬ੍ਰੇਕਫਾਸਟ ਸ਼ੋ 'ਚ ਬੰਦੇ ਰੇਡੀਓ ਤੇ ਜਾਣ ਤੋਂ ਪਹਿਲਾਂ ਯਾਨੀ ਕੰਮ ਤੇ ਜਾਣ ਤੋਂ ਪਹਿਲਾਂ ਬ੍ਰੇਕਫਾਸਟ ਸ਼ੋ ਕਰਨ ਵਾਲੇ ਨੇ ਦੱਸਣਾ ਹੁੰਦਾ ਕਿ ਦੁਨੀਆ 'ਚ ਕੀ ਹੋ ਗਿਆ ਔਰ ਜਿੱਥੇ ਤੁਸੀਂ ਜਾ ਰਹੇ ਹੋ ਤਾਂ ਟ੍ਰੈਫਿਕ ਕਿੱਦਾਂ ਦੀ ਆ, ਅੱਜ ਕਰੰਸੀ ਰੇਟ ਕੀ ਆ, ਸੋਨੇ ਦਾ ਰੇਟ ਕੀ ਆ, ਤੇ ਅੱਜ ਸਾਰਾ ਦਿਨ ਮੌਸਮ ਕਿੱਦਾਂ ਦਾ ਰਹਿਣਾ। ਜਦੋਂ ਬੰਦਾ ਇੱਥੇ ਬੜੀ ਸਟ੍ਰਿਕਟ ਲਾਈਫ ਹੈ, ਜਦੋਂ ਬੰਦਾ ਜੌਬ ਤੇ ਵੜ ਗਿਆ ਤੇ ਬੰਦਾ ਫਿਰ ਸਾਰੀ ਦਿਹਾੜੀ ਮੋਬਾਈਲ ਨਹੀਂ ਦੇਖਦਾ। ਉਹ ਜਦੋਂ ਫਿਰ 4 ਵਜੇ ਨਿਕਲਦਾ ਤਾਂ ਫਿਰ ਰੇਡੀਓ ਵਾਲੇ ਉਹਨਾਂ ਨੂੰ ਦੱਸਦੇ ਆ ਕਿ ਅੱਜ ਜਦ ਤੂੰ ਅੰਦਰ ਸੀ ਜੌਬ ਕਰਦਾ, ਸਾਰੀ ਦਿਹਾੜੀ ਦੁਨੀਆ 'ਚ ਕੀ ਹੋ ਗਿਆ। ਸੋ ਏਦਾਂ ਮਤਲਬ ਮੈਂ ਇੱਥੇ ਆ ਕੇ ਐਕਟਿੰਗ ਤੋਂ ਜ਼ਿਆਦਾ ਪੱਤਰਕਾਰਤਾ ਵਾਲੇ ਪਾਸੇ ਚਲੇ ਗਿਆ, ਕਿਉਂਕਿ ਬ੍ਰੇਕਫਾਸਟ ਸ਼ੋ ਮੈਂ ਆਪ ਕਰਦਾ। ਇੰਡੀਆ ਦੀ ਪੋਲਿਟਿਕਸ ਜਾਂ UK ਦੀ ਪੋਲਿਟਿਕਸ, ਦੁਨੀਆ ਭਰ ਦੀਆਂ ਖਬਰਾਂ ਉਹ ਜਿਹੜੀਆਂ ਆਪਣੀ ਬੋਲੀ ਆਪਣੀ ਜ਼ੁਬਾਨ 'ਚ ਲੋਕਲ ਨਿਊਜ਼ ਵੀ ਆਪ ਦੱਸਦੇ ਹਾਂ। ਸੋ ਏਦਾਂ ਮੈਂ ਕਰਦਾ ਜ਼ਰੂਰ, ਇੱਕ ਰੋਜ਼ ਥਾਟ ਆਫ ਦਾ ਡੇ ਬੋਲਦਾ। ਮੈਂ ਜ਼ਰੂਰ ਕਹਿਣਾ ਚਾਹੂੰਗਾ ਇੰਡੀਅਨ ਟਾਈਮ ਦੇ ਮੁਤਾਬਕ ਇੱਥੇ 8 ਵਜੇ ਯਾਨੀ ਕਿ ਡੇਲੀ 12:30 ਵਜੇ ਤੋਂ ਲੈ ਕੇ 2:30 ਵਜੇ ਤੱਕ ਤੁਸੀਂ ਡੇਲੀ ਗੁਲਸ਼ਨ ਰੇਡੀਓ ਦਾ ਆਪਣਾ ਐਪ ਵੀ ਹੈਗਾ, ਗੁਲਸ਼ਨ ਰੇਡੀਓ ਤੇ ਤੁਸੀਂ ਗੂਗਲ ਤੇ ਗੁਲਸ਼ਨ ਰੇਡੀਓ ਤੇ ਪਹਿਲਾਂ ਉਹੀ ਖੋਲਣਾ ਗੁਲਸ਼ਨ ਰੇਡੀਓ ਦਾ ਹੀ, ਤੁਸੀਂ ਲਿੰਕ ਤੇ ਡੇਲੀ ਸੁਣ ਸਕਦੇ ਹੋ, 24 ਘੰਟੇ ਰੇਡੀਓ ਸੁਣ ਸਕਦੇ ਹੋ। ਮੈਂ ਤੁਹਾਡੀ ਗੱਲ ਪਵਨ ਭਾਜੀ ਬਹੁਤ ਵਧੀਆ, ਪਰ ਇੱਥੇ ਕਿਉਂਕਿ ਪਤਾ ਕਿ ਜਿਸ ਮੁਲਕ ਵਿੱਚ ਰਹਿੰਦੇ ਜਿਹੜੇ ਬਾਕੀ ਇੰਗਲਿਸ਼ ਰੇਡੀਓ ਆ ਉਹ ਧਾਰਮਿਕ ਗਾਣੇ ਵੀ ਨਹੀਂ ਲਾਉਂਦੇ, ਉਹ ਤਾਂ ਸਵੇਰੇ ਚੱਕ ਦਿੰਦੇ ਕੰਮ 6 ਵਜੇ ਜਿਹੜੇ ਆ, ਮਤਲਬ ਜ਼ਿਆਦਾ ਲੋਕ ਮਿਊਜ਼ਿਕ ਸੁਣਦੇ ਆ। ਜੇ ਅਸੀਂ ਇਹ ਕਰਾਂਗੇ ਉਹਦੇ ਵਿੱਚ ਹੁੰਦਾ ਕੀ ਆ, ਫਿਰ ਤੁਹਾਡੇ ਰੇਡੀਓ ਨੂੰ ਘੱਟ ਲੋਕ ਜ਼ਿਆਦਾ ਮਿਊਜ਼ਿਕ ਸੁਣਨਾ ਚਾਹੁੰਦੇ ਆ। ਸਵੇਰੇ ਸ਼ਾਮ ਲੋਕ ਧਾਰਮਿਕ ਹੁੰਦੇ ਆ, ਉਸ ਵੇਲੇ ਜਿੱਦਾਂ ਸਵੇਰੇ ਸਾਡੇ ਮਤਲਬ ਪੰਜਾ ਬਾਣੀ 4 ਵਜੇ ਤੋਂ ਲੈ ਕੇ 8 ਵਜੇ ਤੱਕ ਸਾਰਾ ਰਿਲੀਜੀਅਸ ਪ੍ਰੋਗਰਾਮ ਚੱਲਦੇ ਆ, ਜਿਹੜੀਆਂ ਧਾਰਮਿਕ ਕਥਾਵਾਂ ਚੱਲਦੀਆਂ, ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ ਹੁੰਦਾ। ਮਤਲਬ ਜਿੱਦਾਂ ਦੇ ਲੋਕ ਆ, ਜਿਵੇਂ ਮੈਂ ਕੇਵਲ ਭਾਜੀ ਨੂੰ ਪਹਿਲਾਂ ਜ਼ਿਕਰ ਕੀਤਾ ਸੀ ਕਿ ਸਾਨੂੰ ਥੀਏਟਰ ਵਾਲਿਆਂ ਨੂੰ ਜਿੱਦਾਂ ਤੁਸੀਂ ਲਗਾਇਆ ਵੀ ਹੋ ਉਸ ਉਹਨਾਂ ਦੇ ਜਾਣਾ ਪੈਣਾ।
ਸੋ ਇਹ ਉਹ ਸਿਲਸਿਲੇ ਨਾਲ ਤੁਹਾਡੀ ਭਾਜੀ ਗੱਲ ਬਹੁਤ ਵਧੀਆ। ਇਨ ਫਿਊਚਰ ਮੈਂ ਸੋਚਦਾ ਹੈ, ਫਿਰ ਮੈਂ ਸੋਚਦਾ ਸ਼ੁਰੂਆਤੀ ਦੌਰ 'ਚ ਇੱਕ ਦੋ ਐਕਸਪੈਰੀਮੈਂਟ ਵੀ ਕੀਤੇ, ਫਿਰ ਲੋਕ ਸੁਣਦੇ ਨਹੀਂ। ਗੱਲ ਬੜੀ ਚੰਗੀ ਹੈ। ਬਿਲਕੁਲ ਮੈਨੂੰ ਲੱਗਦਾ ਕਿ ਨਾ ਅੱਧੇ ਘੰਟੇ ਦਾ ਹੋਵੇ, ਤੁਸੀਂ ਸ਼ੁਰੂਆਤ 5-7 ਮਿੰਟ ਦੀ ਇੱਕ ਕੋਈ ਡਰਾਮੈਟਿਕ ਕਨਵਰਸੇਸ਼ਨ ਦੇ ਵਿੱਚੋਂ ਵੀ ਉਹਨੂੰ ਸ਼ੁਰੂਆਤ ਕਰ ਸਕਦੇ ਹੋ। ਸ਼ਾਇਦ ਚਲੋ ਇਹ ਜਿਹੜੀਆਂ ਤੁਸੀਂ ਮੁਸ਼ਕਲਾਂ ਦੱਸ ਰਹੇ ਹੋ, ਜਿਸ ਤਰ੍ਹਾਂ ਦੇ ਉੱਥੇ ਦਿੱਕਤਾਂ ਨੇ, ਮੇਰਾ ਖਿਆਲ ਇੰਨੀਆਂ ਦਿੱਕਤਾਂ ਸ਼ਾਇਦ ਸਾਨੂੰ ਇੰਡੀਆ ਵਿੱਚ ਨਹੀਂ ਹੈ ਜਿੰਨੀਆਂ ਇੰਨੇ ਵੱਡੇ ਡਿਵੈਲਪਡ ਕੰਟਰੀ ਦੇ ਵਿੱਚ ਨੇ ਸਾਰੀਆਂ, ਕਿ ਜਿੱਥੇ ਹਾਲੇ ਲੋਕਾਂ ਨੂੰ ਇਹ ਦੱਸਣਾ ਪਏਗਾ ਵੀ ਨਾਟਕ ਹੁੰਦਾ ਕੀ ਹੈ ਨਾ। ਵੀ ਸਾਡੇ ਇੱਥੇ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਪਿੰਡਾਂ 'ਚ ਵੀ ਗੁਰਸ਼ਰਨ ਭਾਜੀ ਨੇ ਇੰਨਾ ਕੰਮ ਕੀਤਾ ਵੀ ਨਾਟਕ ਹੁੰਦਾ ਕੀ ਹੈ। ਤੇ ਬਹੁਤ ਸਾਰੇ ਹੁਣ ਥੀਏਟਰ ਗਰੁੱਪ ਨੇ। ਗੁਲਸ਼ਨ, ਇਸ ਵੇਲੇ ਪੰਜਾਬ ਦੇ ਵਿੱਚ ਲਗਭਗ ਜਿਹੜੇ ਕਿ 150 ਦੇ ਕਰੀਬ ਥੀਏਟਰ ਗਰੁੱਪ ਹੈ ਜਿਹੜੇ ਕੰਮ ਕਰਦੇ ਪਏ ਨੇ। 40 ਤੇ ਅੰਮ੍ਰਿਤਸਰ ਦੇ ਵਿੱਚ ਹੀ ਥੀਏਟਰ ਗਰੁੱਪ ਨੇ, ਹੈ ਨਾ। ਕੋਈ ਸਮਾਂ ਸੀਗਾ ਜਦੋਂ ਮੈਨੂੰ ਯਾਦ ਹੈ ਕਿ 91 ਦੇ ਵਿੱਚ ਉਸ ਵੇਲੇ ਸਾਡੇ ਕੋਲ ਪੂਰੇ ਪੰਜਾਬ ਵਿੱਚ ਕੋਈ 15 ਜਾਂ 20 ਥੀਏਟਰ ਗਰੁੱਪ ਸੀ ਟੋਟਲ, ਤੇ ਇਸ ਵੇਲੇ 150 ਦੇ ਕਰੀਬ ਥੀਏਟਰ ਗਰੁੱਪ ਹੈ। ਇਹ ਬੜੀ ਵੱਡੀ ਇੱਕ ਕਹਿ ਲਓ ਕਿ ਥੀਏਟਰ ਦੀ ਦੁਨੀਆ ਦੇ ਵਿੱਚ ਇੱਕ ਡਿਵੈਲਪਮੈਂਟ ਹੈ, ਔਰ ਬਹੁਤ ਸਾਰੇ ਥੀਏਟਰ ਦੀ ਦੁਨੀਆ ਤੋਂ ਰੋਟੀ ਵੀ ਖਾਂਦੇ ਆ, ਕੰਮ ਵੀ ਕਰਦੇ ਆ ਉਹਦੇ ਵਿੱਚ। ਥੀਏਟਰ ਦੀ ਦੁਨੀਆ 'ਚ ਉਹਨਾਂ ਦੇ ਵਿਆਹ ਹੋਏ, ਥੀਏਟਰ ਦੀ ਦੁਨੀਆ 'ਚ ਉਹਨਾਂ ਕਾਰਾਂ ਰੱਖੀਆਂ ਹੋਈਆਂ, ਆਪਣਾ ਸੋਹਣਾ ਚਲਾ ਰਹੇ ਨੇ ਉਹਦੇ ਵਿੱਚੋਂ ਵੀ, ਹੈ ਨਾ। ਹਾਲੇ ਕਿ ਚਲੋ ਮੁਸ਼ਕਲਾਂ ਤੇ ਨਾਲ ਨਾਲ ਜ਼ਿੰਦਗੀ 'ਚ ਸਾਰਿਆਂ ਦੀ ਹੈ, ਪਰ ਇਹ ਮੈਂ ਚਾਹੁੰਦਾ ਸੀ ਕਿ ਜਿਹੜੇ ਤੁਸੀਂ ਐਕਸਪੀਰੀਅੰਸ ਜਿਹੜੇ ਸ਼ੇਅਰ ਕੀਤੇ ਨੇ ਇਹ ਸਾਰੇ ਹੀ ਦੂਜੇ ਦੋਸਤਾਂ ਤੱਕ ਵੀ ਪਹੁੰਚਣ। ਔਰ ਬੜੇ ਮੈਂ ਕਿਉਂਕਿ ਕੁਮਾਰ ਪਵਨਦੀਪ ਦੇ ਨਾਲ ਵੀ ਗੱਲਾਂ ਕੀਤੀਆਂ ਅਮਰੀਕਾ ਦੀਆਂ, ਪਰਮਜੀਤ ਰੇਨੂ ਹੋਰਾਂ ਦੇ ਨਾਲ ਵੀ, ਕੈਨੇਡਾ ਵਿੱਚ ਵੀ ਮੈਂ ਰੰਧਾਵੇ ਹੋਰਾਂ ਦੇ ਨਾਲ ਤੇ ਹੋਰ ਦੋਸਤਾਂ ਦੇ ਨਾਲ ਵੀ ਮੈਂ ਇਸੇ ਤਰ੍ਹਾਂ ਹੀ ਆਸਟ੍ਰੇਲੀਆ ਦੇ ਵਿੱਚ ਵੀ ਗੱਲਾਂ ਕੀਤੀਆਂ, ਜਿਹੜੇ ਉਧਰਲੇ ਪਾਸੇ ਦਾ ਕਿੱਦਾਂ ਦਾ ਥੀਏਟਰ ਹੈ। ਸੋ ਇਧਰਲੇ ਪਾਸੇ ਦੇ ਥੀਏਟਰ ਦੀ ਤੁਸੀਂ ਗੱਲਬਾਤ ਦੱਸੀ। ਸੋ ਗੁਲਸ਼ਨ, ਬਹੁਤ ਸ਼ੁਕਰੀਆ। ਹੁਣ ਕਿਉਂਕਿ ਟਾਈਮ ਸਾਡੇ ਕੋਲ ਬਹੁਤ ਜ਼ਿਆਦਾ ਹੋ ਗਿਆ, ਅੱਜ ਆਪਾਂ ਪਹਿਲਾਂ ਲੇਟ ਹੋ ਗਏ ਤੇ ਹੁਣ ਵੀ 1 ਘੰਟੇ ਤੋਂ ਬਾਅਦ ਸਾਡੇ ਕੋਲ ਟਾਈਮ ਹੋ ਗਿਆ। ਸੋ ਬਹੁਤ ਚੰਗਾ ਲੱਗਾ ਗੁਲਸ਼ਨ। ਇੱਕ ਤਾਂ ਵੈਸੇ ਮੈਨੂੰ ਇਸ ਲਈ ਚੰਗਾ ਲੱਗਾ ਕਿ ਮੈਂ ਗੁਲਸ਼ਨ ਨਾਲ ਬਹੁਤ ਸਾਲਾਂ ਬਾਅਦ ਇੰਨੀਆਂ ਗੱਲਾਂ ਕੀਤੀਆਂ। ਮੈਂ ਸ਼ਾਇਦ ਜਦੋਂ ਅਸੀਂ ਦਿੱਲੀ ਇਕੱਠੇ ਸੀਗੇ ਤੇ ਉਸ ਵੇਲੇ ਸ਼ਾਇਦ ਇੰਨੀਆਂ ਕੁ ਗੱਲਾਂ ਅਸੀਂ ਬਹਿ ਕੇ ਕਰਦੇ ਰਹੇ ਹੋਵਾਂਗੇ, ਪਰ ਅੱਜ ਅਸੀਂ ਆਪਣੇ ਸਫ਼ਰ ਦੀਆਂ ਗੱਲਾਂ ਕੀਤੀਆਂ, ਆਪਣੇ ਰੰਗਮੰਚ ਦੀਆਂ, ਆਪਣੇ ਹਿੱਸੇ ਦੀਆਂ, ਆਪਣੇ ਮਨ ਦੀਆਂ ਗੱਲਾਂ ਕੀਤੀਆਂ। ਸੋ ਬਹੁਤ ਸ਼ੁਕਰੀਆ। ਬਾਕੀ ਦੋਸਤਾਂ ਦਾ ਵੀ, ਤੁਹਾਡਾ ਸਾਰਿਆਂ ਦਾ, ਸਾਹਿਬ ਸਰੀਨ ਸਾਹਿਬ, ਪੰਡਤ ਜੀ, ਪਵਨ ਸਾਰਿਆਂ ਦਾ ਹੀ, ਡਾਕਟਰ ਸਾਹਿਬ ਤੁਸੀਂ ਸਾਡੇ ਨਾਲ ਜੁੜੇ। ਸੋ ਕੱਲ ਆਪਾਂ ਫੇਰ ਜੁੜਾਂਗੇ। ਕੱਲ ਸ਼ਾਮ ਨੂੰ 5 ਵਜੇ ਸਾਡੇ ਨਾਲ ਇਪਟਾ ਲਹਿਰ ਵਾਲੇ ਪ੍ਰੀਤ ਮਾਨ ਹੁਰੀ, ਨਿਰੰਜਨ ਮਾਨ ਹੁਰਾਂ ਦੇ ਮਿਸਿਸ ਕੈਨੇਡਾ ਤੋਂ, ਉਹ ਸਾਡੇ ਨਾਲ ਇਪਟਾ ਲਹਿਰ ਦੀ ਸਫ਼ਰ ਬਾਰੇ ਗੱਲਾਂ ਕਰਨਗੇ, ਉਹਦੇ ਬਾਰੇ। ਤੇ ਕੱਲ 6 ਤੋਂ 7 ਵਜੇ ਸਾਡੇ ਨਾਲ ਨਿਰਮਲ ਰਿਸ਼ੀ ਹੁਰੀ ਸਾਡੇ ਨਾਲ ਰੰਗਮੰਚ ਤੇ ਫਿਲਮਾਂ ਦੀਆਂ ਗੱਲਾਂ ਕਰਨਗੇ। ਸੋ ਕੱਲ ਦੇ ਆਪਾਂ ਫੇਰ ਮਿਲਾਂਗੇ ਦੋ ਸਾਥੀਆਂ ਦੇ ਨਾਲ। ਬਹੁਤ ਸ਼ੁਕਰੀਆ ਦੋਸਤੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।